Yes, please. ਸਤਿ ਸ਼੍ਰੀ ਅਕਾਲ ਜੀ। Today we will study paper number 5 IPC. अपनी अपनी बुक्स निकालो जी। पेपर नंबर 5 IPC फ्रॉम सेक्शन 390 रॉबरी एंड डकैती। सेक्शन 390 robbery 390 in all the robbery there is either theft or extortion। कोई भी ਜਦੋਂ ਕੋਈ robbery commit ਕਰਦਾ ਹੈ, ਠੀਕ ਹੈ, ਉਹਦੇ ਚ ਚੋਰੀ ਵਗੈਰਾ ਤਾਂ ਹੁੰਦੀ ਹੀ ਹੁੰਦੀ ਹੈ। ਚੋਰੀ ਹੁੰਦੀ ਹੈ, ਕਈ ਵਾਰੀ ਕੋਈ ਮਤਲਬ ਚੋਰੀ ਕਰਨ ਲਈ ਜਾਂਦਾ ਹੈ, ਥੈਫਟ ਕਰਨ ਲਈ ਜਾਂਦਾ ਹੈ, ਪਰ ਉਹ ਰੋਬਰੀ 'ਚ ਤਬਦੀਲ ਹੋ ਜਾਂਦੀ ਹੈ। ਠੀਕ ਹੈ, ਜਦੋਂ ਅੱਗੇ ਤੋਂ ਕੋਈ ਨਾ ਕੋਈ ਉਹਨੂੰ ਬੰਦਾ ਮਿਲ ਜਾਂਦਾ, ਟਕਰਾ ਜਾਂਦਾ ਹੈ, ਜਦੋਂ ਉਸਨੂੰ ਕੋਈ ਖਤਰਾ ਪੈ ਜਾਂਦਾ ਤੇ ਫਿਰ ਉਹ ਉਸ ਵਿਅਕਤੀ ਨੂੰ ਜਦੋਂ ਵੈਨ ਥੈਫਟ ਇਜ਼ ਰੋਬਰੀ, ਚੋਰੀ ਕਦੋਂ ਰੋਬਰੀ ਬਣ ਜਾਂਦੀ ਹੈ? ਜਦੋਂ ਹਾਂਜੀ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹੈਲੋ। ਸੈਕਸ਼ਨ 390 IPC ਇੰਡੀਅਨ ਪੀਨਲ ਕੋਡ ਸੈਕਸ਼ਨ 390 ਰੋਬਰੀ ਦੇਖੋ, ਰੋਬਰੀ ਦੇ ਵਿੱਚ ਜਾਂ ਥੈਫਟ ਜ਼ਰੂਰ ਹੁੰਦੀ ਹੈ ਤੇ ਜਾਂ ਐਕਸਟੋਰਸ਼ਨ ਜ਼ਰੂਰ ਹੁੰਦੀ ਹੈ। ਠੀਕ ਹੈ, ਐਕਸਟੋਰਸ਼ਨ ਕੀ ਹੁੰਦੀ ਹੈ? ਜਦੋਂ ਕਿਸੇ ਨੂੰ ਕੋਈ ਡਰ ਪਾ ਦਿੱਤਾ ਜਾਂਦਾ ਹੈ, ਸੱਟ ਮਾਰਨ ਦਾ, ਫੇਟ ਮਾਰਨ ਦਾ, ਠੀਕ ਹੈ, ਉਹ ਹੁੰਦੀ ਹੈ ਐਕਸਟੋਰਸ਼ਨ। ਥੈਫਟ ਚੋਰੀ ਹੁੰਦੀ ਹੈ। ਰੋਬਰੀ ਕਿਸੇ ਨੂੰ ਚੋਰੀ ਦਾ ਡਰ ਪਾ ਕੇ ਜਾਂ ਥੈਫਟ ਦਾ ਉਹ ਕਰਕੇ ਕਿਸੇ ਨੂੰ ਡਰਾਵਾ ਦੇ ਕੇ, ਠੀਕ ਹੈ, ਕਿਸੇ ਤੋਂ ਕੋਈ ਜਿਹੜਾ ਹੈਗਾ ਰੋਬਰੀ ਕਮਿਟ ਕਰਨਾ, ਕੋਈ ਚੀਜ਼ ਖੋਹ ਕੇ ਲੈ ਜਾਣਾ, ਉਹਦੀ ਵੈਲਿਊਏਬਲ ਅਟੈਂਪਟਸ ਟੂ ਕਾਜ਼ ਟੂ ਐਨੀ ਪਰਸਨ ਡੈਥ, ਉਹਨੂੰ ਮਤਲਬ ਮੌਤ ਦਾ ਡਰ ਵੀ ਹੋ ਜਾਏ ਬੰਦੇ ਨੂੰ, ਜਿਹਦੇ ਕੋਲੇ ਕੋਈ ਸਮਾਨ ਹੈਗਾ, ਕੋਈ ਘੜੀ ਹੈ, ਕੋਈ ਸੋਨੇ ਦੀ ਕੋਈ ਚੀਜ਼ ਹੈ, ਕੋਈ ਕੜਾ ਹੈ, ਉਹਦਾ ਕੋਈ ਇੱਦਾਂ ਦਾ ਕੋਈ ਸਮਾਨ ਹੈਗਾ ਜਿਹੜਾ ਉਹਦੇ ਰੋਂਗਫੁਲ ਤਰੀਕੇ ਦੇ ਨਾਲ ਉਸਨੂੰ ਸੱਟ ਮਾਰਨ ਦਾ ਖਤਰਾ ਪਾ ਕੇ ਜਾਂ ਮੌਤ ਦਾ ਖਤਰਾ ਪਾ ਕੇ ਕੋਈ ਉਸ ਤੋਂ ਖੋਹ ਕੇ ਲੈ ਜਾਂਦਾ ਹੈਗਾ, ਠੀਕ ਹੈ, ਤਾਂ ਉਸਨੂੰ ਅਸੀਂ ਕੀ ਕਹਿੰਦੇ ਆ? ਉਸਨੂੰ ਅਸੀਂ ਰੋਬਰੀ ਕਹਿ ਦਿੰਦੇ ਹਾਂ। ਵੈਨ ਐਕਸਟੋਰਸ਼ਨ ਇਜ਼ ਰੋਬਰੀ, ਐਕਸਟੋਰਸ਼ਨ ਕਦੋਂ ਰੋਬਰੀ ਬਣ ਜਾਂਦੀ ਹੈ? ਜਦੋਂ ਕੋਈ ਬੰਦਾ ਕਿਸੇ ਨੂੰ ਆਪਣਾ ਡਰ ਪਾਉਂਦਾ, ਇੰਜਰੀ ਵਗੈਰਾ ਦਾ। ਇਹਦੇ ਵਿੱਚ ਵੀ ਕੀ ਹੈਗਾ, ਜਦੋਂ ਪਹਿਲਾਂ ਤਾਂ ਉਸਨੂੰ ਡਰ ਪਾ ਦਿੱਤਾ ਜਾਂਦਾ ਹੈ, ਉਸ ਵਿਅਕਤੀ ਨੂੰ ਡਰਾਇਆ ਜਾਂਦਾ ਹੈ, ਡਰ ਦੇ ਨਾਲ ਹੀ ਨਾਲ ਉਹ ਡਰ ਨਾਲ ਵੱਧ ਜਾਂਦਾ ਤੇ ਉਸ ਨੂੰ ਮੌਤ ਦਾ ਖਤਰਾ ਹੋ ਜਾਂਦਾ, ਬੰਦੇ ਨੂੰ ਮੌਤ ਦਾ ਖਤਰਾ ਹੋ ਜਾਂਦਾ ਤੇ ਇੰਸਟੈਂਟ ਆਫ ਹਰਟ ਹੋ ਜਾਂਦਾ ਵੀ ਮੈਨੂੰ ਕਿਤੇ ਹੁਣ ਸੱਟ ਫੇਟ ਨਾ ਮਾਰ ਦੇਵੇ। ਇਸ ਕਰਕੇ ਜਿਹੜੀ ਹੈਗੀ ਆ ਉਹ ਜਦੋਂ ਐਕਸਟੋਰਸ਼ਨ ਹੁੰਦੀ ਹੈ, ਉਹ ਐਕਸਟੋਰਸ਼ਨ ਵੀ ਰੋਬਰੀ ਦੇ ਵਿੱਚ ਤਬਦੀਲ ਹੋ ਜਾਂਦੀ ਹੈ। ਮਤਲਬ ਕਿਸੇ ਨੂੰ ਲੁੱਟ ਕੇ ਧੱਕੇ ਨਾਲ ਲੈ ਜਾਣਾ, ਇਸ ਨੂੰ ਆਪਾਂ ਰੋਬਰੀ ਕਹਿ ਦਿੰਦੇ ਹਾਂ। ਠੀਕ ਹੈ ਜੀ। ਇਹ ਆਪਾਂ ਇੱਕ ਕਾਮਨ ਵਰਡ ਹੈਗਾ, ਸਾਰਿਆਂ ਨੂੰ ਪਤਾ ਸਾਨੂੰ। ਜਿਵੇਂ ਕਿ ਇਹਦੀ ਇੱਕ ਐਗਜ਼ਾਮਪਲ ਦੇਖ ਲਓ ਤੁਸੀਂ, ਇਹ ਹੋਲਡਸ ਜੈਡ ਡਾਊਨ ਐਂਡ ਫਰਾਡੂਲੈਂਟਲੀ ਟੇਕਸ ਜੈਡਸ ਮਨੀ ਐਂਡ ਜੂਲਸ ਫਰੋਮ ਦਾ ਜੈਡਸ ਕਲੌਥਸ ਵਿਦਾਊਟ ਜੈਡਸ ਕੰਸੈਂਟ। ਇਹ ਥੱਲੇ ਘੇਰ ਲੈਂਦਾ ਜੈਡ ਨੂੰ ਤੇ ਉਹਦੀ ਜਿਹੜੀ ਹੈਗੀ ਹੈ ਜੁਐਲਰੀ ਹੈਗੀ ਆ ਉਹ ਖੋਹ ਕੇ ਲੈ ਜਾਂਦਾ ਹੈਗਾ। ਹੇਅਰ ਏ ਹੈਜ਼ ਕਮਿਟਡ ਥੈਫਟ ਐਂਡ ਇਨ ਆਰਡਰ ਟੂ ਦੈਟ ਕਮਿਟਿੰਗ ਆਫ ਦੈਟ ਥੈਫਟ ਵੋਲੰਟਰੀ ਰੋਂਗਫੁਲ ਸਟੇਟ ਜੈਡ ਏ ਹੈਜ਼ ਥੈਰਫੋਰ ਕਮਿਟਡ ਰੋਬਰੀ। ਉਹਨੇ ਚੋਰੀ ਵੀ ਕੀਤੀ ਹੈ ਤੇ ਨਾਲ ਨਾਲ ਉਸਨੂੰ ਧੱਕੇ ਨਾਲ ਕੀਤੀ ਹੈ, ਉਸ ਤੋਂ ਉਹਨੂੰ ਥੱਲੇ ਘੇਰ ਲਿਆ ਹੈਗਾ, ਘੇਰ ਕੇ ਉਸਨੂੰ ਫੜ ਕੇ ਉਹਦੇ ਤੋਂ ਸਮਾਨ ਜਿਹੜਾ ਲੁੱਟ ਕੇ ਲੈ ਗਿਆ ਹੈਗਾ। ਇਸ ਨੂੰ ਅਸੀਂ ਕੀ ਕਹਾਂਗੇ? ਥੈਫਟ ਦੇ ਨਾਲ ਨਾਲ ਰੋਂਗਫੁਲ ਸਟੇਟ ਕੀਤੀ ਗਈ ਹੈ, ਉਹਨੂੰ ਪਕੜ ਕੇ ਉਹਦੇ ਤੋਂ ਸਮਾਨ ਖੋਇਆ ਗਿਆ, ਇਹ ਨਾਲ ਉਹਦੀ ਕੀ ਬਣ ਗਿਆ? ਰੋਬਰੀ ਬਣ ਗਈ ਹੈ। ਥੈਫਟ ਤੋਂ ਰੋਬਰੀ 'ਚ ਤਬਦੀਲ ਹੋ ਗਿਆ। ਇੱਕ ਐਗਜ਼ਾਮਪਲ ਹੋਰ ਦੇ ਲਓ, ਏ ਮੀਟਸ ਜੈਡ ਔਨ ਦਾ ਹਾਈ ਰੋਡ। ਹਾਈ ਰੋਡ ਦੇ ਉੱਪਰ ਏ ਮਿਲਦਾ ਜੈਡ ਨੂੰ ਔਨ ਦਾ ਹਾਈ ਰੋਡ, ਸ਼ੋਜ਼ ਏ ਪਿਸਟਲ, ਰਿਵਾਲਵਰ ਦਿਖਾਉਂਦਾ, ਡਿਮਾਂਡ ਕਰਦਾ ਜੈਡ ਤੋਂ ਪਰਸ ਦੀ ਵੀ ਤੇਰਾ ਆਪਣਾ ਪਰਸ ਦੇ ਦੇ ਮੈਨੂੰ। ਠੀਕ ਹੈ, ਜ਼ਬਰਦਸਤੀ ਹੋ ਗਈ, ਡਰ ਪਤਾ ਨਹੀਂ ਤਾਂ ਮੈਨੂੰ ਮਾਰ ਦੇਗਾ, ਮਰਡਰ ਵੀ ਹੋ ਸਕਦਾ ਹੈ। ਜੈਡ ਇਨ ਕੰਸੀਕੁਐਂਸ ਸਰੈਂਡਰਸ ਹਿਸ ਪਰਸ, ਜੈਡ ਨੂੰ ਆਪਣਾ ਪਰਸ ਦੇ ਦਿੰਦਾ ਹੈ। ਹੇਅਰ ਏ ਹੈਜ਼ ਐਕਸਟੋਰਟਡ, he has extorted the purse from Jed by putting him in the fear of instant hurt। ਜਿਹੜਾ ਇਹ ਹੈਗਾ, ਇਸ ਨੂੰ ਅਸੀਂ ਕੀ ਕਹਿੰਦੇ ਆ? he has therefore committed robbery। ਇਹ ਰੋਬਰੀ ਹੁੰਦੀ ਹੈ, ਕਿਸੇ ਤੋਂ ਧੱਕੇ ਨਾਲ ਕੋਈ ਚੀਜ਼ ਖੋਹ ਕੇ ਲੈ ਜਾਣਾ। ਡਕੈਤੀ 'ਚ ਕੀ ਫਰਕ ਹੁੰਦਾ ਹੈ? ਰੋਬਰੀ ਤੇ ਡਕੈਤੀ 'ਚ ਕੀ ਫਰਕ ਹੈ? ਰੋਬਰੀ ਦੇ ਵਿੱਚ ਤਾਂ ਜਿਹੜਾ ਸਿੰਗਲ ਪਰਸਨ ਹੈਗਾ, ਡਕੈਤੀ ਦੇ ਵਿੱਚ ਬੰਦੇ ਜਿਹੜੇ ਹੈਗੇ 5 ਬੰਦੇ ਹੋ ਜਾਂਦੇ ਨੇ, 5 ਜਾਂ 5 ਤੋਂ ਜ਼ਿਆਦਾ ਬੰਦੇ। ਵੈਨ 5 or more persons, ਇਹਨੂੰ ਅਸੀਂ ਡਾਕਾ ਕਹਿ ਦਿੰਦੇ ਹਾਂ। ਡਾਕਾ ਮਾਰਨ ਦੇ ਲਈ ਜਿਵੇਂ ਡਾਕੂ ਆਉਂਦੇ ਸੀ ਪਹਿਲਾਂ 5-7 ਇਕੱਠੇ ਹੋ ਕੇ, ਇਹ ਡਾਕਾ ਹੋ ਜਾਂਦਾ ਹੈ। ਸਿੰਗਲ ਪਰਸਨ ਜਿੱਥੇ ਹੈਗਾ ਉਹ ਵਰਕ ਸੇਮ ਹੀ ਹੈ ਆਲਮੋਸਟ।
ਰੋਬਰੀ ਦੇ ਵਿੱਚ ਵੀ ਤੇ ਡਕੈਤੀ ਦੇ ਵਿੱਚ ਵੀ ਕੰਮ ਇੱਕੋ ਹੀ ਹੋ ਰਿਹਾ ਹੈ, ਪਰ ਇੱਥੇ ਜਿਹੜੀ ਬੰਦੇ ਦੀ ਗਿਣਤੀ ਹੈਗੀ ਹੈ ਉਹ ਜ਼ਿਆਦਾ ਹੈਗੀ ਹੈ ਡਕੈਤੀ ਦੇ ਵਿੱਚ। ਵੈਨ 5 or more persons conjointly commit or attempt to commit a robbery, ਠੀਕ ਹੈ, ਇਹ ਰੋਬਰੀ ਕਮਿਟ ਕਰਦੇ ਨੇ, ਇਹ ਡਾਇਰੈਕਟਲੀ ਕੋਈ ਚੋਰੀ ਚਾਰੀ ਕਰਨੀ ਆਏ ਹੈਗੇ, ਸਿੱਧੇ ਤੌਰ ਤੇ ਮਤਲਬ ਕਿ ਜਿਵੇਂ ਬੈਂਕ ਦੇ ਵਿੱਚ ਆਪਾਂ ਡਾਕਾ ਮਾਰਦੇ ਹਾਂ, ਬੈਂਕ ਦੇ ਵਿੱਚੋਂ ਕਰੰਸੀ ਕੋਈ ਚੋਰੀ ਲੈ ਕੇ ਜਾਂਦਾ ਹੈ, ਮਤਲਬ ਕਿ ਚੁਰਾ ਕੇ ਲੈ ਜਾਂਦਾ ਹੈ ਡਾਕਾ ਉਹਦੇ ਨਾਲ, ਧੱਕੇ ਦੇ ਨਾਲ, ਠੀਕ ਹੈ, ਇਹਨੂੰ ਅਸੀਂ ਡਕੈਤੀ ਕਹਿੰਦੇ ਹਾਂ। ਇੱਥੇ ਬੰਦੇ ਦੀ ਜਿਹੜੀ ਗਿਣਤੀ ਉਹ ਵੱਧ ਜਾਂਦੀ ਹੈ। ਅਟੈਂਪਟਿੰਗ ਟੂ ਕਮਿਟ ਏ ਰੋਬਰੀ ਅਮਾਊਂਟ ਟੂ 5 or more persons, ਇੱਥੇ ਹੈਗਾ ਸਿਰਫ ਇਹ 'ਚ ਫਰਕ ਇੰਨਾ ਹੀ ਹੈਗਾ ਵੀ ਇੱਥੇ ਉਹ ਚੋਰੀ ਕਰਨੀ ਗਏ, ਇੱਥੇ ਉਹ ਰੋਬਰੀ ਕਰਨ ਲਈ ਗਏ ਨੇ। ਉੱਥੇ ਜਿਹੜੇ ਪਹਿਲਾਂ KC 390 ਦੇ ਵਿੱਚ ਬੰਦਾ ਚੋਰੀ ਕਰਨ ਗਿਆ ਸੀਗਾ, ਚੋਰੀ ਕਰਨ ਦੇ ਨਾਲ ਫੱਕਣ ਦੇ ਨਾਲ ਉਹਨੂੰ ਫਿਰ ਜ਼ਬਰਦਸਤੀ ਕਾਲੀ ਨਾਲ ਜ਼ਬਰਦਸਤੀ ਦੇ ਨਾਲ ਕੀ ਹੈਗਾ ਉਹ ਜਿਹੜੀ ਹੈਗੀ ਹੈ ਰੋਬਰੀ ਹੋ ਗਈ। ਪਰ ਇੱਥੇ ਉਹ ਰੋਬਰੀ ਦੇ ਮਕਸਦ ਲਈ ਗਏ ਨੇ। ਡਕੈਤੀ ਦੇ ਵਿੱਚ ਜਿਹੜੀ ਰੋਬਰੀ ਇਨਵੋਲਵ ਹੈਗੀ ਹੈ, ਰੋਬਰੀ ਦੇ ਵਿੱਚ ਥੈਫਟ ਇਨਵੋਲਵ ਹੁੰਦੀ ਹੈ, ਐਕਸਟੋਰਸ਼ਨ ਇਨਵੋਲਵ ਹੁੰਦਾ ਹੈ। ਇੱਥੇ ਡਕੈਤੀ ਦੇ ਵਿੱਚ ਰੋਬਰੀ ਇਨਵੋਲਵ ਹੈਗੀ ਹੈ, ਰੋਬਰੀ ਦੇ ਲਈ ਗਏ ਨੇ ਵਿਦ ਦਾ ਇੰਟੈਂਸ਼ਨ ਟੂ ਕਮਿਟ ਦਾ ਰੋਬਰੀ, ਠੀਕ ਹੈ। ਤੇ ਬੰਦੇ ਹੈਗੇ ਜ਼ਿਆਦਾ ਨੇ, 5 ਤੋਂ ਜ਼ਿਆਦਾ ਬੰਦੇ ਹੈਗੇ ਨੇ। ਤੇ ਇੱਥੇ ਇਸ ਨੂੰ ਅਸੀਂ ਜਿਹੜੀ ਡੈਫੀਨੇਸ਼ਨ ਹੈਗੀ ਹੈ ਇਸ ਨੂੰ ਅਸੀਂ ਕੀ ਕਹਿੰਦੇ ਡਕੈਤੀ ਕਹਿੰਦੇ ਆ। ਪਨਿਸ਼ਮੈਂਟ ਫਾਰ ਰੋਬਰੀ, ਰੋਬਰੀ ਦੀ ਪਨਿਸ਼ਮੈਂਟ ਕਿੰਨੀ ਹੁੰਦੀ ਹੈ? ਪਨਿਸ਼ਮੈਂਟ ਵਿਦ ਰਿਗਰਸ ਇੰਪ੍ਰਿਜ਼ਨਮੈਂਟ ਫਾਰ ਏ ਟਰਮ 10 ਈਅਰ, 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਸਖਤ ਸਜ਼ਾ ਹੋ ਸਕਦੀ ਹੈ। ਜੇਕਰ ਕਹਿੰਦਾ ਰੋਬਰੀ ਕਮਿਟ ਕੀਤੀ ਹੋਈ ਹੋਵੇ ਹਾਈਵੇ ਦੇ ਉੱਪਰ ਬਿਟਵੀਨ ਦਾ ਸਨਸੈਟ ਐਂਡ ਸਨਰਾਈਜ਼, ਸਨਸੈਟ ਤੇ ਸਨਰਾਈਜ਼ ਮਤਲਬ ਕਿ ਰਾਤ ਨੂੰ ਹਨੇਰੇ ਦੇ ਵਿੱਚ ਹੀ ਕਹਿ ਲਈਏ, ਸੂਰਜ ਛਿਪਣ ਤੋਂ ਬਾਅਦ, ਸੂਰਜ ਚੜ੍ਹਨ ਤੋਂ ਪਹਿਲਾਂ, ਠੀਕ ਹੈ, ਮਤਲਬ ਕਿ ਲਈ ਰਾਤ ਨੂੰ ਜੇ ਕਿਸੇ ਨੂੰ ਹਾਈਵੇ ਦੇ ਉੱਪਰ ਰੋਕ ਕੇ ਕਿਸੇ ਨੂੰ ਲੁੱਟਿਆ ਗਿਆ ਹੋਵੇ, ਠੀਕ ਹੈ, ਤਾਂ ਜਿਹੜੀ ਸਜ਼ਾ ਹੈਗੀ ਆ ਉਹ ਵੱਧ ਕੇ 14 ਈਅਰ ਦੀ ਹੋ ਜਾਂਦੀ ਹੈ। ਅਗਰ ਦਿਨ ਦਿਹਾੜੇ ਕੀਤਾ ਹੈ ਜਾਂ ਇਹ ਕੰਮ, ਦਿਨ ਦਿਹਾੜੇ ਕਿਸੇ ਨੂੰ ਲੁੱਟਿਆ ਗਿਆ ਹੋਵੇ, ਰੋਬਰੀ ਕੀਤੀ ਗਈ ਹੋਵੇ ਕਿਸੇ ਨਾਲ, ਤਾਂ ਸਜ਼ਾ 10 ਸਾਲ ਦੀ ਹੈ, ਤੇ ਰਾਤ ਨੂੰ ਕੀਤੀ ਗਈ ਹੋਵੇ ਤਾਂ 14 ਸਾਲ ਦੀ ਸਜ਼ਾ ਹੋ ਸਕਦੀ ਹੈ। 393 ਅਟੈਂਪਟ ਟੂ ਕਮਿਟ ਰੋਬਰੀ, ਜੇ ਕੋਸ਼ਿਸ਼ ਕੀਤੀ ਗਈ ਹੋਵੇ ਰੋਬਰੀ ਕਰਨ ਦੀ ਪਰ ਰੋਬਰੀ ਹੋਈ ਨਾ ਹੋਵੇ, ਅਟੈਂਪਟ ਕੀਤੀ ਗਈ ਹੋਵੇ, ਠੀਕ ਹੈ, ਡਾਕਾ ਮਾਰਨ ਗਏ ਸੀਗੇ ਨਾ, ਡਾਕਾ ਨਹੀਂ, ਇਕੱਲਾ ਬੰਦਾ ਸੀਗਾ, ਰੋਬਰੀ ਕਰਨ ਗਿਆ ਸੀਗਾ ਪਰ ਰੋਬਰੀ ਕਰ ਨਹੀਂ ਪਾਇਆ, ਠੀਕ ਹੈ, ਸਾਬਤ ਹੋ ਗਿਆ ਵੀ ਰੋਬਰੀ ਕਰਨ ਗਿਆ ਸੀਗਾ, ਤਾਂ ਜਿਹੜੀ ਸਜ਼ਾ ਹੈਗੀ ਆ ਉਹ 7 ਸਾਲ ਦੀ ਹੁੰਦੀ ਹੈ, ਨਾਲ ਫਾਈਨ ਵੀ ਹੋ ਸਕਦਾ ਹੈ। ਵਲੰਟਰੀ ਕਾਜ਼ਿੰਗ ਹਰਟ ਇਨ ਕਮਿਟਿੰਗ ਦਾ ਰੋਬਰੀ, ਜੇ ਰੋਬਰੀ ਕਰਦੇ ਠੀਕ ਹੈ ਨਾਲ ਕਿਸੇ ਨੂੰ ਜ਼ਖਮੀ ਕਰ ਦਿੱਤਾ, ਸੱਟ ਫੇਟ ਵੀ ਮਾਰਤੀ ਅਗਲੇ ਦੇ, ਤਾਂ ਜਿਹੜੀ ਸਜ਼ਾ ਹੈਗੀ ਹੈ ਉਹ ਉਮਰ ਕੈਦ ਹੋ ਸਕਦੀ ਹੈ, ਤੇ ਸਖਤ ਸਜ਼ਾ 10 ਸਾਲ ਤੱਕ ਦੀ ਹੋ ਸਕਦੀ ਹੈ। 10 ਸਾਲ ਤੱਕ ਦੀ ਸਖਤ ਸਜ਼ਾ ਹੋ ਸਕਦੀ ਹੈ, 5 ਸਾਲ, 7 ਸਾਲ, 8 ਸਾਲ, 10 ਸਾਲ ਤੱਕ, 10 ਸਾਲ ਤੋਂ ਜ਼ਿਆਦਾ ਨਹੀਂ, ਜਾਂ ਫਿਰ ਉਮਰ ਕੈਦ ਹੋ ਸਕਦੀ ਹੈ, ਜਾਂ ਫਿਰ ਕੋਰਟ ਦੀ ਡਿਸਕ੍ਰਿਸ਼ਨ ਹੈਗੀ ਹੈ 10 ਸਾਲ ਤੱਕ ਦੀ ਸਖਤ ਸਜ਼ਾ ਵੀ ਕੀਤੀ ਜਾ ਸਕਦੀ ਹੈ ਜੇ ਬੰਦਾ ਰੋਬਰੀ ਕਮਿਟ ਕਰਨ ਗਿਆ ਕਿਸੇ ਵਿਅਕਤੀ ਨੂੰ ਤੇ ਨਾਲ ਉਹਦੇ ਸੱਟ ਫੇਟ ਵੀ ਕੋਈ ਮਾਰ ਦਿੰਦਾ ਹੈਗਾ। ਵਲੰਟਰੀ ਕਾਜ਼ਿੰਗ ਹਰਟ, ਜ਼ਖਮੀ ਕਰ ਦਿੰਦਾ ਉਸਨੂੰ, ਠੀਕ ਹੈ। ਪਨਿਸ਼ਮੈਂਟ ਫਾਰ ਦਾ ਡਕੈਤੀ, ਦੇਖੋ ਰੋਬਰੀ 'ਚ ਅਸੀਂ ਪੜ੍ਹ ਕੇ ਗਏ ਹਾਂ, ਜਿਹੜੀ ਸਜ਼ਾ ਹੈਗੀ ਹੈ 14 ਸਾਲ ਦੀ ਹੈ, 10 ਸਾਲ ਦੀ ਹੈ, 7 ਸਾਲ ਦੀ ਹੈ ਜੇ ਅਟੈਂਪਟ ਕੀਤੀ ਹੋਵੇ, ਤਾਂ ਜਿਹੜੀ ਵਲੰਟਰੀ ਕਾਜ਼ਿੰਗ ਹਰਟ ਕੀਤੀ ਹੋਵੇ ਰੋਬਰੀ ਦੇ ਦੌਰਾਨ ਤਾਂ 10 ਸਾਲ ਦੀ ਸਜ਼ਾ ਹੈਗੀ ਹੈ। ਤੇ ਜੇਕਰ ਪਨਿਸ਼ਮੈਂਟ ਫਾਰ ਦਾ ਡਕੈਤੀ ਹੋਵੇ, ਡਕੈਤੀ ਕਰਨ ਗਿਆ ਤਾਂ ਸਜ਼ਾ ਕਿੰਨੀ ਹੋਏਗੀ? ਰਿਗਰਸ ਇੰਪ੍ਰਿਜ਼ਨਮੈਂਟ, ਕਿਉਂਕਿ ਸ਼ਰੇਆਮ ਡਕੈਤੀ ਕਰਨ ਗਏ ਨੇ, ਸ਼ਰੇਆਮ ਦੀ ਲੁੱਟਣ ਲਈ ਗਏ ਨੇ, 5 ਜਾਂ 5 ਤੋਂ ਵੱਧ ਬੰਦੇ। ਇੱਥੇ ਕੀ ਹੈਗਾ ਜਿਹੜਾ ਇਹ ਓਫੈਂਸ ਹੈ, ਮਤਲਬ ਕਿ ਸੀਰੀਅਸ ਓਫੈਂਸ ਹੈਗਾ, ਇਸ ਕਰਕੇ ਇਹ ਸਜ਼ਾ ਹੈਗੀ ਹੈ ਉਸ ਪਾਰਟੀ ਦੇ ਸਾਰੇ ਮੈਂਬਰਾਂ ਨੂੰ। ਇੰਪ੍ਰਿਜ਼ਨਮੈਂਟ ਫਾਰ ਲਾਈਫ, ਉਮਰ ਕੈਦ ਹੋ ਸਕਦੀ ਹੈ, ਜਾਂ ਫਿਰ ਰਿਗਰਸ ਸਖਤ ਸਜ਼ਾ ਹੋ ਸਕਦੀ ਹੈ 10 ਸਾਲ ਤੱਕ ਦੀ, ਤੇ ਨਾਲ ਫਾਈਨ ਵੀ ਹੋ ਸਕਦਾ ਹੈ। ਮਤਲਬ ਡਕੈਤੀ ਦੇ ਵਿੱਚ ਘੱਟੋ ਘੱਟ ਸਜ਼ਾ 10 ਸਾਲ ਦੀ ਰੱਖੀ ਗਈ ਹੈ। ਰੋਬਰੀ ਦੇ ਵਿੱਚ ਸਜ਼ਾ ਵੱਧ ਘੱਟ ਹੈਗੀ, 2-3 ਤਰ੍ਹਾਂ ਦੀ ਹੈਗੀ ਹੈ। ਇਹਦੇ ਵਿੱਚ ਅੱਗੇ ਦੇਖਾਂਗੇ ਅਸੀਂ ਡਕੈਤੀ ਵਿਦ ਮਰਡਰ, if any one of 5 or more persons jointly committing ਡਕੈਤੀ commits murder, ਜੇ ਮਰਡਰ ਵੀ ਕਮਿਟ ਕਰ ਦਿੰਦੇ ਨੇ ਨਾਲ ਡਕੈਤੀ ਕਰਨ ਗਏ ਨੇ ਤੇ ਨਾਲ ਹੀ ਕਿਸੇ ਬੰਦੇ ਤੇ ਗੋਲੀ ਮਾਰ ਦਿੰਦੇ ਕਿਸੇ ਬੰਦੇ ਨੂੰ, ਤਾਂ ਜਿਹੜੀ ਸਜ਼ਾ ਹੈਗੀ ਹੈ ਕਿੰਨੀ ਹੋ ਸਕਦੀ ਹੈ? 396 ਇੰਪੋਰਟੈਂਟ ਸੈਕਸ਼ਨ ਹੈਗਾ, ਪਨਿਸ਼ਮੈਂਟ ਵਿਦ ਡੈਥ, ਉਹਨਾਂ ਨੂੰ ਕੀ ਹੈਗੀ ਹੈ ਮੌਤ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਉਸ ਵਿਅਕਤੀ ਨੂੰ ਜੇ ਮਰਡਰ ਕਮਿਟ ਕਰ ਦੇਵੇ, ਡਕੈਤੀ ਕਰਨ ਲਈ ਗਏ ਹੋਣ, ਠੀਕ ਹੈ। ਜਿਵੇਂ ਕੋਈ ਬੈਂਕ ਲੁੱਟਣ ਗਏ ਹੋਣ, ਕੋਈ ਕੰਪਨੀ ਲੁੱਟਣ ਗਿਆ ਹੋਵੇ, ਕੋਈ ਵਿਅਕਤੀ ਲੁੱਟਣ ਗਏ ਹੋਣ, 5 ਤੋਂ ਵੱਧ ਵਿਅਕਤੀ, ਦੈਨ ਉਹਦੇ ਵਿੱਚ ਜੇ ਨਾਲ ਹੀ ਕਿਸੇ ਬੰਦੇ ਨੂੰ ਮਾਰ ਦਿੰਦੇ ਆ ਉੱਥੇ, ਤਾਂ ਜਿਹੜੀ ਸਜ਼ਾ ਹੈਗੀ ਆ ਉਹਨਾਂ ਵਿੱਚੋਂ ਉਮਰ ਕੈਦ ਹੋ ਸਕਦੀ ਹੈ, ਜਾਂ ਫਿਰ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ, ਉਮਰ ਕੈਦ ਵੀ ਹੋ ਸਕਦੀ ਹੈ, ਜਾਂ ਫਿਰ ਇਹ ਜਿਹੜੀ ਸਜ਼ਾ ਹੈਗੀ ਹੈ ਜੇ ਸਖਤ ਸਜ਼ਾ ਕੀਤੀ ਜਾਣੀ ਹੋਵੇ ਤਾਂ 10 ਸਾਲ ਤੱਕ ਦੀ ਹੋ ਸਕਦੀ ਹੈ, 10 ਸਾਲ ਤੱਕ ਦੀ ਹੋ ਸਕਦੀ ਹੈ, ਉਮਰ ਵੀ ਹੋ ਸਕਦੀ ਹੈ, ਤੇ ਨਾਲ
मौत की सजा भी सुनाई जा सकती है। फिर है 397 रॉबरी और डकैती विद अटैम्प्ट टू काज डेथ और ग्रीवियस हर्ट, ਜਾਂ ਰੋਬਰੀ ਕੀਤੀ ਗਈ ਹੋਵੇ ਜਾਂ ਡਕੈਤੀ ਕੀਤੀ ਗਈ ਹੋਵੇ, ਵਿਦ ਅਟੈਂਪਟ ਨਾਲ ਕੋਸ਼ਿਸ਼ ਕੀਤੀ ਗਈ ਹੋਵੇ, ਕਾਦੀ ਕਾਜ਼ ਡੈਥ ਔਰ ਗ੍ਰੀਵੀਅਸ ਹਰਟ। ਅਟੈਂਪਟ ਕੀਤੀ ਗਈ ਹੈ, ਡੈਥ ਨਹੀਂ ਕੀਤੀ ਗਈ, ਕਿਸੇ ਬੰਦੇ ਨੂੰ ਮਾਰਿਆ ਨਹੀਂ ਗਿਆ ਤੇ ਨਾ ਹੀ ਕਿਸੇ ਨੂੰ ਜ਼ਖਮੀ ਕੀਤਾ ਗਿਆ, ਠੀਕ ਹੈ, ਪਰ ਅਟੈਂਪਟ ਕੀਤੀ ਗਈ ਹੈ, ਉਹਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਰੋਬਰੀ ਕਮਿਟ ਕਰਨ ਦੀ ਖਾਤਰ ਕੋਈ ਬੰਦਾ ਅੱਗੇ ਆ ਗਿਆ, ਠੀਕ ਹੈ, ਰੋਬਰੀ ਕਮਿਟ ਕਰਦੇ ਕਰਦੇ ਡਕੈਤੀ ਕਰਦੇ ਕਰਦੇ ਕੋਈ ਬੰਦਾ ਅੱਗੇ ਆ ਗਿਆ ਤਾਂ ਕੋਸ਼ਿਸ਼ ਕੀਤੀ ਗਈ ਉਸ ਨੂੰ ਮਾਰਨ ਦੀ, ਪਰ ਉਹ ਬੰਦਾ ਕਿਤੇ ਆਪਦੇ ਭੱਜ ਭਜਾ ਕੇ ਬਚ ਗਿਆ, ਠੀਕ ਹੈ। ਤਾਂ ਇਹੋ ਜਿਹੇ ਕੇਸ ਦੇ ਵਿੱਚ ਕੀ ਹੈਗਾ, ਜਿਹੜੀ ਸਜ਼ਾ ਹੈਗੀ ਹੈ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। not less than 7 years shall be punished, shall not be less than 7 years। ਦੇਖੋ ਇੱਥੇ ਥੋੜਾ ਪੜ੍ਹਨ ਵਾਲੀ ਗੱਲ ਹੈ, ਸੁਣਨ ਵਾਲੀ ਸਮਝਣ ਵਾਲੀ ਗੱਲ ਹੈਗੀ ਹੈ। imprisonment which such offender shall be punished shall not be less than 7 years, ਮਤਲਬ 7 ਸਾਲ ਤੋਂ ਘੱਟ ਨਹੀਂ ਹੋ ਸਕਦੀ, ਮਤਲਬ ਇਹਦਾ ਕਹਿਣ ਦਾ ਭਾਵ ਇਹ ਹੈ ਵੀ ਵੱਧ ਵੀ ਹੋ ਸਕਦੀ ਹੈ, ਠੀਕ ਹੈ। not less than 7 year, ਜਿੱਥੇ ਵਰਡ ਯੂਜ਼ ਹੁੰਦਾ ਹੈ not exceed 7 years, ਇੱਥੇ ਵਰਡ ਯੂਜ਼ ਕੀਤਾ ਗਿਆ not less than 7 years। ਕਈ ਥਾਂ ਤੇ ਵਰਡ ਯੂਜ਼ ਕੀਤਾ ਹੁੰਦਾ ਹੈ not exceeding 7 years, ਜਿੱਥੇ exceeding ਲਿਖਿਆ ਹੁੰਦਾ ਉੱਥੇ ਉਦੋਂ ਵੱਧ ਹੋ ਨਹੀਂ ਸਕਦੀ, ਪਰ ਇੱਥੇ ਲਿਖਿਆ 7 ਸਾਲ ਤੋਂ ਘੱਟ ਨਹੀਂ ਹੋ ਸਕਦੀ, ਵੱਧ ਕੀਤੀ ਜਾ ਸਕਦੀ ਹੈ। 398 attempt to commit robbery or डकैती when armed with deadly weapons, ਕੋਸ਼ਿਸ਼ ਕੀਤੀ ਗਈ ਹੈ ਡਕੈਤੀ ਕਰਨ ਦੀ ਜਾਂ ਰੋਬਰੀ ਕਰਨ ਦੀ। ਕੋਸ਼ਿਸ਼ ਕੀਤੀ ਗਈ ਹੈ ਡੈਡਲੀ ਆਰਮ ਲੈ ਕੇ, ਨਾਲ ਹਥਿਆਰ ਲੈ ਕੇ, ਠੀਕ ਹੈ, ਪਰ ਅਟੈਂਪਟ ਪਰ ਰੋਬਰੀ ਨਾ ਰੋਬਰੀ ਕਮਿਟ ਕੀਤੀ ਗਈ ਨਾ ਡਕੈਤੀ ਕਮਿਟ ਕੀਤੀ ਗਈ। ਇੱਥੇ ਜਿਹੜੀ ਸਜ਼ਾ ਹੈਗੀ ਹੈ, ਕਿਉਂਕਿ ਡੈਡਲੀ ਵੈਪਨ ਲੈ ਕੇ ਗਏ ਸੀਗੇ, ਕੀਤੀ ਵੀ ਜਾ ਸਕਦੀ ਸੀਗੀ, ਇੱਥੇ ਸੀਗਾ not be less than 7 years, 7 ਸਾਲ ਤੋਂ ਜਿਹੜੀ ਘੱਟ ਹੈਗਾ ਸਜ਼ਾ ਨਹੀਂ ਹੋ ਸਕਦੀ, 7 ਸਾਲ ਤੋਂ ਘੱਟ। ਨੈਕਸਟ ਹੈਗਾ ਮੇਕਿੰਗ ਪ੍ਰੈਪਰੇਸ਼ਨ ਟੂ ਕਮਿਟ ਡਕੈਤੀ, ਤਿਆਰੀ ਕਰ ਲੈਣਾ ਡਕੈਤੀ ਕਰਨ ਦੀ। ਕੁਝ ਬੰਦੇ ਇਕੱਠੇ ਹੋ ਕੇ ਉਹਦੀ ਜਿਹੜੀ ਅਟੈਂਸ਼ਨ ਹੈਗੀ ਹੈ, ਮੈਲਾਫਾਈਨ ਅਟੈਂਸ਼ਨ ਹੈ, ਉਹਨਾਂ ਨੇ ਡਕੈਤੀ ਕਰਨ ਦੀ ਕੋਈ ਸਾਰੀ ਤਿਆਰੀ ਕੀਤੀ ਵੀ ਹੈ। ਜਦੋਂ ਉਹ ਪਕੜੇ ਜਾਂਦੇ ਆ ਤਾਂ ਇਹੋ ਜਿਹੇ ਕੇਸ ਦੇ ਵਿੱਚ ਜਿੱਥੇ ਸਾਬਤ ਹੋ ਜਾਵੇ ਵੀ ਹਾਂ ਇਹਨਾਂ ਨੇ ਰਾਖਾ ਮਾਰਨਾ ਸੀਗਾ, ਕੋਈ ਇਨਫੋਰਮੇਸ਼ਨ ਮਿਲ ਜਾਵੇ ਡਿਪਾਰਟਮੈਂਟ ਨੂੰ, ਕਿਸੇ ਨੂੰ, ਪੁਲਿਸ ਅਧਿਕਾਰੀਆਂ ਨੂੰ, ਤਾਂ ਜਿਹੜੀ ਸਜ਼ਾ ਹੈਗੀ ਹੈ ਉੱਥੇ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਪੁਨਿਸ਼ਮੈਂਟ ਸੈਕਸ਼ਨ 400 ਪੁਨਿਸ਼ਮੈਂਟ ਫਾਰ ਬਿਲੋਂਗਿੰਗ ਟੂ ਗੈਂਗ ਆਫ ਡਕੈਤੀ, ਪੁਨਿਸ਼ਮੈਂਟ ਫਾਰ ਬਿਲੋਂਗਿੰਗ ਟੂ ਗੈਂਗ ਆਫ ਡਕੈਤੀ, ਡੁਕੈਟਸ, ਕਿਸੇ ਡਕੈਤਾਂ ਦਾ ਜਿਹੜਾ ਗੈਂਗ ਹੈਗਾ ਉਹਦਾ ਕੋਈ ਮੈਂਬਰ ਹੋਣਾ, ਡਕੈਤਾਂ ਦੇ ਗੈਂਗ ਦਾ ਮੈਂਬਰ ਹੋਣਾ, ਠੀਕ ਹੈ। ਪੁਨਿਸ਼ਮੈਂਟ ਉਹਦੇ 'ਚ ਕੀ ਨਹੀਂ ਹੋ ਸਕਦੀ ਹੈ, ਹੈਪਚੁਅਲੀ ਕਮਿਟਿੰਗ ਡਕੈਤੀ, ਜਿਹੜਾ ਗੈਂਗ ਹੈਗਾ ਉਹ ਹੈਪਚੁਅਲੀ ਜਿਹੜਾ ਹੈਗਾ ਆਮ ਤੌਰ ਤੇ ਜਿਹੜਾ ਹੈਗਾ ਡਾਕੇ ਮਾਰਦਾ ਹੋਵੇ, ਡਕੈਤਾਂ ਦਾ ਗੈਂਗ ਹੋਵੇ, ਉਹਦਾ ਕੋਈ ਮੈਂਬਰ ਹੋਵੇ ਤਾਂ ਉਹਦਾ ਮੈਂਬਰ ਹੋਣਾ ਵੀ ਇੱਕ ਪੁਨਿਸ਼ਮੈਂਟ ਹੈਗੀ ਹੈ, ਅਫੈਂਸ ਹੈਗਾ। ਸ਼ੈਲ ਬੀ ਪੁਨਿਸ਼ਡ ਵਿਦ ਇੰਪ੍ਰਿਜ਼ਨਮੈਂਟ ਫਾਰ ਲਾਈਫ, ਉਹਨੂੰ ਉਮਰ ਕੈਦ ਕੀਤੀ ਜਾ ਸਕਦੀ ਹੈ, ਤੇ ਜਾਂ ਫਿਰ ਉਸਨੂੰ ਰਿਗਰਸ ਇੰਪ੍ਰਿਜ਼ਨਮੈਂਟ ਫਾਰ ਏ ਟਰਮ ਵਿਚ ਮੇ ਐਕਸਟੈਂਡ ਟੂ 10 ਈਅਰ, 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਪੁਨਿਸ਼ਮੈਂਟ ਸੈਕਸ਼ਨ 401 ਪੁਨਿਸ਼ਮੈਂਟ ਫਾਰ ਬਿਲੋਂਗਿੰਗ ਟੂ ਗੈਂਗ ਆਫ ਥੀਵਸ, ਚੋਰਾਂ ਦੇ ਗੈਂਗ ਦਾ ਮੈਂਬਰ ਹੋਣਾ, ਉੱਪਰ ਅਸੀਂ ਡਾਕੂਆਂ ਦੇ ਗੈਂਗ ਦਾ ਮੈਂਬਰ ਹੋਣਾ, ਥੱਲੇ ਹੈਗਾ ਚੋਰਾਂ ਦੇ ਗੈਂਗ ਦਾ ਮੈਂਬਰ ਹੋਣਾ। ਥੈਫਟ ਔਰ ਰੋਬਰੀ, ਨਾਟ ਬੀਇੰਗ ਏ ਗੈਂਗ ਆਫ ਦਾ ਠੱਗਸ ਔਰ ਡਕੈਤਾਂ ਦਾ ਤੇ ਠੱਗਾਂ ਦਾ ਨਹੀਂ, ਚੋਰਾਂ ਦੇ ਗੈਂਗ ਦਾ ਮੈਂਬਰ ਹੋਣਾ, ਉੱਥੇ ਜਿਹੜੀ ਸਜ਼ਾ ਹੈਗੀ ਹੈ 7 ਸਾਲ ਤੱਕ ਦੀ ਹੋ ਸਕਦੀ ਹੈ। 402 ਅਸੈਂਬਲਿੰਗ ਫਾਰ ਦਾ ਪਰਪਸ ਆਫ ਕਮਿਟਿੰਗ ਡਕੈਤੀ, ਡਕੈਤੀ ਕਰਨ ਦੇ ਲਈ ਇਕੱਠੇ ਹੋ ਜਾਣਾ। ਅਸੈਂਬਲਿੰਗ ਫਾਰ ਦਾ ਪਰਪਸ of committing डकैती, one of 5 or more persons committing डकैती shall be punished with the rigorous imprisonment extend to 7 years, 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਨੈਕਸਟ ਆ ਗਿਆ criminal misappropriation of the property, ਕਿਸੇ ਦੀ ਪ੍ਰਾਪਰਟੀ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਿਸਐਪਰੋਪਰੀਏਟ ਕਰਨਾ, ਯੂਜ਼ ਕਰ ਲੈਣਾ। dishonest misappropriation of the property shall be punished, ਕਿਸੇ ਦੀ ਜਾਇਦਾਦ ਕੋਈ ਹੋਰ ਹੈਗੀ ਹੈ
ਉਸ ਨੂੰ ਗਲਤ ਤਰੀਕੇ ਦੇ ਨਾਲ ਯੂਜ਼ ਕਰ ਲੈਣਾ, ਆਪ ਉਹਨੂੰ ਕਬਜ਼ੇ 'ਚ ਲੈ ਕੇ ਵਰਤ ਲੈਣਾ ਉਸ ਨੂੰ, ਤੇ ਇੱਥੇ ਜਿਹੜੀ ਸਜ਼ਾ ਹੈਗੀ ਹੈ 2 ਸਾਲ ਤੱਕ ਦੀ ਹੋ ਸਕਦੀ ਹੈ ਉਸ ਵਿਅਕਤੀ ਨੂੰ। एक एग्जाम्पल हैगी है, ए फाइंस ए रूपी ऑन द हाई रोड नॉट नोइंग टू हिम टू होम द रूपी। कुछ पैसे मिल गए उसनों किते 5-7 हज़ार रुपये का कोई पैकेट या पर्स मिल गया किसी बंदे ਨੂੰ ए ਨੂੰ सड़क ਦੇ ਉੱਪਰ ਜਾਂਦੇ ਹੋਏ ਮਿਲ ਗਿਆ। ਇਹ ਪਿਕਸ ਅਪ ਦਾ ਰੁਪੀਜ਼, ਉਹ ਜਿਹੜਾ ਪਰਸ ਹੈਗਾ ਰੁਪਈਆਂ ਦਾ ਉਹ ਜਿਹੜਾ ਇਹ ਚੁੱਕ ਲੈਂਦਾ ਹੈਗਾ। ਇਹ ਹੈਜ਼ ਨਾਟ ਕਮਿਟਡ ਦਾ ਅਫੈਂਸ ਆਫ ਡਿਫਾਈਨਡ ਇਨ ਦਿਸ ਸੈਕਸ਼ਨ। ਇੱਥੇ ਇਹ ਵੱਲੋਂ ਕੋਈ ਅਫੈਂਸ ਨਹੀਂ ਕਮਿਟ ਕੀਤਾ ਗਿਆ। ਉਹਨੇ ਕਿਸੇ ਦੀ ਜਾਣਬੁੱਝ ਕੇ, ਉਹਨੂੰ ਨਹੀਂ ਪਤਾ ਕਿਹਦੀ ਪ੍ਰਾਪਰਟੀ ਹੈ, ਜੇ ਉਹਨੂੰ ਪਤਾ ਹੋਵੇ ਕਿਹਦੀ ਹੈਗੀ ਹੈ, ਠੀਕ ਹੈ, ਫਿਰ ਕਿਤੇ ਕੋਈ ਬੰਦਾ ਭੁੱਲ ਗਿਆ, ਪਤਾ ਉਸ ਨੂੰ ਕਿਸੇ ਕਮਰੇ 'ਚ ਬੈਠੇ ਸੀਗੇ ਤੇ ਉਹ ਭੁੱਲ ਗਿਆ ਤੇ ਉਹਨੂੰ ਚੱਕ ਕੇ ਲੁਕੋ ਲਿਆ, ਠੀਕ ਹੈ, ਦੈਟ ਇਜ਼ ਦਾ ਕ੍ਰਿਮੀਨਲ ਬ੍ਰੀਚ ਆਫ ਟਰਸਟ, ਮਿਸਐਪਰੋਪ੍ਰੀਏਸ਼ਨ ਆਫ ਦਾ ਪ੍ਰਾਪਰਟੀ। ਪਰ ਇੱਥੇ ਨੈਕਸਟ ਹੈ 404 dishonest misappropriation of the property possessed by the deceased person at the time of his death। ਕੋਈ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਠੀਕ ਹੈ, ਉਹਦੀ ਕੋਈ ਪ੍ਰਾਪਰਟੀ ਹੈ, ਉਹਦੇ ਕੋਈ ਕੜਾ ਪਾਇਆ ਹੋਇਆ, ਕੋਈ ਛਾਂਪ ਪਾਈ ਵੀ ਹੈ, ਕੋਈ ਘੜੀ ਬੰਨੀ ਵੀ ਹੈ, ਉਹਦੇ ਕੋਈ ਜੇਬ 'ਚ ਕੋਈ ਪਰਸ ਹੈਗਾ, ਠੀਕ ਹੈ, ਉਸ ਦੀ ਜਾਇਦਾਦ ਨੂੰ ਕੋਈ ਵਿਅਕਤੀ ਜਿਹੜਾ ਹੈਗਾ ਉਹ ਚੁਰਾ ਲੈਂਦਾ ਹੈ, ਜਿਹੜਾ ਉਹਦੇ ਨੇੜੇ ਤੇੜੇ ਕਿਤੇ ਖੜਾ ਸੀਗਾ ਜਾਂ ਉਹਦਾ ਕੋਈ ਡਿਊਟੀ ਕਰ ਰਿਹਾ ਸੀ ਉਹਦੇ ਨਾਲ ਕੋਈ ਵੀ, ਠੀਕ ਹੈ, punished with imprisonment of either description, ਉਹਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਪਰ ਜੇ ਉਹਦਾ ਹੀ ਕੋਈ ਮੁਲਾਜ਼ਮ ਹੋਵੇ, ਠੀਕ ਹੈ, ਉਹ ਚੁਰਾ ਲਵੇ, ਉਹ ਆਪਦੇ ਮਾਲਕ ਦੀ ਪ੍ਰਾਪਰਟੀ ਨੂੰ, ਕੋਈ ਜਾਇਦਾਦ ਨੂੰ ਚੁਰਾ ਲਵੇ ਉਹਦੀ ਮੌਤ ਉਪਰੰਤ, ਤਾਂ ਜਿਹੜੀ ਸਜ਼ਾ ਹੈਗੀ ਹੈ 3 ਸਾਲ ਦੀ ਬਜਾਏ 7 ਸਾਲ ਤੱਕ ਦੀ ਹੋ ਜਾਂਦੀ ਹੈ, ਕੋਈ ਨੌਕਰ ਹੋਵੇ ਉਹਦਾ। ਦੈਨ ਐਸ 405 ਕ੍ਰਿਮੀਨਲ ਬ੍ਰੀਚ ਆਫ ਟਰਸਟ। ਕ੍ਰਿਮੀਨਲ ਬ੍ਰੀਚ ਆਫ ਟਰਸਟ, ਟਰਸਟ ਕੀ ਹੁੰਦਾ ਹੈ? ਜਦੋਂ ਕੋਈ ਵਿਅਕਤੀ ਤੁਹਾਡੇ ਕੋਲੇ ਕੰਮ ਕਰ ਰਿਹਾ ਹੈ, ਠੀਕ ਹੈ, ਤੁਹਾਡਾ ਸਰਵੈਂਟ ਹੈ, ਤੁਹਾਨੂੰ ਉਹਦੇ 'ਤੇ ਵਿਸ਼ਵਾਸ ਹੈ, ਪਰ ਫਿਰ ਉਹ ਤੁਹਾਡੇ ਵਿਸ਼ਵਾਸ ਦੀ ਮਤਲਬ ਕਿ ਮਿਸ ਯੂਟੀਲਾਈਜ਼ ਕਰੇ, ਤੁਹਾਡਾ ਨੁਕਸਾਨ ਕਰ ਦੇਵੇ, ਤਾਂ ਇਸ ਨੂੰ ਅਸੀਂ ਕੀ ਕਹਿੰਦੇ ਹਾਂ? ਬ੍ਰੀਚ ਆਫ ਟਰਸਟ ਕਹਿੰਦੇ ਹਾਂ। ਕ੍ਰਿਮੀਨਲ ਬ੍ਰੀਚ ਆਫ ਟਰਸਟ ਬਣ ਜਾਂਦਾ ਇਹ। whoever being in any manner entrusted with the property, ਤੁਹਾਡੀ ਜਾਇਦਾਦ ਦਾ ਧਿਆਨ ਰੱਖਣਾ ਉਸਨੇ ਜਿੱਥੇ ਉਹ ਡਿਊਟੀ ਦੇ ਰਿਹਾ ਹੈਗਾ, ਔਰ with any dominion over the property dishonestly misappropriates, ਤੁਹਾਡੀ ਜਾਇਦਾਦ ਨੂੰ, ਤੁਹਾਡੇ ਕਿਸੇ ਸਮਾਨ ਨੂੰ, ਠੀਕ ਹੈ, ਗਲਤ ਤਰੀਕੇ ਦੇ ਨਾਲ ਉਹ ਯੂਟੀਲਾਈਜ਼ ਕਰ ਲੈਂਦਾ ਹੈ, ਕਨਵਰਟਸ ਟੂ ਹਿਜ਼ ਓਨ ਯੂਜ਼, ਆਪਦੇ ਤਰੀਕੇ ਦੇ ਨਾਲ ਆਪਦੇ ਲਈ ਵਰਤ ਲੈਂਦਾ ਹੈ ਪ੍ਰੋਪਰਟੀ, ਔਰ dishonestly uses ਔਰ ਡਿਸਪੋਜ਼ ਆਫ ਦਿਸ ਦੈਟ, ਤਾਂ ਉੱਥੇ ਕੀ ਹੋਏਗਾ? ਉਹ ਜਿਹੜਾ ਵਿਅਕਤੀ ਹੈਗਾ ਉਹ ਪਨਿਸ਼ੇਬਲ ਹੋਏਗਾ। ਉਹ ਕੀ ਹੈਗਾ? ਕ੍ਰਿਮੀਨਲ ਬ੍ਰੀਚ ਆਫ ਟਰਸਟ ਉਹਨੇ ਕਮਿਟ ਕੀਤਾ ਹੈਗਾ। ਜਿਸ ਬੰਦੇ ਦੀ ਤੁਸੀਂ ਕੋਈ ਤੇ ਡਿਊਟੀ ਲਗਾਈ ਹੋਈ ਹੋਵੇ ਕਿਸੇ ਸਮਾਨ ਨੂੰ ਸੰਭਾਲ ਕੇ ਰੱਖਣ ਦੀ, ਪਰ ਉਹਦੇ ਵੱਲੋਂ ਹੀ ਕੋਈ ਉਹ ਜਿਹੜੀ ਪ੍ਰਾਪਰਟੀ ਖੁਰਦ-ਬੁਰਦ ਕਰ ਦਿੱਤੀ ਜਾਵੇ, ਤਾਂ ਉਸ ਨੂੰ ਅਸੀਂ ਕੀ ਕਹਿੰਦੇ ਆ? ਬ੍ਰੀਚ ਆਫ ਟਰਸਟ ਕਹਿੰਦੇ ਆ। ਨੈਕਸਟ ਹੈ 406 ਪਨਿਸ਼ਮੈਂਟ ਫਾਰ ਦਾ ਕ੍ਰਿਮੀਨਲ ਬ੍ਰੀਚ ਆਫ ਟਰਸਟ। ऐसे किस्सा ਜਿਹੜੀ ਹੈਗੀ ਹੈ, ਜੇ ਕੋਈ ਬ੍ਰੀਚ ਆਫ ਟਰਸਟ ਕਰਦਾ ਹੈ, ਠੀਕ ਹੈ, ਤੁਹਾਡਾ ਕੋਈ ਆਪਦਾ ਹੀ ਵਿਅਕਤੀ ਜਿਹਦੀ ਤੁਸੀਂ ਜ਼ਿੰਮੇਵਾਰੀ ਲਾਈ ਵੀ ਹੈ, ਤਾਂ ਉਸ ਨੂੰ ਕੀ ਹੈਗੀ ਹੈ? ਜਿਹੜੀ ਸਜ਼ਾ ਹੈਗੀ ਹੈ 3 ਸਾਲ ਤੱਕ ਦੀ ਹੋ ਸਕਦੀ ਹੈ। ਨੈਕਸਟ 407 ਕ੍ਰਿਮੀਨਲ ਬ੍ਰੀਚ ਆਫ ਟਰਸਟ ਬਾਈ ਕੈਰੀਅਰ ਐਟਸੈਟਰਾ। whoever being entrusted, ਕਿਸੇ ਨੂੰ ਕੋਈ ਪ੍ਰਾਪਰਟੀ ਸੰਭਾਤੀ ਲੈ ਕੇ ਜਾਣ ਲਈ ਕਿਤੇ, ਵਾਰ ਫਿੰਗਰਸ ਔਰ ਵੇਅਰ ਹਾਊਸ ਕੀਪਰ ਹੈ ਕੋਈ ਤੁਹਾਡਾ ਆਪਣਾ, ਤੁਹਾਡਾ ਵੇਅਰ ਹਾਊਸ ਹੈ, ਉੱਥੇ ਕੋਈ ਡਿਊਟੀ ਦੇ ਰਿਹਾ ਹੈਗਾ, ठीक है, समान लेके जा रहा है, उत्थे लेके जाना है उसने, commits criminal breach of trust in respect of such property, ठीक है, ਤੁਸੀਂ ਉਹਨੂੰ ਲੈ ਕੇ ਦਿੱਤੀ ਹੈ ਕੋਈ ਪ੍ਰਾਪਰਟੀ ਵੀ, ਉੱਥੇ ਲੈ ਕੇ ਚਲਾ ਜਾ, ਪਰ ਉਹ ਰਸਤੇ ਦੇ ਵਿੱਚ ਹੀ ਪ੍ਰਾਪਰਟੀ ਨੂੰ ਖੁਰਦ-ਬੁਰਦ ਕਰ ਦਿੰਦਾ, ਵੇਚ ਦਿੰਦਾ ਹੈ, ਕੁਝ ਵੀ ਕਰਦਾ ਜਾਂ ਯੂਟੀਲਾਈਜ਼ ਕਰ ਲੈਂਦਾ ਹੈ। ਇੱਥੇ ਜਿਹੜਾ ਹੈਗਾ ਉਹ ਸਜ਼ਾ ਦਾ ਭਾਗੀ ਹੋਏਗਾ। ਕਿੰਨੀ ਸਜ਼ਾ ਉਹਨੂੰ ਹੋ ਸਕਦੀ ਹੈ? 7 ਸਾਲ ਤੱਕ ਦੀ ਹੋ ਸਕਦੀ ਹੈ। ਨੈਕਸਟ 408 ਕ੍ਰਿਮੀਨਲ ਬ੍ਰੀਚ ਆਫ ਟਰਸਟ ਬਾਈ ਦਾ ਕਲਰਕ ਔਰ ਸਰਵੈਂਟ। ਇਹ ਤੁਹਾਡਾ ਹੀ ਆਪਣਾ ਕੋਈ ਵਿਅਕਤੀ, ਠੀਕ ਹੈ, ਕੋਈ ਤੁਹਾਡਾ ਪ੍ਰਾਪਰਟੀ ਨੂੰ ਮਿਸਯੂਟੀਲਾਈਜ਼ ਕਰਦਾ ਹੈ, ਇੱਧਰ ਉੱਧਰ ਕਰ ਦਿੰਦਾ ਹੈ, ਜਿਹਦੇ ਉੱਪਰ ਤੁਹਾਨੂੰ ਵਿਸ਼ਵਾਸ ਹੋਵੇ, ਤੁਹਾਡੇ ਕੋਲ ਕੰਮ ਕਰਦਾ ਹੋਵੇ, ਤਾਂ ਜਿਹੜੀ ਉਹਦੀ ਸਜ਼ਾ ਹੈਗੀ ਹੈ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਐਂਡ ਸ਼ੈਲ ਆਲਸੋ ਬੀ ਲਾਇਬਲ ਟੂ ਫਾਈਨ। ਫਿਰ ਹੈਗਾ ਨੈਕਸਟ 409 ਕ੍ਰਿਮੀਨਲ ਬ੍ਰੀਚ ਆਫ ਟਰਸਟ ਬਾਈ ਦਾ ਪਬਲਿਕ ਸਰਵੈਂਟ ਔਰ ਬਾਈ ਦਾ ਬੈਂਕਰ ਔਰ ਮਰਚੈਂਟ ਔਰ ਏਜੰਟ। ਕੋਈ ਪਬਲਿਕ ਸਰਵੈਂਟ ਹੈ, ਸਰਕਾਰੀ ਨੌਕਰੀ ਕਰਦਾ ਹੈ, ਕੋਈ ਬੈਂਕ ਦੇ ਵਿੱਚ ਬੈਂਕਰ ਦੀ ਨੌਕਰੀ ਕਰਦਾ ਹੈ, ਕੋਈ ਕੈਸ਼ੀਅਰ ਹੈ, ਕੋਈ ਮਰਚੈਂਟ ਹੈ, ਕੋਈ ਬਿਜ਼ਨਸ ਕਰਦਾ ਸਰਕਾਰੀ ਤੌਰ ਤੇ, ਠੀਕ ਹੈ, ਕੋਈ ਏਜੰਟ ਹੈਗਾ, ਜਿਹਨੂੰ ਕੋਈ ਸਮਾਨ ਸੌਂਪਿਆ ਗਿਆ ਵੇਚਣ ਦੇ ਲਈ, ਕਰਨ ਦੇ ਲਈ, ਸੰਭਾਲਣ ਦੇ ਲਈ, ਬੈਂਕ ਹੈ ਉਹਦੇ ਕੋਲੇ
ਬੈਂਕਰ ਹੈ ਕੋਈ, ਉਹਦੇ ਕੋਲੇ ਕੈਸ਼ ਹੁੰਦਾ ਹੈ, ਠੀਕ ਹੈ, ਜੇ ਉਹ ਵੀ ਕੋਈ ਹੇਰਾਫੇਰੀ ਕਰਦਾ ਹੈਗਾ ਇਦਾਂ ਦੀ, ਸ਼ੈਲ ਬੀ ਪਨਿਸ਼ਡ ਵਿਦ ਇੰਪ੍ਰਿਜ਼ਨਮੈਂਟ ਫॉर ਲਾਈਫ। ਇਸ ਕੇਸ ਦੇ ਵਿੱਚ ਕਿਉਂਕਿ ਉਹਦੀ ਜ਼ਿੰਮੇਵਾਰੀ ਬਣਦੀ ਹੈ, ਉਹ ਡਿਊਟੀ ਵੀ ਹੈਗੀ ਉਹਦੀ, ਤੇ ਪਬਲਿਕ ਸਰਵੈਂਟ ਵੀ ਹੈਗਾ, ਜਾਂ ਬੈਂਕਰ ਵੀ ਕੋਈ ਹੈਗਾ, ਮਰਚੈਂਟ ਹੈ ਜਾਂ ਕੋਈ ਏਜੰਟ ਹੈ, ਤੇ ਜਿਹੜੀ ਸਜ਼ਾ ਹੈਗੀ ਹੈ ਵੱਧ ਕੇ ਇਹ ਹੈਗੀ ਆ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ ਉਸ ਵਿਅਕਤੀ ਨੂੰ, ਜਾਂ ਫਿਰ ਵਿੱਚ ਮੇ ਐਕਸਟੈਂਡ ਟੂ 10 ਈਅਰਸ ਜਾਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਕੇਸ ਟੂ ਕੇਸ ਵੇਰੀ ਕਰਦਾ ਹੈ। नेक्स्ट है 410 स्टोलन प्रॉपर्टी, चुराई हुई प्रॉपर्टी ऑफ द रिसीविंग ऑफ स्टोलन प्रॉपर्टी। कोई चुराई हुई प्रॉपर्टी ਨੂੰ ਕੋਈ ਰਿਸੀਵ ਕਰਦਾ ਹੋਵੇ, ਜਿਵੇਂ ਕੋਈ ਚੋਰ ਹੈਗਾ, ਕੋਈ ਪ੍ਰॉपर्टी ਚੁਰਾ ਕੇ ਕਿਤੇ ਲੈ ਜਾਂਦਾ ਹੈਗਾ, ਅੱਗੇ ਜਾ ਕੇ ਕਿਤੇ ਵੇਚ ਦਿੰਦਾ ਹੈਗਾ, ਉਹ ਜਿਹੜਾ ਵੇਚਦਾ, ਜੋ ਬੰਦਾ ਖਰੀਦਦਾ ਹੈਗਾ, ਕੋਈ ਕਬਾੜ 'ਚ ਵੇਚ ਦਿੰਦਾ ਜਾਂ ਕਿਸੇ ਗੋਲਡ ਦੀ ਦੁਕਾਨ ਤੇ ਵੇਚ ਦਿੰਦਾ, ਤਾਂ ਆਪਾਂ ਨੂੰ ਇਹ ਨਹੀਂ ਕਹਿ ਸਕਦੇ ਮੈਂ ਤੈਨੂੰ ਪੈਸੇ ਦੇ ਕੇ ਖਰੀਦੀ ਹੈ। ਕਿਸੇ ਇੱਦਾਂ ਚੁਰਾਈ ਹੋਈ ਪ੍ਰॉपर्टी ਨੂੰ ਵਿਦ ਗੁੱਡ ਫੇਥ, ਜਦੋਂ ਤੱਕ ਉਹਦਾ ਨਾ ਹੋਵੇ, ਜੇਕਰ ਤਾਂ ਗੁੱਡ ਫੇਥ ਖਰੀਦੀ ਗਈ ਹੋਵੇ, ਉਹਨੂੰ ਪਤਾ ਨਾ ਹੋਵੇ ਵੀ ਇਹ ਚੁਰਾਈ ਗਈ ਹੈਗੀ ਹੈ, ਫਿਰ ਤਾਂ ਗੱਲ ਵੱਖਰੀ ਹੈ। ਪਰ ਜੇਕਰ ਵਿਦ ਅਟੈਂਸ਼ਨ ਉਹਨੂੰ ਪਤਾ ਵੀ ਇਹ ਪ੍ਰॉपर्टी ਚੁਰਾਈ ਗਈ ਹੈ, ਫਿਰ ਵੀ ਕੋਈ ਬੰਦਾ ਵਿਅਕਤੀ ਉਸ ਨੂੰ ਐਕਸੈਪਟ ਕਰਦਾ, ਖਰੀਦਦਾ ਹੈਗਾ, ਤਾਂ ਉਹ ਅਫੈਂਸ ਹੈਗਾ, ਠੀਕ ਹੈ। ਪ੍ਰॉपर्टी ਦ ਪੋਜੈਸ਼ਨ ਵੇਅਰ ਆਫ ਹੈਜ਼ ਬੀਨ ਟ੍ਰਾਂਸਫਰ ਬਾय ਦ ਥੈਫਟ ਔਰ ਐਕਸਟੋਰਸ਼ਨ ਔਰ ਦ ਰੋਬਰੀ। ਕ੍ਰਿਮੀਨਲ ਬ੍ਰੀਚ ਹੈਗਾ ਇਹ, ਸਟੋਲਨ ਪ੍ਰॉपर्टी ਨੂੰ ਜੇ ਕੋਈ ਇੱਧਰ ਉੱਧਰ ਕਰਦਾ ਹੈਗਾ, ਤਾਂ ਕ੍ਰਿਮੀਨਲ ਬ੍ਰੀਚ ਆਫ ਟਰਸਟ ਹੈਗਾ। ਨੈਕਸਟ 411 ਡਿਸਨੈਸਟਲੀ ਰਿਸੀਵਿੰਗ ਸਟੋਲਨ ਪ੍ਰॉपर्टी, ਡਿਸਓਨੈਸਟਲੀ, ਬੇਈਮਾਨੀ ਦੇ ਨਾਲ, ਪਤਾ ਹੋਣ ਦੇ ਬਾਵਜੂਦ ਵੀ ਕੋਈ ਰਿਸੀਵ ਕਰਦਾ ਸਟੋਲਨ ਪ੍ਰॉपर्टी ਨੂੰ, ਤਾਂ ਉਸ ਨੂੰ ਜਿਹੜੀ ਸਜ਼ਾ ਹੈਗੀ ਹੈ 3 ਸਾਲ ਤੱਕ ਦੀ ਹੋ ਸਕਦੀ ਹੈ। 412 dishonestly receiving property stolen in the commission of a ਡਕੈਤੀ, ਡਕੈਤੀ ਮਾਰੀ ਸੀਗੀ, ਠੀਕ ਹੈ, ਕੋਈ ਬੈਂਕ ਲੁੱਟਿਆ ਸੀਗਾ ਜਾਂ ਕੋਈ ਸੋਨੇ ਦੀ ਦੁਕਾਨ ਲੁੱਟੀ ਸੀਗੀ ਡਕੈਤੀ ਦੇ ਨਾਲ, ਠੀਕ ਹੈ, ਡਕੈਤੀ ਦੇ ਨਾਲ ਲੁੱਟੀ ਹੋਈ ਪ੍ਰॉपर्टी ਨੂੰ ਜੇ ਕੋਈ ਰਿਸੀਵ ਕਰਦਾ ਹੈ ਬੇਈਮਾਨੀ ਦੇ ਨਾਲ, ਘੱਟ ਪੈਸਿਆਂ ਦੇ ਵਿੱਚ ਖਰੀਦਦਾ ਹੈ, ਠੀਕ ਹੈ, ਕੀਮਤ ਤੋਂ ਘੱਟ ਪੈਸਿਆਂ 'ਚ ਖਰੀਦਦਾ ਹੈ, ਇਟ ਮੀਨਸ ਕਰੰਸੀ ਤੋਂ ਸਾਬਤ ਹੋ ਜਾਂਦਾ ਵੀ ਜੇ ਕੋਈ ਘੱਟ ਪੈਸੇ ਅੱਧੇ ਰੇਟ 'ਚ ਕੋਈ ਚੀਜ਼ ਦਿੰਦਾ ਹੈ, ਠੀਕ ਹੈ, ਕੋਈ ਜੁਐਲਰੀ ਦਿੰਦਾ ਅੱਧੇ ਰੇਟ ਦੇ ਵਿੱਚ, ਘੱਟ ਰੇਟ 'ਚ ਦਿੰਦਾ, ਉਦੋਂ ਪਤਾ ਚੱਲ ਜਾਂਦਾ ਵੀ ਇਹ ਪ੍ਰॉपर्टी ਚੋਰੀ ਦੀ ਹੈਗੀ ਹੈ। ਪਰ ਜੇ ਕਿਤੇ ਡਾਕਾ ਮਾਰ ਕੇ ਕਿਸੇ ਨੇ ਪ੍ਰॉपर्टी ਅੱਗੇ ਜਾ ਕੇ ਕਿਸੇ ਗੋਲਡ ਦੀ ਦੁਕਾਨ ਤੇ ਡਾਕਾ ਮਾਰਿਆ ਹੋਵੇ, ਅੱਗੇ ਜਾ ਕੇ ਕਿਸੇ ਗੋਲਡ ਦੀ ਦੁਕਾਨ ਤੇ ਉਹ ਪ੍ਰॉपर्टी ਨੂੰ ਸੇਲ ਕਰ ਦੇਵੇ, ਠੀਕ ਹੈ, ਤਾਂ ਇਹੋ ਜਿਹੇ ਕੇਸ ਜਿਹੜਾ ਪਰਚੇਜ਼ਰ ਹੈਗਾ ਉਹਨੂੰ ਜਿਹੜੀ ਹੈਗੀ ਹੈ ਸਜ਼ਾ ਉਮਰ ਕੈਦ ਤੱਕ ਦੀ ਹੋ ਸਕਦੀ ਹੈ, ਜਾਂ ਫਿਰ ਸਖਤ ਸਜ਼ਾ ਹੋ ਸਕਦੀ ਹੈ 10 ਸਾਲ ਤੱਕ ਦੀ, ਤੇ ਨਾਲ ਫਾਈਨ ਵੀ ਕੀਤਾ ਜਾ ਸਕਦਾ ਹੈ। 413 ਹੈਪਚੁਅਲੀ ਡੀਲਿੰਗ ਇਨ ਸਟੋਲਨ ਪ੍ਰॉपर्टी। ਕੋਈ ਵਿਅਕਤੀ ਜਿਹੜਾ ਹੈਪਚੁਅਲੀ ਤੌਰ ਤੇ, ਆਮ ਤੌਰ ਤੇ ਜਿਵੇਂ ਕਹਿੰਦੇ ਨੇ ਵੀ ਡੀਲਿੰਗ ਕਰਦਾ ਹੈਗਾ, ਚੋਰੀ ਦੀਆਂ ਜ਼ਮੀਨਾਂ, ਚੋਰੀ ਦਾ ਪ੍ਰॉपर्टीਆਂ ਹੀ ਖਰੀਦਦਾ ਕਰਦਾ ਹੈ, ਵਾਰ-ਵਾਰ ਹੈਪਚੁਅਲ ਹੈ, ਉਹ ਵਾਰ-ਵਾਰ ਪਕੜਿਆ ਜਾਂਦਾ ਹੈ, ਫੜਿਆ ਜਾਂਦਾ ਹੈ, ਪਰ ਫਿਰ ਵੀ ਆਪਦਾ ਧੰਦਾ ਨਹੀਂ ਛੱਡਦਾ ਹੈਗਾ, ਠੀਕ ਹੈ, ਤਾਂ ਉਸ ਨੂੰ ਜਿਹੜੀ ਸਜ਼ਾ ਹੈਗੀ ਹੈ ਉਮਰ ਕੈਦ ਵੀ ਹੋ ਸਕਦੀ ਹੈ ਉਸ ਵਿਅਕਤੀ ਨੂੰ ਜਿਹੜਾ ਖਰੀਦੋ ਫਰੋਖਤ ਕਰਦਾ ਹੈ, ਖਰੀਦ ਲੈਂਦਾ ਹੈ, ਫਿਰ ਅੱਗੇ ਜਾ ਕੇ ਮਹਿੰਗੀ ਵੇਚ ਦਿੰਦਾ ਹੈ, ਫਿਰ ਖਰੀਦ ਲੈਂਦਾ ਹੈ, ਫਿਰ ਮਹਿੰਗੀ ਵੇਚ ਦਿੰਦਾ ਹੈ, ਪਤਾ ਉਹਨੂੰ ਚੋਰੀ ਦੀ ਪ੍ਰॉपर्टी ਆ ਜਿਵੇਂ ਕੋਈ, ਤਾਂ ਉਸ ਕੇਸ ਦੇ ਵਿੱਚ ਜਿਹੜੀ ਹੈਗੀ ਹੈ ਸਜ਼ਾ ਵਿਦ ਇੰਪ੍ਰਿਜ਼ਨਮੈਂਟ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਤੇ ਨਾਲ ਜੁਰਮਾਨਾ ਵੀ ਹੋ ਸਕਦਾ ਉਸ ਵਿਅਕਤੀ ਨੂੰ ਜਿਹੜਾ ਹੈਪਚੁਅਲੀ ਹੋਵੇ ਇਸ ਕੰਮ ਦੇ ਲਈ। ਨੈਕਸਟ ਹੈ 414 ਅਸਿਸਟਿੰਗ ਇਨ ਕੰਸੀਲਮੈਂਟ ਆਫ ਸਟੋਲਨ ਪ੍ਰॉपर्टी। ਸਟੋਲਨ ਪ੍ਰॉपर्टी ਨੂੰ, ਚੋਰੀ ਕੀਤੀ ਪ੍ਰॉपर्टी ਨੂੰ ਛੁਪਾਉਣ ਦੇ ਵਿੱਚ ਕੋਈ ਮਦਦ ਕਰਦਾ ਹੋਵੇ, ਕੋਈ ਵਿਅਕਤੀ ਕੋਈ ਬੰਦਾ ਚੋਰੀ ਕਰਕੇ ਲੈ ਕੇ ਆਇਆ ਪ੍ਰॉपर्टी, ਉਹਨੂੰ ਕੋਈ ਅੱਗੇ ਅਸਿਸਟ ਕਰੇ, ਉਹਨੂੰ ਛੁਪਾ ਕੇ ਰੱਖਣ ਦੀ ਜਿਹੜੀ ਉਹਦੀ ਹੈਲਪ ਕਰੇ, ਸਹਾਇਤਾ ਕਰੇ, ਤਾਂ ਉਸ ਵਿਅਕਤੀ ਨੂੰ ਜਿਹੜੀ ਸਜ਼ਾ ਹੋ ਸਕਦੀ ਹੈ 3 ਸਾਲ ਤੱਕ ਦੀ, ਤੇ ਨਾਲ ਫਾਈਨ ਹੋ ਸਕਦਾ ਹੈ। ਨੈਕਸਟ ਆ ਗਿਆ ਸੈਕਸ਼ਨ ਸਾਡਾ ਚੀਟਿੰਗ ਦਾ, ਚੀਟਿੰਗ ਧੋਖਾ। ਇਹਦੇ ਵਿੱਚ ਹੀ ਤੁਹਾਡਾ ਆ ਜਾਏਗਾ 420, ਜਿਹੜਾ ਕਿ ਬਹੁਤ ਫੇਮਸ ਸੈਕਸ਼ਨ ਹੈਗੀ ਹੈ, ਠੀਕ ਹੈ, ਇਸੇ ਸੈਕਸ਼ਨ ਦੇ ਵਿੱਚ ਆ ਜਾਂਦੀ ਹੈ ਅੱਗੇ ਚੀਟਿੰਗ। 415 whoever by deceiving any person fraudulently, ਕਿਸੇ ਨੂੰ ਕੋਈ ਬੰਦਾ ਭਰਮਾਉਂਦਾ ਹੈ ਧੋਖੇ ਦੇ ਨਾਲ, ਔਰ ਡਿਸਨੈਸਟੀ ਬੇਈਮਾਨੀ ਦਾ ਇੰਡਿਊਸ ਕਰਦਾ ਹੈ, ਠੀਕ ਹੈ, ਭਰਮਾ ਲੈਂਦਾ ਹੈ, the person so deceived to deliver any property, ਉਹ ਤੋਂ ਭਰਮਾ ਕੇ ਉਸ ਨੂੰ ਧੋਖੇ ਦੇ ਨਾਲ ਉਹਦੀ ਕੋਈ ਨਾ ਕੋਈ ਜਾਇਦਾਦ ਜਿਹੜੀ ਹੈਗੀ ਆ ਉਹ ਉਸ ਤੋਂ ਲੈ ਲੈਂਦਾ ਹੈ। any property to any person or to consent that any person shall retain any property or intentionally induces the person so deceived, ਉਹ ਬੰਦੇ ਨੂੰ ਧੋਖੇ ਦੇ ਵਿੱਚ ਪਾ ਕੇ, ਠੀਕ ਹੈ,
ਧੋਖੇ ਦੇ ਵਿੱਚ ਪਾ ਕੇ, ਡਰਾ ਧਮਕਾ ਕੇ ਨਹੀਂ, ਧੋਖੇ ਵਿੱਚ ਪਾ ਕੇ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ, ਜਿਵੇਂ ਕਹਿੰਦੇ ਗੋਲਡ ਦਿਖਾਇਆ, ਸਸਤਾ ਲੈ ਲਓ, ਠੀਕ ਹੈ, ਅਸਲ ਗੋਲਡ ਤਾਂ ਹੈ ਨਹੀਂ ਸੀ, ਕੋਈ ਹੋਰ ਚੀਜ਼ ਦੇਤੀ, ਪਿੱਤਲ ਦੇ ਗਿਆ, ਪੈਸੇ ਲੈ ਕੇ ਗੋਲਡ ਦੇ ਵੱਟੇ ਅੱਧੇ ਅੱਧੇ ਰੇਟ ਦੇ ਵਿੱਚ, ਇੱਦਾਂ ਦਾ ਇਹਨੂੰ ਅਸੀਂ ਕਹਿੰਦੇ ਆ ਚੀਟਿੰਗ, ਧੋਖਾ। omit to do anything which he would not do or omit it harm to the person, ਉਹਨੂੰ ਨੁਕਸਾਨ ਕਰਦਾ ਹੈ, ਉਹਦੀ ਬਾਡੀ ਨੂੰ, ਉਹਦੇ ਮਾਈਂਡ ਨੂੰ, ਰੈਪੂਟੇਸ਼ਨ ਨੂੰ, ਪ੍ਰੋਪਰਟੀ ਨੂੰ ਨੁਕਸਾਨ ਹੋ ਜਾਂਦਾ ਹੈ, ਤਾਂ ਇਸ ਨੂੰ ਅਸੀਂ ਕੀ ਕਹਿੰਦੇ ਆ, ਚੀਟਿੰਗ ਕਹਿੰਦੇ ਆ। ਕਿਸੇ ਵਿਅਕਤੀ ਦੇ ਨਾਲ ਧੋਖੇ ਦੇ ਨਾਲ ਉਹਦਾ ਕੋਈ ਨੁਕਸਾਨ ਕਰ ਦੇਣਾ, ਉਹਦੀ ਪ੍ਰੋਪਰਟੀ ਦਾ ਨੁਕਸਾਨ ਕਰ ਦੇਣਾ, ਠੀਕ ਹੈ, ਇਹਨੂੰ ਅਸੀਂ ਸਾਰਿਆਂ ਨੂੰ ਪਤਾ ਹੀ ਹੈ, ਸਾਨੂੰ ਵੀ ਚੀਟਿੰਗ ਕੀ ਹੁੰਦੀ ਹੈ। ਗਲਤ ਮਾਰਕਾ ਲਾ ਕੇ ਕੋਈ ਚੀਜ਼ ਵੇਚ ਦੇਣਾ, ਡੁਪਲੀਕੇਟ ਚੀਜ਼ ਕੋਈ ਵੇਚ ਦੇਣਾ, ਮੈਡੀਸਨ 'ਚ ਹੋਵੇ ਚਾਹੇ ਕੁਛ ਹੋਰ ਪ੍ਰੋਪਰਟੀ ਹੋਵੇ, ਗੋਲਡ ਹੋਵੇ, ਗੋਲਡ ਦੀ ਥਾਂ 'ਤੇ ਪਿੱਤਲ ਦੇ ਦੇਣਾ ਕਿਸੇ ਨੂੰ, ਠੀਕ ਹੈ, ਗਲਤ ਸੈਂਪਲ ਦਿਖਾ ਕੇ, ਸੈਂਪਲ ਗਲਤ, ਸੈਂਪਲ ਅਸਲੀ ਦਿਖਾ ਕੇ ਜਦੋਂ ਦੇਣ ਵੇਲੇ ਤਾਂ ਜਿਹੜੀ ਚੀਜ਼ ਕੋਈ ਹੋਰ ਗਲਤ ਦੇਣਾ, ਅਸਲੀ ਸੈਂਪਲ ਦਿਖਾ ਦੇਣਾ, ਦਿਖਾਣਾ ਸੈਂਪਲ ਹੋਰ ਤੇ ਪਰ ਜਿਹੜੀ ਪੈਕਿੰਗ ਹੈ ਉਹਦੇ ਵਿੱਚ ਕੁਝ ਹੋਰ ਹੋਵੇ, ਐਦਾਂ ਕੋਈ ਚੀਜ਼ ਕਿਸੇ ਨੂੰ ਦੇ ਦੇਣਾ, ਇਹ ਧੋਖਾ ਹੈਗਾ, ਠੀਕ ਹੈ। ਚੀਟਿੰਗ ਬਾਈ ਪਰਸੋਨੇਸ਼ਨ, ਚੀਟਿੰਗ ਬਾਈ ਪਰਸੋਨੇਸ਼ਨ ਵੀ ਹੁੰਦੀ ਹੈ ਵੀ ਆਪਦੇ ਆਪ ਨੂੰ ਥਾਣੇਦਾਰ ਸਾਬਤ ਕਰਨਾ, ਆਪਦੇ ਆਪ ਨੂੰ ਕੋਈ ਰੈਵਨਿਊ ਆਫਿਸਰ ਸਾਬਤ ਕਰ ਦੇਣਾ, ਆਪਣੇ ਆਪ ਨੂੰ ਕੋਈ MLA ਸਾਬਤ ਕਰ ਦੇਣਾ, ਕੋਈ ਹੋਰ ਵਿਅਕਤੀ ਸਾਬਤ ਕਰਕੇ ਕਿਸੇ ਬੰਦੇ ਨਾਲ ਧੋਖਾ ਕਰਨਾ, ਦਿਸ ਇਜ਼ ਆਲਸੋ ਚੀਟਿੰਗ, ਪਰਸੋਨੇਸ਼ਨ, ठीक है। A person is said to be cheat by the personation if he cheats by pretending to be some other person or by knowing substituting one person for another, कोई और व्यक्ति बन के आपदे आप कोई और व्यक्ति दस के, इनकम टैक्स अधिकारी दस के, ठीक है, कोई सेल टैक्स का ऑफिसर दस के किसी बंदे नाल धोखा करना, वो तो पैसे लुट के ले जाना, दिस इज चीटिंग। यदि कोई एग्जांपल है ए चीट्स बाय प्रिटेंडिंग टू बी ए सर्टन रिच बैंकर, ਇਹ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਰਿਚ ਬੈਂਕਰ ਹੈਗਾ, ਆਫ ਦਾ ਨੇਮ ਆਫ ਏ ਚੀਟਸ ਬਾਈ ਦਾ ਪਰਸੋਨੇਸ਼ਨ, ਇਸ ਕਰਕੇ ਉਹ ਕਿਸੇ ਵਿਅਕਤੀ ਤੋਂ ਕੋਈ ਪੈਸੇ ਜਮ੍ਹਾਂ ਕਰਵਾ ਲੈਂਦਾ ਆਪਣੇ ਕੋਲੇ, ਠੀਕ ਹੈ, ਇਹ ਹੈਗਾ ਚੀਟਿੰਗ ਬਾਈ ਪਰਸੋਨੇਸ਼ਨ। ਪੁਨਿਸ਼ਮੈਂਟ ਕਿੰਨੀ ਹੋਏਗੀ ਚੀਟਿੰਗ ਦੇ ਵਿੱਚ? 1 ਈਅਰ ਦੀ। ਨੈਕਸਟ ਹੈਗਾ 418, cheating with the knowledge that wrongful loss may ensure to the person who interest offender is bound to protect, cheating with the knowledge, जानते हुए किसी ने धोखा करना, that wrongful loss may ensure to the person whose interest offender is bound to protect, कोई बंदा interest offender is bound to protect, ensure to the person whose interest offender is bound to protect, cheating with the knowledge that wrongful loss may ensure to the person, किसी व्यक्ति का नुकसान कर देना जी धोखे दे नाल, whose interest ये होवे offender is bound to protect, उन्हें किसी offender ਨੂੰ ਉਹਦੀ ਆਪਦੀ ਜ਼ਿੰਮੇਵਾਰੀ ਬਣਦੀ ਹੋਵੇ ਕਿਸੇ ਚੀਜ਼ ਨੂੰ ਸੰਭਾਲ ਕੇ ਰੱਖਣਾ, ਠੀਕ ਹੈ, ਤਾਂ ਉਹਦੇ ਜਿਹੜੀ ਸਜ਼ਾ ਹੈਗੀ ਹੈ 3 ਸਾਲ ਤੱਕ ਦੀ ਹੋ ਜਾਂਦੀ ਹੈ। ਭੇਸ ਬਦਲ ਕੇ, ਜੇ ਕੋਈ ਭੇਸ ਬਦਲ ਕੇ ਚੀਟਿੰਗ ਕਰਦਾ ਕਿਸੇ ਨਾਲ ਤਾਂ ਜਿਹੜੀ ਸਜ਼ਾ 3 ਸਾਲ ਦੀ ਹੁੰਦੀ ਹੈ। 419 ਦੇ ਵਿੱਚ ਇਹ ਆ ਗਿਆ 420, ਜਿਹੜਾ ਕਿ ਫੇਮਸ ਸੈਕਸ਼ਨ ਹੈਗਾ, ਜਿਹੜਾ ਕਿ ਆਮ ਤੌਰ ਤੇ ਲਗਾਇਆ ਜਾਂਦਾ ਹੈ ਆਮ ਜਿਹੜੀਆਂ ਪੁਲਿਸ ਦੀਆਂ FIRs ਹੁੰਦੀਆਂ ਨੇ, ਠੀਕ ਹੈ, ਉਹ 'ਚ 420 ਕਿਸੇ ਨਾਲ ਕੋਈ ਧੋਖਾਧੜੀ ਕਰਦਾ ਹੈਗਾ, ਕਿਸੇ ਨਾਲ ਕੋਈ ਕਿਸੇ ਤਰੀਕੇ ਨਾਲ ਕੋਈ ਵੈਲ ਪ੍ਰੋਪਰਟੀ ਵੇਚਦਾ ਖਾਂਦਾ ਹੈ, ਸੇਲ ਕੋਈ ਹੋਰ ਕਰਦਾ ਹੈ, ਇੱਦਾਂ ਦਾ ਕੋਈ ਧੋਖਾਧੜੀ ਕਿਸੇ ਨਾਲ ਕੋਈ ਰਿਕਾਰਡ ਦੇ ਨਾਲ ਕਰਦਾ ਹੈ, ਕੋਈ ਕਿਸੇ ਨਾਲ ਕਰਦਾ ਹੈਗਾ, ਠੀਕ ਹੈ, ਉਹਦੇ ਜਿਹੜਾ ਸੈਕਸ਼ਨ 420 ਹੈਗਾ ਇੱਕ ਆਮ ਫੇਮਸ ਹੈ, ਹਰ ਅਨਪੜ੍ਹ ਵਿਅਕਤੀ ਨੂੰ ਵੀ ਪਤਾ ਹੈਗਾ। 420 ਦੇ ਬਾਰੇ ਸਾਡੇ ਸਮਾਜ ਦੇ ਵਿੱਚ ਇਹ ਜਿਹੜਾ ਸੈਕਸ਼ਨ ਹੈਗਾ ਇਹ ਹਰ ਇੱਕ ਵਿਅਕਤੀ ਨੂੰ ਇਹਦੇ ਬਾਰੇ ਜਾਣਕਾਰੀ ਹੈਗੀ। ਚੀਟਿੰਗ ਐਂਡ ਡਿਸਓਨੈਸਟਲੀ ਇੰਡਿਊਸਿੰਗ ਡਿਲੀਵਰੀ ਆਫ ਦਾ ਪ੍ਰੋਪਰਟੀ, ਕਿਸੇ ਨੂੰ ਧੋਖਾ ਦੇ ਕੇ ਬੇਈਮਾਨੀ ਦੇ ਨਾਲ, ਠੀਕ ਹੈ, ਉਹਦੀ ਜਿਹੜੀ ਜਾਇਦਾਦ ਹੈ ਉਹ ਲੁੱਟ ਲੈਣਾ, ਧੋਖੇ ਦੇ ਨਾਲ ਸਾਈਨ ਸੂਨ ਕਰਵਾ ਲੈਣਾ, ਠੀਕ ਹੈ, ਵੈਲਿਊਏਬਲ ਸਿਕਿਉਰਿਟੀ or anything which is signed or sealed and which is capable of being converted into a valuable security, कोई रजिस्ट्री जाली बना लेना, कोई करारनामा जाली बना लेना, कोई उपर नोट जाली बना लेना, ठीक है, ऐदा किसी नाल होर ना धोखा करना, उन्होंने की कहने किसी जायदाद लुट्टण की खातर,
ਕਿਸੇ ਦੀ ਜਾਇਦਾਦ ਹੜੱਪਣ ਦੀ ਖਾਤਰ, ਤਾਂ ਜਿਹੜੀ ਸਜ਼ਾ ਹੈਗੀ ਹੈ 420 ਦੇ ਵਿੱਚ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। 420 ਦੇ ਵਿੱਚ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਠੀਕ ਹੈ। 421 dishonest or fraudulent removal or concealment of the property to prevent distribution among the creditors। ਕੋਈ ਵਿਅਕਤੀ ਹੈਗਾ, ਉਹਦੀ ਕੋਈ ਪ੍ਰਾਪਰਟੀ ਹੈ, ਠੀਕ ਹੈ, ਕਰਜ਼ਾ ਦੇਣ ਵਾਲਿਆਂ ਦੇ ਵਿੱਚ ਵੰਡੀ ਜਾਣੀ ਹੈ, ਬੰਦਾ ਕਰਜ਼ਈ ਹੋ ਗਿਆ ਕੋਈ, ਉਹਦੀ ਬੋਲੀ ਹੋਣੀ ਹੈ, ਆਕਸ਼ਨ ਹੋਣੀ ਹੈ, ਠੀਕ ਹੈ, ਕੋਰਟ ਵੱਲੋਂ ਕੋਈ ਆਰਡਰ ਆ ਗਿਆ ਵੀ ਉਹਦੀ ਪ੍ਰਾਪਰਟੀ ਨੂੰ ਵੇਚ ਕੇ ਲੋਕਾਂ ਨੂੰ ਪੈਸੇ ਦਿਓ, ਤਾਂ ਕੀ ਕਰਦਾ ਉਹ dishonest or fraudulently removal ਔਰ ਕੰਸੀਲਮੈਂਟ ਆਫ ਦਾ ਪ੍ਰਾਪਰਟੀ, ਉਹ ਪ੍ਰਾਪਰਟੀ ਨੂੰ ਛੁਪਾ ਲੈਂਦਾ ਕਿਤੇ, ਕਿਸ ਮਕਸਦ ਲਈ ਛੁਪਾ ਲੈਂਦਾ ਵੀ ਤਾਂ ਕਿ ਜਿਹੜੀ ਉਹਦੇ ਜਿਹੜੇ ਉਹਨੂੰ ਕਰਜ਼ਾ ਦੇਣ ਵਾਲੇ ਲੋਕ ਹੈਗੇ ਆ ਉਹਨਾਂ ਵਿੱਚ ਵੰਡੀ ਨਾ ਜਾ ਸਕੇ ਵੇਚ ਕੇ। ਤਾਂ ਇੱਥੇ ਕੀ ਹੈਗਾ, ਜਿਹੜੀ ਸਜ਼ਾ ਹੈਗੀ ਆ ਉਸ ਵਿਅਕਤੀ ਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਸੈਕਸ਼ਨ 422 dishonestly or fraudulently preventing debt being available for creditors। ਕਿਸ ਦਾ ਕਰਜ਼ਾ ਦੇਣਾ ਹੈ, ਠੀਕ ਹੈ, ਬੇਈਮਾਨੀ ਦੇ ਨਾਲ, ਬੇਈਮਾਨੀ ਦੇ ਨਾਲ, dishonestly fraudulently preventing debt being available for the creditors, ਆਪਦੇ ਕਰਜ਼ੇ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਆਪਦੀ ਪ੍ਰਾਪਰਟੀ ਨੂੰ, ਜਾਇਦਾਦ ਨੂੰ ਛੁਪਾ ਲੈਣਾ ਤਾਂ ਕਿ ਜਿਹੜਾ ਕਰਜ਼ਾ ਹੈਗਾ ਮੋੜਿਆ ਨਾ ਜਾਵੇ, ਠੀਕ ਹੈ, ਤਾਂ ਉਹਦੇ ਵਿੱਚ ਵੀ ਜਿਹੜੀ ਸਜ਼ਾ ਹੈਗੀ ਹੈ 2 ਸਾਲ ਤੱਕ ਦੀ ਹੋ ਸਕਦੀ ਹੈ। ਫਿਰ ਹੈ 423 dishonestly or fraudulently execution of deed of transfer containing false statement of the consideration। ਧੋਖੇ ਦੇ ਨਾਲ, ਬੇਈਮਾਨੀ ਦੇ ਨਾਲ ਕੋਈ ਡੀਡ ਐਗਜ਼ੀਕਿਊਟ ਕਰ ਦੇਣਾ, ਟ੍ਰਾਂਸਫਰ ਕੰਟੇਨਿੰਗ ਫਾਲਸ ਸਟੇਟਮੈਂਟ ਦੇ ਕੇ, ਠੀਕ ਹੈ, ਆਫ ਕੰਸੀਡਰੇਸ਼ਨ, ਜਿਹਦੇ 'ਚ ਜਿਹੜੀ ਅਮਾਊਂਟ ਸੰਬੰਧੀ ਫਾਲਸ ਸਟੇਟਮੈਂਟ ਦਿੱਤੀ ਗਈ ਹੋਵੇ, ਤਾਂ ਉਹਦੇ 'ਚ ਸਜ਼ਾ ਹੈਗੀ ਹੈ 2 ਸਾਲ ਤੱਕ ਦੀ ਹੋ ਸਕਦੀ ਹੈ। 424 dishonest or fraudulent removal or concealment of the property। ਇਹ ਵੀ ਸੈਕਸ਼ਨ ਉਹੀ ਆ ਗਿਆ ਦੁਬਾਰਾ, ਫਿਰ ਉਹਦੇ ਨਾਲ ਮਿਲਦਾ ਜੁਲਦਾ ਹੈਗਾ। 424 dishonest ਬੇਈਮਾਨੀ, ਧੋਖੇ ਦੇ ਨਾਲ, ਰਿਮੂਵਲ ਔਰ ਕੰਸੀਲਮੈਂਟ ਆਫ ਦਾ ਪ੍ਰਾਪਰਟੀ, ਆਪਦੀ ਪ੍ਰਾਪਰਟੀ ਨੂੰ ਕਿਤੋਂ ਹਟਾ ਲੈਣਾ ਫਿਰ ਉਹਨੂੰ ਛੁਪਾ ਲੈਣਾ, ਠੀਕ ਹੈ, ਇਹਦੇ ਵਿੱਚ ਜਿਹੜੀ ਹੈਗੀ ਸਜ਼ਾ 2 ਸਾਲ ਤੱਕ ਦੀ ਹੈ। ਨੈਕਸਟ ਹੈ 425 ਮਿਸਚੀਫ ਹੁੰਦਾ ਗਲਤ ਕੰਮ ਕਰਨਾ। ਮਿਸਚੀਫ ਦੀ ਇਹ ਡੈਫੀਨੇਸ਼ਨ ਹੈਗੀ ਹੈ, whoever with the intent to cause or knowing that is likely to cause wrongful loss or damage, ਕਿਸੇ ਦੂਜੇ ਵਿਅਕਤੀ ਦਾ ਨੁਕਸਾਨ ਕਰਨਾ, ਕਿਸੇ ਦਾ ਨੱਕਾ ਵੱਢ ਦੇਣਾ, ਨਹਿਰ ਤੋੜ ਦੇਣਾ ਤਾਂ ਦੀ ਫਸਲ ਮਰ ਜਾਵੇ ਸਾਰੀ, ਠੀਕ ਹੈ, ਇੱਦਾਂ ਦਾ ਕੋਈ ਨਾ ਕੋਈ ਐਕਟ ਕਮਿਟ ਕਰਨਾ ਕਿਸੇ ਵਿਅਕਤੀ ਵੱਲੋਂ ਦੂਜੇ ਦਾ ਨੁਕਸਾਨ ਕਰਨ ਦੀ ਖਾਤਰ, that is called mischief। wrongful loss, ਕਿਸੇ ਵਿਅਕਤੀ ਦਾ ਲਾਸ ਕਰਨਾ wrongful ਗਲਤ ਤਰੀਕੇ ਦੇ ਨਾਲ, ਔਰ ਡੈਮੇਜ ਟੂ ਦਾ ਪਬਲਿਕ, ਆਮ ਜਨਤਾ ਦੇ ਲਈ ਨੁਕਸਾਨ ਕਰ ਦੇਣਾ, ਠੀਕ ਹੈ। ਆਮ ਜਨਤਾ ਲਈ ਨੁਕਸਾਨ ਕਿਵੇਂ ਹੋਏਗਾ, ਕੋਈ ਸੜਕ ਤੋੜ ਦੇਣਾ, ਠੀਕ ਹੈ, ਕੋਈ ਨਹਿਰ ਵੱਢ ਦੇਣਾ ਤਾਂ ਕਿ ਸਾਰੇ ਲੋਕਾਂ ਦਾ ਨੁਕਸਾਨ ਹੋ ਜਾਵੇ, ਪਾਣੀ ਭਰ ਜਾਵੇ ਲੋਕਾਂ ਦੇ ਘਰਾਂ ਦੇ ਵਿੱਚ, ਔਰ ਟੂ ਐਨੀ ਪਰਸਨ, ਕਿਸੇ ਵਿਅਕਤੀ ਦੇ ਲਈ ਨੁਕਸਾਨ ਕ੍ਰੀਏਟ ਕਰ ਦੇਣਾ, ਕਾਜ਼ਸ ਦਾ ਡਿਸਟਰਕਸ਼ਨ ਆਫ ਐਨੀ ਪ੍ਰਾਪਰਟੀ, ਜਾਂ ਕੋਈ ਪ੍ਰਾਪਰਟੀ ਦਾ ਨੁਕਸਾਨ ਕਰ ਦੇਣਾ ਕਿਸੇ ਦਾ, ਔਰ ਐਨੀ ਸੱਚ ਚੇਂਜ ਇਨ ਐਨੀ ਪ੍ਰਾਪਰਟੀ, ਕਿਸੇ ਪ੍ਰਾਪਰਟੀ ਦਾ ਉਹਦੇ ਵਿੱਚ ਕੋਈ ਨਾ ਕੋਈ ਤਬਦੀਲੀ ਆ ਜਾਵੇ, ਢਾਹ ਢੂਹ ਦਿੱਤੀ ਜਾਵੇ, ਕੋਈ ਕਿਸੇ ਖੇਤ ਦੇ ਵਿੱਚ ਕੋਈ ਅੱਗ ਲਗਾ ਦੇਣਾ ਜਿਵੇਂ, ਠੀਕ ਹੈ, ਔਰ ਇਨ ਦਾ ਸਿਚੁਏਸ਼ਨ ਦੇਅਰ ਆਫ ਐਜ਼ ਡਿਸਟਰੋਇਜ਼ ਔਰ ਡਿਮਿਨਿਸ਼ਿਜ਼ ਦਾ ਵੈਲਿਊ। ਮੇਨ ਮਕਸਦ ਇਹ ਹੈ ਵੀ ਕੋਈ ਨੁਕਸਾਨ ਹੋ ਜੇ, ਡਿਸਟਰੋਏ ਹੋ ਜੇ, ਜਾਂ ਉਹਦੀ ਕੋਈ ਪ੍ਰਾਪਰਟੀ ਦੀ ਵੈਲਿਊ ਘੱਟ ਜਾਵੇ, ਉਹ ਯੂਟਿਲਿਟੀ ਦੇ ਯੋਗ ਨਾ ਰਹੇ, ਉਹਦੀ ਵੈਲਿਊ ਘੱਟ ਜਾਵੇ, ਔਰ ਅਫੈਕਟਸ ਇਟ ਇੰਜੀਰੀਅਸਲੀ ਕਮਿਟਸ ਦਾ ਮਿਸਚੀਫ, ਤਾਂ ਇਸ ਨੂੰ ਕੀ ਕਹਾਂਗੇ, ਕਿਸੇ ਨੂੰ ਨੁਕਸਾਨ ਕਰਨਾ, ਆਮ ਪਬਲਿਕ ਨੂੰ ਨੁਕਸਾਨ ਕਰਨਾ, ਕਿਸੇ ਦੀ ਪ੍ਰਾਪਰਟੀ ਨੂੰ ਨੁਕਸਾਨ ਕਰ ਦੇਣਾ ਜਾਣਬੁੱਝ ਕੇ, ਠੀਕ ਹੈ, ਇਹਨੂੰ ਅਸੀਂ ਮਿਸਚੀਫ ਦੀ ਡੈਫੀਨੇਸ਼ਨ ਲੈਂਦੇ ਹਾਂ। ਮਿਸਚੀਫ ਕਿਵੇਂ, ਐਗਜ਼ਾਮਪਲ ਪੜ੍ਹੋ, A voluntarily burns a valuable security belonging to Z। valuable security ਕੀ ਮਤਲਬ, ਕੋਈ ਨਾ ਕੋਈ ਉਹਦੀ ਕੋਈ ਰਸੀਦ ਹੈ ਜਾਂ ਕੋਈ ਦਾ ਕੋਈ ਇੰਸਟਰੂਮੈਂਟ ਹੈ, ਕੋਈ ਡਾਕੂਮੈਂਟ ਹੈਗਾ, ਠੀਕ ਹੈ, ਉਹਨੂੰ ਜਲਾ ਦਿੰਦਾ ਹੈ। A voluntarily burns a valuable security belonging to Z intending to cause wrongful loss। ਕਾਰਨ ਕੀ ਹੈ, ਉਹਦੇ ਮਨ ਦੇ ਵਿੱਚ ਇਰਾਦਾ ਹੈਗਾ ਵੀ ਇਹਦੇ ਨਾਲ ਜਿਹੜਾ ਹੈਗਾ Z ਦਾ ਲਾਸ ਹੋਏਗਾ। He has committed mischief, ਇੱਥੇ ਕੀ ਹੈ, ਉਸਨੇ ਮਿਸਚੀਫ ਕਮਿਟ ਕੀਤਾ ਹੈਗਾ। ਇਹ ਐਗਜ਼ਾਮਪਲ ਹੋ ਰਿਹਾ, A introduces water into an ice house, ਕੋਈ ਆਈਸ ਹਾਊਸ ਬਣਿਆ ਹੋਇਆ ਹੈਗਾ Z ਦਾ,
ठीक है, ਉਹਦੇ 'ਚ ਪਾਣੀ ਛੱਡ ਦਿੰਦਾ ਹੈ ਤਾਂ ਕਿ ਜਿਹੜੀ ਆਈਸ ਹੈ ਸਾਰੀ ਮੈਲਟ ਹੋ ਜਾਵੇ। ਠੀਕ ਹੈ, ਉਹਦੇ ਨਾਲ ਕੀ ਹੈ ਨੁਕਸਾਨ ਹੁੰਦਾ ਜੈਟ ਦਾ। ਇਹ ਹੈਜ਼ ਕਮਿਟਡ ਮਿਸਚੀਫ, ਇਹਨੂੰ ਅਸੀਂ ਮਿਸਚੀਫ ਕਹਿੰਦੇ ਆ। ਫਿਰ ਇੱਕ ਹੋਰ ਐਗਜ਼ਾਮਪਲ ਦੇਖ ਲਓ, ਇਹ ਵਿਲੈਂਟਲੀ ਥਰੋਜ਼ ਇਨਟੂ ਅ ਰਿਵਰ ਇਹ ਰਿੰਗ ਬਿਲੋਂਗਿੰਗ ਟੂ ਜੈਟ, ਜੈਟ ਦੀ ਕੋਈ ਰਿੰਗ ਹੈਗੀ ਉਹਦੇ ਵਿੱਚ ਦਰਿਆ ਸੁੱਟ ਦਿੰਦਾ ਤਾਂ ਕਿ ਉਹਦਾ ਨੁਕਸਾਨ ਹੋ ਜਾਵੇ ਕਿਸੇ ਨਾ ਕਿਸੇ ਧੋਖੇ ਦੇ ਨਾਲ, ਇਰਾਦੇ ਨਾਲ, ਗਲਤ ਇੰਟੈਂਸ਼ਨ ਦੇ ਨਾਲ, ਕਾਜ਼ਿੰਗ ਰੌਂਗਫੁਲ ਲਾਸ ਟੂ ਜੈਟ ਇਹ ਹੈਜ਼ ਕਮਿਟਡ ਮਿਸਚੀਫ। ਇਹਨੂੰ ਅਸੀਂ ਮਿਸਚੀਫ ਕਹਿੰਦੇ ਆ। ਪਨਿਸ਼ਮੈਂਟ ਕਿੰਨੀ ਹੁੰਦੀ ਹੈ ਮਿਸਚੀਫ ਦੇ ਵਿੱਚ? 3 ਮਹੀਨੇ ਤੱਕ ਦੀ ਜਿਹੜੀ ਸਜ਼ਾ ਹੋ ਸਕਦੀ ਹੈ, ਕਿਉਂਕਿ ਉਹਨੂੰ ਆਪਦਾ ਕੋਈ ਬੈਨੀਫਿਟ ਨਹੀਂ ਹੋਇਆ, ਦੂਜੇ ਦਾ ਨੁਕਸਾਨ ਜ਼ਰੂਰ ਕਰ ਦਿੱਤਾ। ਮਿਸਚੀਫ 'ਚ ਫਰਕ ਇੰਨਾ ਹੀ ਹੈਗਾ। ਮਿਸਚੀਫ ਜਦੋਂ ਕੋਈ ਬੰਦਾ ਕਮਿਟ ਕਰਦਾ ਹੈ ਤਾਂ ਡਿਫਰੈਂਸ ਕੀ ਹੈ? ਆਪਾਂ ਕਹਿੰਦੇ ਵੀ ਪਹਿਲਾਂ ਉਹ 'ਚ ਰੋਬਰੀ ਹੈ, ਡਕੈਤੀ ਹੈ, ਚੋਰੀ ਹੈ, ਉਹ 'ਚ ਮਿਸਚੀਫ 'ਚ ਕੀ ਡਿਫਰੈਂਸ ਹੈ? ਮਿਸਚੀਫ 'ਚ ਫਰਕ ਇਹ ਹੈਗਾ ਵੀ ਇਹਦੇ ਵਿੱਚ ਜਿਹੜਾ ਬੰਦਾ ਮਿਸਚੀਫ ਕਮਿਟ ਕਰਦਾ ਹੈ ਉਹਨੂੰ ਆਪਦਾ ਕੋਈ ਬੈਨੀਫਿਟ ਨਹੀਂ ਹੁੰਦਾ, ਉਹ ਦੂਜੇ ਨੂੰ ਨੁਕਸਾਨ ਕਰਨ ਦੀ ਖਾਤਰ ਹੀ ਕਰਦਾ ਹੈ। ਯਾਨੀ ਕਿ ਆਪਾਂ ਗੱਲ ਕਰ ਲਈਏ ਜੈਲਸੀ, ਕਿਸੇ ਨਾਲ ਜਦੋਂ ਕੋਈ ਬੰਦਾ ਜੈਲਸੀ ਕਰਦਾ ਹੈ ਤਾਂ ਉਹਦਾ ਕੋਈ ਨੁਕਸਾਨ ਕਰਦਾ ਹੈ, ਇਟ ਇਜ਼ ਕਾਲਡ ਮਿਸਚੀਫ। 427 ਮਿਸਚੀਫ ਕਾਜ਼ਿੰਗ ਡੈਮੇਜ ਟੂ ਦਾ ਅਮਾਉਂਟ ਆਫ 50 ਰੁਪੀਜ਼। ਜਿੱਥੇ ਕਹਿੰਦਾ ਕਿਸੇ ਨੂੰ ਮਿਸਚੀਫ ਕਰਕੇ, ਕਿਸੇ ਦੀ ਮਿਸਚੀਫ ਕਮਿਟ ਕਰਨ ਦੇ ਨਾਲ ਦੂਜੇ ਦਾ ਬੰਦਾ ਨੁਕਸਾਨ ਕਰਦਾ 50 ਰੁਪਏ ਤੱਕ ਦਾ ਵੀ ਹੋ ਜਾਂਦਾ ਹੈ। ਠੀਕ ਹੈ, ਤਾਂ ਜਿਹੜਾ ਫਾਈਨ ਹੈਗਾ ਉਸ ਨੂੰ ਕਿੰਨੀ ਸਜ਼ਾ ਹੋ ਸਕਦੀ ਹੈ? 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਉਸ ਵਿਅਕਤੀ ਨੂੰ ਫਾਈਨ ਵੀ ਹੋ ਸਕਦਾ ਹੈ, ਮਿਸਚੀਫ ਕਮਿਟ ਕਰਨ ਵਾਲੇ ਵਿਅਕਤੀ ਨੂੰ। 428 ਮਿਸਚੀਫ ਬਾਈ ਕਿਲਿੰਗ ਔਰ ਮੇਮਿੰਗ ਐਨੀਮਲ, ਕਿਸੇ ਦਾ ਜਾਨਵਰ ਨੂੰ ਮਾਰ ਦੇਣਾ, ਕਿਸੇ ਜਾਨਵਰ ਨੂੰ ਲੰਗੜਾ ਕਰ ਦੇਣਾ, ਮੇਮਿੰਗ ਕਰ ਦੇਣਾ। ਠੀਕ ਹੈ, ਵੈਲਿਊ ਆਫ 10 ਰੁਪੀਜ਼, ਜਿਹਦੀ ਵੈਲਿਊ ਘੱਟੋ ਘੱਟ 10 ਰੁਪਏ ਹੋਵੇ। ਕਿਲਿੰਗ, ਪੋਇਜ਼ਨਿੰਗ, ਮੇਮਿੰਗ, ਰੈਂਡਰਿੰਗ ਯੂਜ਼ਲੈਸ ਐਨੀ ਐਨੀਮਲ ਆਫ ਦਾ ਵੈਲਿਊ ਆਫ 10 ਰੁਪੀਜ਼, 10 ਰੁਪਏ ਤੱਕ ਦੀ ਵੈਲਿਊ ਦੇ ਕਿਸੇ ਡੰਗਰ ਨੂੰ, ਕਿਸੇ ਪਸ਼ੂ ਨੂੰ ਜ਼ਹਿਰ ਦੇ ਦੇਵੇ, ਲੰਗੜਾ ਕਰ ਦੇਵੇ, ਲੱਤ ਵਗੈਰਾ ਕੱਟ ਦੇਵੇ ਉਹਦੀ ਤੇ ਉਹਨੂੰ ਮਾਰ ਦੇਵੇ ਜਾਂ ਪਰ ਚਾਂਸ, ਤਾਂ ਜਿਹੜੀ ਸਜ਼ਾ ਹੈਗੀ ਹੈ 2 ਸਾਲ ਤੱਕ ਦੀ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ। 429 ਮਿਸਚੀਫ ਬਾਈ ਕਿਲਿੰਗ ਔਰ ਮੇਮਿੰਗ ਕੈਟਲ, ਕੋਈ ਪਸ਼ੂ ਹੈ, ਐਲੀਫੈਂਟ ਹੈ, ਠੀਕ ਹੈ, ਕੈਮਲ ਹੈ, ਹਾਰਸ ਹੈ, ਮਿਊਲ ਹੈ, ਬਫੈਲੋ ਹੈ, ਬੁਲ ਹੈ, ਕਾਓ ਹੈ, ਵਾਟ ਐਵਰ ਮੇ ਬੀ ਦਾ ਵੈਲਿਊ, ਉਹਦੀ ਉਮਰ ਉਹਦੀ ਕਿੰਨੀ ਵੈਲਿਊ ਜਿੰਨੀ ਮਰਜ਼ੀ ਹੋਵੇ। ਠੀਕ ਹੈ, ਪਰ ਜਿੱਥੇ ਤੱਕ ਇਹ ਜਾਨਵਰਾਂ ਦੀ ਗੱਲ ਆ ਗਈ, ਐਲੀਫੈਂਟ, ਕੈਮਲ ਵਗੈਰਾ, ਠੀਕ ਹੈ, ਇੱਥੇ ਜਿਹੜੀ ਸਜ਼ਾ ਹੈਗੀ ਆ ਉਸ ਵਿਅਕਤੀ ਨੂੰ ਵੱਧ ਕੇ ਮਿਸਚੀਫ ਕਮਿਟ ਕਰਨ ਵਾਲੇ ਵਿਅਕਤੀ ਨੂੰ, ਜੇ ਕੋਈ ਉਸਨੂੰ ਪਾਇਜ਼ਨ ਦੇ ਕੇ ਮਾਰ ਦਿੰਦਾ ਹੈ, ਉਹਦੀ ਲੱਤ ਬਾਂਹ ਕੱਟ ਦਿੰਦਾ ਹੈ, ਕੋਈ ਕਿਸੇ ਪਸ਼ੂ ਦੀ ਲੱਤ ਤੋੜ ਦਿੰਦਾ ਹੈ, ਠੀਕ ਹੈ, ਤਾਂ ਜਿਹੜੀ ਸਜ਼ਾ ਹੈਗੀ ਆ ਮਿਸਚੀਫ ਕਮਿਟ ਕਰਨ ਵਾਲੇ ਵਿਅਕਤੀ ਨੂੰ 5 ਸਾਲ ਤੱਕ ਦੀ ਹੋ ਸਕਦੀ ਹੈ। ਮਿਸਚੀਫ ਬਾਈ ਇੰਜਰੀ ਟੂ ਵਰਕਸ ਆਫ ਇਰੀਗੇਸ਼ਨ, ਕੋਈ ਵਰਕਸ ਆਫ ਇਰੀਗੇਸ਼ਨ ਹੈ, ਕੋਈ ਪਾਣੀ ਦਾ ਖਾਲ ਹੈਗਾ, ਕੋਈ ਨਹਿਰ ਹੈਗੀ ਹੈ, ਉਹਦਾ ਕੋਈ ਨੁਕਸਾਨ ਕਰਦਾ ਹੈ, ਔਰ ਬਾਈ ਰੌਂਗਫੁਲੀ ਡਾਈਵਰਟਿੰਗ ਵਾਟਰ, ਜਾਂ ਪਾਣੀ ਦਾ ਨੱਕਾ ਮੋੜ ਕੇ ਕਿਸੇ ਪਾਸੇ ਹੋਰ ਚਲਾ ਦਿੰਦਾ ਹੈ, ਪਾਣੀ ਦੀ ਡਾਇਰੈਕਸ਼ਨ ਚੇਂਜ ਕਰ ਦਿੰਦਾ ਹੈ। ਠੀਕ ਹੈ, ਤਾਂ ਵੀ ਜਿਹੜੀ ਸਜ਼ਾ ਹੈਗੀ ਹੈ ਉਸ ਵਿਅਕਤੀ ਨੂੰ ਇਹਦੇ ਵਿੱਚ ਨਾਲ ਹੀ ਹੈਗਾ ਡਿਮੀਨਿਸ਼ਨ of the supply of water for the agriculture purpose or for the food or drink for the human being or for the animals। ਜਿਹਦੀ ਵਾਟਰ ਸਪਲਾਈ ਸੀ ਉਹ ਵਰਤੀ ਜਾ ਰਹੀ ਸੀਗੀ ਐਗਰੀਕਲਚਰ ਦੇ ਮਕਸਦ ਲਈ, ਜਾਂ ਡਰਿੰਕਿੰਗ ਵਾਟਰ ਦੇ ਲਈ, ਜਾਂ ਐਨੀਮਲਸ ਦੇ ਲਈ, ਜਾਂ ਹਿਊਮਨਸ ਲਈ, ਔਰ ਫॉर द ਕਲੀਨਿੰਗਨੈਸ ਔਰ ਫॉर ਕੇਅਰਿੰਗ ਆਫ ਐਨੀ ਮੈਨੂਫੈਕਚਰਿੰਗ, ਕਿਸੇ ਇੰਡਸਟਰੀ ਵਗੈਰਾ ਦੇ ਲਈ ਯੂਜ਼ ਕੀਤੀ ਜਾ ਰਹੀ ਸੀਗੀ। ਤੇ ਫਿਰ ਬੰਦਾ ਕੋਈ ਉਸ ਦੇ ਨਾਲ ਉਸ ਨੂੰ ਤੋੜ ਫੋੜ ਕਰਦਾ ਹੈ ਉਸ ਪਾਣੀ ਦੇ ਸੋਰਸ ਨੂੰ, ਤਾਂ ਉਹਦੀ ਜਿਹੜੀ ਸਜ਼ਾ ਹੈਗੀ ਹੈ ਟੂ 5 years ਔਰ ਵਿਦ ਫਾਈਨ, 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਨੈਕਸਟ ਹੈ 431 ਮਿਸਚੀਫ ਬਾਈ ਇੰਜਰੀ ਟੂ ਪਬਲਿਕ ਰੋਡ, ਬ੍ਰਿਜ, ਰਿਵਰ, ਚੈਨਲ, ਕੋਈ ਸੜਕ ਹੈ, ਪਬਲਿਕ ਸੜਕ ਹੈ, ਠੀਕ ਹੈ, ਕੋਈ ਪੁਲ ਹੈ ਸਰਕਾਰੀ, ਕੋਈ ਰਿਵਰ ਹੈ, ਔਰ ਚੈਨਲ ਹੈ, ਕੋਈ ਵਾਟਰ ਚੈਨਲ ਹੈਗਾ, ਉਹਦੇ ਨਾਲ ਵੀ ਕੋਈ ਇੱਦਾਂ ਦਾ ਜਿਹੜਾ ਹੈਗਾ ਮਤਲਬ ਕਿ ਮਿਸਚੀਫ ਕਮਿਟ ਕਰਦਾ, ਉਹਨੂੰ ਤੋੜ ਫੋੜ ਕਰਦਾ ਕੋਈ ਕਿਸੇ ਤਰੀਕੇ ਦੇ ਨਾਲ, ਠੀਕ ਹੈ, ਉਹਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ 5 ਸਾਲ ਤੱਕ ਦੀ ਹੋ ਸਕਦੀ ਹੈ। ਨੈਕਸਟ ਹੈ 432 ਮਿਸਚੀਫ ਬਾਈ ਕਾਜ਼ਿੰਗ ਇੰਡੈਂਟੇਸ਼ਨ ਔਰ obstruction to the public drainage attended with damage, ਕੋਈ ਪਬਲਿਕ ਜਿਹੜੀ ਡਰੇਨੇਜ ਸਿਸਟਮ ਹੈਗਾ ਉਹਦੇ ਵਿੱਚ ਕੋਈ ਨੁਕਸਾਨ ਕਰਦਾ ਉਸਨੂੰ, ਉਹਦੇ ਵਿੱਚ ਵੀ ਸੇਮ ਸਜ਼ਾ ਹੈਗੀ ਹੈ 5 ਸਾਲ ਤੱਕ ਦੀ ਹੋ ਸਕਦੀ ਹੈ। ਮਿਸਚੀਫ 433 ਮਿਸਚੀਫ ਬਾਈ ਡਿਸਟਰੋਇੰਗ, ਮੂਵਿੰਗ ਔਰ ਰੈਂਡਰਿੰਗ ਲੈਸ ਯੂਜ਼ਫੁਲ ਅ ਲਾਈਟ ਹਾਊਸ ਔਰ ਸੀ ਮਾਰਕ। ਸਮੁੰਦਰਾਂ ਦੇ ਵਿੱਚ ਕੀ ਹੁੰਦੇ ਨੇ, ਲਾਈਟ ਹਾਊਸ ਬਣੇ ਹੁੰਦੇ ਨੇ, ਡਾਇਰੈਕਸ਼ਨ ਦੇਣ ਦੇ ਲਈ ਸ਼ਿਪਾਂ ਨੇ ਕਿਵੇਂ ਜਾਣਾ, ਕਿੱਧਰ ਦੀ ਜਾਣਾ ਹੈ, ਉਹਦਾ ਰਸਤਾ ਦਿਖਾਇਆ ਗਿਆ ਹੁੰਦਾ ਹੈਗਾ। ਠੀਕ ਹੈ, ਉਸ ਮਾਰਕ ਨੂੰ, ਉਸ ਲਾਈਟ ਹਾਊਸ ਨੂੰ
ਉਸ ਸੀ ਮਾਰਕ ਨੂੰ ਕੋਈ ਡਿਸਟਰੋਏ ਕਰਦਾ ਹੈ, ਕੋਈ ਉਸ ਨੂੰ ਚੇਂਜ ਕਰ ਦਿੰਦਾ ਜਾਣਬੁੱਝ ਕੇ, ਤਾਂ ਕਿ ਸਮੁੰਦਰ ਦਾ ਜਿਹੜਾ ਸ਼ਿਪ ਆ ਰਿਹਾ ਉਹਦਾ ਰਸਤਾ ਚੇਂਜ ਹੋ ਕੇ ਕਿਸੇ ਪਾਸੇ ਹੋਰ ਹੀ ਚਲਾ ਜਾਵੇ। ਮੂਵਿੰਗ ਔਰ ਰੈਂਡਰਿੰਗ ਲੈਸ ਯੂਜ਼ਫੁਲ, ਉਹਦੀ ਜਿਹੜੀ ਵੈਲਿਊ ਹੈ ਉਹ ਡਿਮਿਨਿਸ਼ ਹੋ ਜਾਂਦੀ ਹੈ। ਠੀਕ ਹੈ, ਜਿਹਦੇ ਨਾਲ ਕਿਸੇ ਨੂੰ ਵੀ ਨੁਕਸਾਨ ਹੋ ਸਕਦਾ ਹੈ, ਕਿਸੇ ਸ਼ਿਪ ਨੂੰ ਨੁਕਸਾਨ ਹੋ ਸਕਦਾ ਹੈ, ਸਮਾਂ ਵੱਧ ਲੱਗ ਸਕਦਾ ਹੈ, ਖਰਾਬ ਵੀ ਹੋ ਸਕਦਾ, ਕਿਸੇ ਡਾਇਰੈਕਸ਼ਨ 'ਚ ਚੇਂਜ ਵੀ ਹੋ ਸਕਦੀ ਉਹਦੀ। ਤਾਂ ਉਹਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ, ਉਸ ਵਿਅਕਤੀ ਨੂੰ, ਮਿਸਚੀਫ ਕਮਿਟ ਕਰਨ ਵਾਲੇ ਵਿਅਕਤੀ ਨੂੰ, ਜਿਹਦੀ ਸਜ਼ਾ 7 ਸਾਲ ਤੱਕ ਦੀ ਹੋ ਸਕਦੀ ਹੈ ਤੇ ਨਾਲ ਫਾਈਨ ਵੀ ਹੋ ਸਕਦਾ ਹੈ। Mischief by destroying or moving etc. a landmark fixed by the public authority, ਗਵਰਨਮੈਂਟ ਵੱਲੋਂ ਕੋਈ ਲੈਂਡਮਾਰਕ ਲਗਾਇਆ ਗਿਆ ਹੋਵੇ, ਕੋਈ ਬੁਰਜੀ ਲਗਾਈ ਗਈ ਹੋਵੇ, ਠੀਕ ਹੈ, ਕਿਸੇ ਰਸਤੇ ਦੀ ਸ਼ੋਅ ਕਰਨ ਦੀ ਖਾਤਰ, ਤੇ ਉਹਨੂੰ ਕੋਈ ਨੁਕਸਾਨ ਕਰਦਾ ਹੈ, ਡਿਸਟਰੋਏ ਕਰਦਾ ਜਾਂ ਮੂਵਿੰਗ ਜਾ ਕੇ ਕਿਤੇ ਹੋਰ ਲੈ ਜਾਂਦਾ, ਉਸਨੂੰ ਕਿਤੇ ਹੋਰ ਲਗਵਾ ਦਿੰਦਾ ਹੈ ਗਲਤ ਤਰੀਕੇ ਦੇ ਨਾਲ, ਤਾਂ ਉਹਦੇ ਜਿਹੜੀ ਸਜ਼ਾ ਹੈਗੀ ਹੈ 1 ਸਾਲ ਤੱਕ ਦੀ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ। Mischief by fire or explosive substance with intent to cause the damage to amount of 100 or 10 rupees। ਕੋਈ ਫਾਇਰ ਲਗਾ ਦਿੰਦਾ ਕਿਤੇ, ਜਾਂ ਕੋਈ ਜਿਹੜਾ ਵਿਸਫੋਟਕ ਸਮੱਗਰੀ ਹੈਗੀ ਹੈ ਉਹਦੇ ਨਾਲ ਦੂਜੇ ਨੂੰ ਨੁਕਸਾਨ ਕਰਨ ਦੀ ਖਾਤਰ 100 ਰੁਪਏ ਤੱਕ ਦਾ ਜਾਂ 110 ਰੁਪਏ ਤੱਕ ਦਾ, ਜੇ ਖੇਤੀਬਾੜੀ ਗੱਲ ਹੈਗੀ ਹੈ ਤਾਂ ਉਹਨੂੰ ਨੁਕਸਾਨ ਕਰਨ ਦੀ ਖਾਤਰ ਕਿਤੇ ਅੱਗ ਲਗਾ ਦਿੰਦਾ ਹੈ, ਠੀਕ ਹੈ, ਤਾਂ ਜਿਹੜੀ ਸਜ਼ਾ ਹੈਗੀ ਹੈ 7 ਸਾਲ ਤੱਕ ਦੀ ਹੋ ਸਕਦੀ ਹੈ ਉਸ ਵਿਅਕਤੀ ਨੂੰ। ਜਿਵੇਂ ਕਿਸੇ ਦੇ ਖੇਤ ਨੂੰ, ਕਣਕ ਨੂੰ ਕਿਸੇ ਨੂੰ ਅੱਗ ਲਗਾ ਦਿੱਤੀ ਕਿਸੇ ਵਿਅਕਤੀ ਨੇ, ਠੀਕ ਹੈ, ਉਹ ਇਸ ਸੈਕਸ਼ਨ 'ਚ ਆ ਜਾਂਦਾ ਹੈ। ਕਿਸੇ ਦੀ ਕਣਕ ਸਾੜ ਦਿੱਤੀ ਹੋਵੇ, 5-7 ਕਿੱਲੇ ਜਿਵੇਂ ਕਣਕ ਲੱਗੀ ਹੋਵੇ, ਕਿਸੇ ਦੀ ਪੱਕੀ ਕਣਕ ਤੇ ਅੱਗ ਲਗਾ ਦੇਣਾ, ਠੀਕ ਹੈ, ਉਹਨੂੰ ਨੁਕਸਾਨ ਕਰਨ ਦੀ ਖਾਤਰ, ਇਹਨੂੰ ਮਿਸਚੀਫ ਕਹਾਂਗੇ ਕਿਉਂਕਿ ਨੁਕਸਾਨ ਉਹਦਾ ਤਾਂ ਫਾਇਦਾ ਤਾਂ ਕੋਈ ਹੋਇਆ ਨਹੀਂ, ਪਰ ਦੂਜੇ ਬੰਦਾ ਨੁਕਸਾਨ ਜ਼ਰੂਰ ਕਰਤਾ ਉਸਨੇ, ਠੀਕ ਹੈ। ਇਸ ਕੇਸ ਦੇ ਵਿੱਚ ਜਿਵੇਂ ਕਿ ਆਮ 435 ਹੈਗਾ, ਫੇਮਸ ਸੈਕਸ਼ਨ ਹੈਗੀ ਹੈ, ਸਜ਼ਾ 7 ਸਾਲ ਤੱਕ ਦੀ ਹੋ ਸਕਦੀ ਹੈ। 436 ਮਿਸਚੀਫ ਬਾਈ ਫਾਇਰ ਔਰ ਐਕਸਪਲੋਸਿਵ ਸਬਸਟੈਂਸ ਵਿਦ ਇੰਟੈਂਟ ਟੂ ਡਿਸਟਰੋਏ ਹਾਊਸ, ਕਿਸੇ ਦੇ ਘਰ ਨੂੰ ਜਲਾ ਦੇਣਾ, ਘਰ ਨੂੰ ਜਲਾਉਣ ਦੀ ਖਾਤਰ, ਨੁਕਸਾਨ ਕਰਨ ਦੀ ਖਾਤਰ, ਚੋਰੀ ਛੁਪੇ ਕੋਈ ਅੱਗ ਲਗਾ ਦੇਣੀ, ਕੋਈ ਐਕਸਪਲੋਸਿਵ ਸਬਸਟੈਂਸ ਵਿਸਫੋਟਕ ਸਮੱਗਰੀ ਰੱਖ ਦੇਣੀ ਕਿਸੇ ਦੇ ਘਰ ਦੇ ਵਿੱਚ, ਠੀਕ ਹੈ, ਚੋਰੀ ਢੰਗ ਦੇ ਨਾਲ, ਤਾਂ ਜਿਹੜੀ ਸਜ਼ਾ ਹੈਗੀ ਹੈ 10 ਸਾਲ ਤੱਕ ਦੀ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ। 437 ਮਿਸਚੀਫ ਵਿਦ ਇੰਟੈਂਟ ਟੂ ਡਿਸਟਰੋਏ ਔਰ ਮੇਕ ਅਨਸੇਫ a decked vessel or 1 or 20 tons burden, ਸਮੁੰਦਰ ਜਿਵੇਂ ਵੈਸਲ ਚੱਲਦੇ ਨੇ, ਸ਼ਿਪ ਚੱਲਦੇ ਹੈਗੇ ਆ, ਠੀਕ ਹੈ, ਐਸੀ ਸ਼ਿਪ ਨੂੰ ਕੋਈ ਨੁਕਸਾਨ ਕਰ ਦੇਵੇ ਡਿਸਟਰੋਏ ਕਰਨ ਦੀ ਖਾਤਰ, ਔਰ ਮੇਕ ਅਨਸੇਫ, ਉਹਨੂੰ ਅਨਸੇਫ ਬਣਾ ਦੇਵੇ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ, ਉਹਦਾ ਨੁਕਸਾਨ ਕਰ ਦੇਵੇ, ਤਾਂ ਜਿਹੜੀ ਸਜ਼ਾ ਹੈਗੀ ਹੈ 10 ਸਾਲ ਤੱਕ ਦੀ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ। 438 punishment for the mischief described in section 437, 10 year committed by explosive fire or explosive substance। ਜੇ ਕੋਈ 437 ਦੇ ਵਿੱਚ offense commit ਕਰਦਾ ਹੈ with the help of fire or explosive substance, ਵਿਸਫੋਟਕ ਸਮੱਗਰੀ ਦੇ ਨਾਲ, ਤਾਂ ਜਿਹੜੀ ਸਜ਼ਾ ਹੈਗੀ ਹੈ ਤਦ ਵੀ ਸਜ਼ਾ 10 ਸਾਲ ਤੱਕ ਦੀ ਹੋ ਜਾਂਦੀ ਹੈ। 439 punishment for the intentionally running vessel aground or ashore with intent to commit theft, ਇੱਥੇ ਨਾਲ ਥੈਫਟ ਦੀ ਗੱਲ ਵੀ ਆ ਗਈ। punishment for the intentionally running vessel with the intent to commit theft, ਚੋਰੀ ਕਰਨ ਦੇ ਮਕਸਦ ਦੇ ਨਾਲ, ਤਾਂ ਸਜ਼ਾ ਹੈਗੀ ਹੈ 10 ਸਾਲ ਤੱਕ ਦੀ ਹੈ। Then 440 mischief committed after preparation made for the causing death, ਤਿਆਰੀ ਕਰਕੇ ਵੀ ਬੰਦੇ ਨੂੰ ਮਾਰਿਆ ਵੀ ਜਾ ਸਕਦਾ ਹੈ ਤੇ ਉਹਨੂੰ ਜ਼ਖਮੀ ਵੀ ਕੀਤਾ ਜਾ ਸਕਦਾ ਹੈ, ਠੀਕ ਹੈ। mischief commit ਕੀਤੀ ਜਾ ਰਹੀ ਹੈ, mischief committed after preparation made for the causing death or hurt, ਤਾਂ ਕਿ ਉਹਦੀ ਸਜ਼ਾ ਕਿੰਨੀ ਹੋ ਸਕਦੀ ਹੈ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, and shall also be liable to fine। then ਆ ਗਿਆ ਜੀ ਕ੍ਰਿਮੀਨਲ ਟ੍ਰੈਸਪਾਸ। ਕ੍ਰਿਮੀਨਲ ਟ੍ਰੈਸਪਾਸ ਕੀ ਹੁੰਦਾ? ਜਦੋਂ ਕਿਸੇ ਘਰ ਦੇ ਜਿਵੇਂ ਵੜ ਜਾਣਾ, ਜਿੱਥੇ ਤੁਸੀਂ ਜਾਣ ਦੀ ਕੋਈ ਆਗਿਆ ਨਾ ਹੋਵੇ, ਅਧਿਕਾਰ ਨਾ ਹੋਵੇ, ਬਿਨਾਂ ਅਧਿਕਾਰ ਤੋਂ, ਬਗੈਰ ਉਸ ਤੋਂ ਕਿਤੇ ਐਂਟਰੀ ਕਰ ਜਾਣਾ ਕਿਸੇ ਪ੍ਰੋਪਰਟੀ ਦੇ, ਕਿਸੇ ਹਾਊਸ ਦੇ ਵਿੱਚ, ਉਹਨੂੰ ਅਸੀਂ ਕ੍ਰਿਮੀਨਲ ਟ੍ਰੈਸਪਾਸ ਕਹਿੰਦੇ ਹਾਂ। ਜਿੱਥੇ ਜਾਣ ਦਾ ਤੁਹਾਡਾ ਕੋਈ ਅਧਿਕਾਰ ਨਾ ਹੋਵੇ
और विदाउट द कंसेंट कोई व्यक्ति ਉੱਥੇ ਐਂਟਰ ਕਰ ਜਾਵੇ, ਠੀਕ ਹੈ, ਕ੍ਰਿਮੀਨਲ ਟ੍ਰੈਸਪਾਸ ਕਿਹਾ ਜਾਂਦਾ ਇਸ ਨੂੰ। 441 whoever enters into or upon property in the possession of another, ਕਿਸੇ ਦੀ ਜਾਇਦਾਦ ਦੇ ਵਿੱਚ, ਕਿਸੇ ਦੇ ਘਰ ਦੇ ਵਿੱਚ, with intent to commit an offense, ਕੋਈ offense commit ਕਰਨ ਦੀ ਖਾਤਰ, ਠੀਕ ਹੈ, or to intimidate, ਉਹਨੂੰ ਡਰਾ ਕੇ ਧਮਕਾ ਕੇ ਉਹਦੀ ਬੇਇੱਜ਼ਤੀ ਕਰਨ ਦੀ ਖਾਤਰ, or annoy any person in possession of such property, ਕਿਸੇ ਵਿਅਕਤੀ ਦਾ ਜਿਹੜਾ ਹੈਗਾ ਉਹਦੇ ਕੋਲ ਕੋਈ ਪ੍ਰਾਪਰਟੀ ਹੈ, ਉੱਥੇ ਧੱਕੇ ਨਾਲ ਵੜ ਜਾਣਾ, ਉਹਦੀ ਬੇਇੱਜ਼ਤੀ ਕਰਨਾ, ਠੀਕ ਹੈ, ਉਹਦੀ ਇਨਸਲਟ ਕਰਨਾ, ਜਿੱਥੇ ਉਹਨੂੰ ਜਾਣ ਦਾ ਕੋਈ ਅਧਿਕਾਰ ਨਹੀਂ ਸੀਗਾ, ਉਹਨੂੰ ਅਸੀਂ ਕੀ ਕਹਿੰਦੇ ਆ, ਉਹਨੂੰ ਅਸੀਂ ਕੀ ਕਹਿੰਦੇ ਆ, ਉਹਨੂੰ ਕਹਿੰਦੇ ਆ ਅਸੀਂ ਕ੍ਰਿਮੀਨਲ ਟ੍ਰੈਸਪਾਸ। ਵਿਦਾਊਟ ਦਾ ਕੰਸੈਂਟ ਕੋਈ ਐਂਟਰੀ ਕਰਦਾ ਕਿਤੇ ਕਿਸੇ ਵਿਅਕਤੀ ਦੀ ਬੇਇੱਜ਼ਤੀ ਕਰਨ ਦੀ ਖਾਤਰ, ਜਾਂ ਉਹਨੂੰ ਉਹਦਾ ਕੋਈ ਹੋਰ ਅਫੈਂਸ ਕਰਨ ਦੀ ਖਾਤਰ, ਜ਼ਬਰਦਸਤੀ ਕਿਸੇ ਦੇ ਘਰ 'ਚ ਐਂਟਰ ਕਰਨਾ, ਜਾਂ ਕਿਸੇ ਦੀ ਪ੍ਰਾਪਰਟੀ 'ਤੇ, ਕਿਸੇ ਜਾਇਦਾਦ 'ਤੇ, ਕਿਸੇ ਦੁਕਾਨ 'ਤੇ, ਕਿਸੇ ਫੈਕਟਰੀ ਦੇ ਵਿੱਚ, ਕਿਤੇ ਵੀ ਜਗ੍ਹਾ 'ਤੇ ਕੋਈ ਐਂਟਰੀ ਕਰਦਾ ਹੈਗਾ ਬਗੈਰ ਉਸਦੀ ਇਜਾਜ਼ਤ ਤੋਂ, ਤਾਂ ਉਹਨੂੰ ਅਸੀਂ ਕ੍ਰਿਮੀਨਲ ਟ੍ਰੈਸਪਾਸ ਕਹਿ ਦਿੰਦੇ ਹਾਂ। ਨੈਕਸਟ ਹੈਗਾ 442 ਹਾਊਸ ਟ੍ਰੈਸਪਾਸ। whoever commits criminal trespass, criminal trespass ਕਰਕੇ ਕਿਸੇ ਦੇ ਘਰ 'ਚ ਵੜ ਜਾਣਾ, ਡਵੈਲਿੰਗ ਹਾਊਸ ਦੇ ਵਿੱਚ, ਰਹਿਸ਼ੀ ਘਰ ਦੀ ਗੱਲ ਕੀਤੀ ਗਈ ਹੈ ਇੱਥੇ। remaining in any building, tent or vessel used as a human dwelling, ਇਨਸਾਨ ਦੇ ਰਹਿਣ ਦੇ ਲਈ ਕੋਈ ਘਰ ਬਣਾਇਆ ਗਿਆ, ਚਾਹੇ ਕੋਈ ਟੈਂਟ ਲੱਗਿਆ ਹੋਇਆ, ਚਾਹੇ ਕੋਈ ਬਿਲਡਿੰਗ ਬਣੀ ਹੋਈ ਹੈ ਉਹਦੇ ਵਿੱਚ, ਔਰ ਐਨੀ ਬਿਲਡਿੰਗ ਯੂਜ਼ਡ ਐਜ ਏ ਪਲੇਸ ਫਾਰ ਦਾ ਵਰਸ਼ਿਪ, ਪੂਜਾ ਦਾ ਸਥਾਨ ਹੋਵੇ, ਜਾਂ ਉੱਥੇ ਕੋਈ ਐਂਟਰੀ ਕਰ ਜਾਵੇ ਜ਼ਬਰਦਸਤੀ, ਔਰ ਐਜ ਏ ਪਲੇਸ ਫਾਰ ਦਾ ਕਸਟਡੀ ਆਫ ਦਾ ਪ੍ਰੋਪਰਟੀ, ਜਾਂ ਉਹਨੇ ਕੋਈ ਆਪਣੀ ਜ਼ਮੀਨ ਜਾਇਦਾਦ ਕੋਈ ਰੱਖੀ ਗਈ ਹੋਵੇ ਉੱਥੇ ਸੰਭਾਲ ਕੇ, ਠੀਕ ਹੈ, ਸੈਟ ਟੂ ਕਮਿਟ ਹਾਊਸ ਟ੍ਰੈਸਪਾਸ। ਇਹਨੂੰ ਕੀ ਕਹਾਂਗੇ, ਇਹਨੂੰ ਹਾਊਸ ਟ੍ਰੈਸਪਾਸ ਕਹਿੰਦਾ ਨੇ। ਦੈਨ ਲਰਕਿੰਗ ਹਾਊਸ ਟ੍ਰੈਸਪਾਸ ਕੀ ਹੁੰਦੀ ਹੈ? ਲਰਕਿੰਗ ਹਾਊਸ ਟ੍ਰੈਸਪਾਸ, ਚੋਰੀ ਛੁਪੇ ਕਿਸੇ ਘਰ 'ਚ ਐਂਟਰੀ ਕਰ ਜਾਣਾ ਜਿੱਥੇ ਜਾਣ ਦਾ ਕੋਈ ਅਧਿਕਾਰ ਨਾ ਹੋਵੇ। whoever commits house trespass having taken precautions to conceal, ਚੋਰੀ ਛੁਪੇ ਛੁਪਾ ਕੇ ਆਪਦੇ ਆਪ ਨੂੰ, ਠੀਕ ਹੈ, ਧਿਆਨ ਦੇ ਨਾਲ, such house trespass from some person who has a right to exclude or eject the trespasser, ਉਸ ਬੰਦੇ ਤੋਂ ਛੁਪਾ ਕੇ ਜਿਹੜਾ ਬੰਦਾ ਉਸ ਨੂੰ ਬਾਹਰ ਕੱਢ ਸਕਦਾ ਜਾਂ ਅੰਦਰ ਜਾਣ ਤੋਂ ਰੋਕਦਾ ਹੋਵੇ, ਜਿਵੇਂ ਕਿਸੇ ਦੀ ਡਿਊਟੀ ਲੱਗੀ ਹੋਵੇ ਜਾਂ ਘਰ ਦਾ ਮਾਲਕ ਹੋਵੇ, ਉਹ ਤੋਂ ਚੋਰੀ ਛੁਪੇ ਅੰਦਰ ਐਂਟਰੀ ਕਰ ਜਾਣਾ ਕਿਸੇ ਘਰ ਦੇ ਵਿੱਚ, ਉਹਨੂੰ ਅਸੀਂ ਕੀ ਕਹਿੰਦੇ ਆ, ਲਰਕਿੰਗ ਹਾਊਸ ਟ੍ਰੈਸਪਾਸ ਕਿਹਾ ਜਾਂਦਾ ਹੈ। ਲਰਕਿੰਗ ਹਾਊਸ ਟ੍ਰੈਸਪਾਸ, ਲਰਕਿੰਗ ਤੋਂ ਮਤਲਬ ਚੋਰੀ ਛੁਪੇ, ਲੁਕੋ ਛੁਪੋ ਕੇ, ਬਚਾ ਕੇ ਐਂਟਰੀ ਕਰ ਜਾਣਾ। ਜੇ ਕੋਈ ਲਰਕਿੰਗ ਹਾਊਸ ਟ੍ਰੈਸਪਾਸ ਕਰਦਾ ਹੈ ਰਾਤ ਨੂੰ, ਬਾਈ ਨਾਈਟ, ਠੀਕ ਹੈ, ਅਫਸਰ ਸੂਰਜ ਛਿਪਣ ਤੋਂ ਬਾਅਦ ਤੇ ਸੂਰਜ ਚੜ੍ਹਨ ਤੋਂ ਪਹਿਲਾਂ, ਯਾਨੀ ਕਿ ਰਾਤ ਨੂੰ, ਠੀਕ ਹੈ, ਉਹਨੂੰ ਅਸੀਂ ਲਰਕਿੰਗ ਹਾਊਸ ਟ੍ਰੈਸਪਾਸ ਬਾਈ ਨਾਈਟ ਕਿਹਾ ਜਾਂਦਾ। ਉਹਦੀ ਡੈਫੀਨੇਸ਼ਨ ਇਹ ਆ ਜਾਂਦੀ ਹੈ, ਜਦੋਂ ਕੋਈ ਰਾਤ ਨੂੰ ਕਿਸੇ ਦੇ ਘਰ 'ਚ ਐਂਟਰ ਕਰਦਾ ਹੈ ਸੂਰਜ ਛਿਪਣ ਤੋਂ ਬਾਅਦ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਕੋਈ ਕਿਸੇ ਘਰ ਦੇ ਵਿੱਚ ਚੋਰੀ ਛੁਪੇ ਐਂਟਰੀ ਕਰਦਾ ਹੈ, ਦੈਟ ਇਜ਼ ਕਾਲਡ ਲਰਕਿੰਗ ਹਾਊਸ ਟ੍ਰੈਸਪਾਸ ਬਾਈ ਨਾਈਟ। ਫਿਰ ਕੀ ਹੈ ਹਾਊਸ ਬ੍ਰੇਕਿੰਗ, ਇਹ ਉੱਪਰ ਦਾ ਹੈਗਾ ਸੀ ਹਾਊਸ ਟ੍ਰੈਸਪਾਸ ਕਰਨਾ। ਟ੍ਰੈਸਪਾਸ ਮਤਲਬ ਕਿਸੇ ਘਰ 'ਚ ਐਂਟਰ ਕਰ ਜਾਣਾ ਬਿਨਾਂ ਤੋੜ ਫੋੜ ਤੋਂ। ਲਰਕਿੰਗ ਹਾਊਸ ਟ੍ਰੈਸਪਾਸ ਦੇ ਵਿੱਚ ਵੀ ਸੀਗਾ ਐਂਟਰ ਕਰ ਜਾਣਾ, ਚੋਰੀ ਛੁਪੇ ਐਂਟਰ ਕਰ ਜਾਣਾ ਬਿਨਾਂ ਕਿਸੇ ਤੋੜ ਫੋੜ ਤੋਂ। ਹੁਣ 445 ਕੀ ਹੈਗਾ, ਹਾਊਸ ਬ੍ਰੇਕਿੰਗ, ਘਰ ਤੋੜ ਦੇਣਾ, ਕੋਈ ਖੱਡਾ, ਕੋਈ ਉਹ ਬਣਾ ਲੈਣਾ, ਕੋਈ ਮੋਹਰਾ ਬਣਾ ਕੇ, ਖੱਡਾ ਬਣਾ ਕੇ, ਕੋਈ ਪਾੜ ਲਗਾ ਕੇ, ਜਿਹਨੂੰ ਕਹਿ ਲਈਏ ਆਪਾਂ। ਇਹ ਪਰਸਨ ਸੈਡ ਟੂ ਕਮਿਟ ਹਾਊਸ ਬ੍ਰੇਕਿੰਗ ਹੂ ਕਮਿਟਸ ਹਾਊਸ ਟ੍ਰੈਸਪਾਸ, ਹਾਊਸ ਨੂੰ ਬ੍ਰੇਕ ਕਰਕੇ ਕਿਸੇ ਦੇ ਘਰ ਦੇ ਵਿੱਚ ਦਾਖਲ ਹੋ ਜਾਣਾ, ਠੀਕ ਹੈ, ਉਹਨੂੰ ਅਸੀਂ ਕੀ ਕਹਿੰਦੇ ਆ, ਹਾਊਸ ਬ੍ਰੇਕਿੰਗ ਕਹਿੰਦੇ ਆ। ਆਹ 5-6 ਤਰੀਕੇ ਹੈਗੇ ਨੇ। ਐਂਟਰ ਗੁਡਸ ਥਰੂ ਏ ਪੈਸੇਜ, ਉਸ ਰਸਤੇ ਰਾਹੀਂ, ਬਾਈ ਹਿਮਸੈਲਫ ਔਰ ਬਾਈ ਐਨੀ ਬੈਟਰ, ਐਂਟਰਸ ਔਰ ਕੁਇਟਸ ਥਰੂ ਐਨੀ ਪੈਸੇਜ, ਕਿਸੇ ਰਸਤੇ ਦੇ ਰਾਹੀਂ, ਕੋਈ ਰਸਤਾ ਐਸਾ ਹੋਵੇ ਜਿੱਥੋਂ ਰਸਤਾ ਜਾਣ ਦਾ ਆਮ ਰਸਤਾ ਨਾ ਹੋਵੇ, ਤੋੜ ਫੋੜ ਕੇ। ਆਹ 5-6 ਤਰੀਕੇ ਹੈਗੇ ਆ ਜੇ ਕਿਸੇ ਦੇ ਘਰ ਦੇ ਵਿੱਚ ਐਂਟਰੀ ਕਰ ਜਾਣਾ, ਘਰ ਨੂੰ ਤੋੜ ਕੇ, ਠੀਕ ਹੈ, ਉਹਨੂੰ ਅਸੀਂ ਹਾਊਸ ਟ੍ਰੈਸਪਾਸ ਕਹਿੰਦੇ ਹਾਂ। ਜਿਵੇਂ ਇੱਕ ਐਗਜ਼ਾਮਪਲ ਹੈਗੀ ਹੈ, ਇਹ ਕਮਿਟਸ ਹਾਊਸ ਟ੍ਰੈਸਪਾਸ ਬਾਈ ਮੇਕਿੰਗ ਏ ਹੋਲ ਥਰੂ ਦਾ ਵਾਲ, ਦੀਵਾਰ ਦੇ ਵਿੱਚ ਪਾੜ ਲਗਾ ਕੇ, ਠੀਕ ਹੈ, ਜੈਡ ਦੇ ਘਰ ਦੇ ਵਿੱਚ ਕੋਈ ਐਂਟਰੀ ਕਰ ਜਾਂਦਾ ਹੈ। ਐਂਡ ਪੁੱਟਿੰਗ ਹਿਸ ਹੈਂਡ ਥਰੂ ਦਾ ਅਪਾਰਚਰ, ਉਸ ਅਪਾਰਚਰ ਜਿਹੜਾ ਮੋਹਰਾ ਬਣਾਇਆ ਹੋਇਆ, ਉਸਨੇ ਖੱਡਾ ਬਣਾਇਆ ਹੋਇਆ, ਪਾੜ ਬਣਾਇਆ ਹੋਇਆ, ਪੁੱਟਿੰਗ ਹਿਸ ਹੈਂਡ, ਉਹਦੇ 'ਚ ਆਪਦੇ ਹੱਥ ਵਾੜ ਲੈਂਦਾ ਅੰਦਰ ਵੜਨ ਦੀ ਖਾਤਰ, ਦਿਸ ਇਜ਼ ਹਾਊਸ ਬ੍ਰੇਕਿੰਗ, ਉਹਨੂੰ ਅਸੀਂ ਕੀ ਕਹਿੰਦੇ ਹਾਂ, ਹਾਊਸ ਬ੍ਰੇਕਿੰਗ ਕਹਿੰਦੇ ਹਾਂ। ਇੱਕ ਹੋਰ ਐਗਜ਼ਾਮਪਲ ਹੈ, ਇਹ ਕਮਿਟਸ ਹਾਊਸ ਟ੍ਰੈਸਪਾਸ ਬਾਈ ਐਂਟਰਿੰਗ ਜੈਡਸ ਹਾਊਸ
ਥਰੂ ਏ ਵਿੰਡੋ, ਕਿਸੇ ਵਿੰਡੋ ਦੇ ਰਾਹੀਂ ਕੋਈ ਐਂਟਰ ਕਰ ਜਾਂਦਾ ਹੈ। ਠੀਕ ਹੈ, ਦੇਖੋ ਜੇ ਤਾਂ ਆਮ ਰਸਤੇ ਰਾਹੀਂ ਕੋਈ ਬੰਦਾ ਐਂਟਰ ਕਰਦਾ ਹੈ ਉਹ ਤਾਂ ਉਹਨੂੰ ਹਾਊਸ ਟ੍ਰੈਸਪਾਸ ਕਹਿੰਦੇ ਹਾਂ ਅਸੀਂ। ਇੱਥੇ ਹਾਊਸ ਬ੍ਰੇਕਿੰਗ ਹੋ ਜਾਂਦੀ ਹੈ, ਕੋਈ ਪਾੜਲਾ ਕੇ ਅੰਦਰ ਐਂਟਰ ਕਰਦਾ ਹੈ, ਇਹ ਹਾਊਸ ਬ੍ਰੇਕਿੰਗ ਹੋ ਜਾਂਦੀ ਹੈ। ਹੁਣ ਵਿੰਡੋ ਕੋਈ ਆਉਣ ਦਾ ਰਸਤਾ ਥੋੜਾ ਹੈ, ਵਿੰਡੋ ਦੇ ਰਾਹੀਂ ਤਾਂ ਬੰਦਾ ਕੋਈ ਚੋਰੀ ਛੁਪੀ ਆਏਗਾ, ਕੋਈ ਘਰ ਦੇ ਵਿੱਚ ਐਂਟਰ ਕਰੇਗਾ, ਇਹ ਤਾਂ ਹਾਊਸ ਬ੍ਰੇਕਿੰਗ ਹੋਈ, ਵਿੰਡੋ ਖੋਲੀ, ਵਿੰਡੋ ਦੇ ਸਰੀਏ ਪੱਟੇ ਦੇ ਵਿੱਚ ਅੰਦਰ ਕੋਈ ਐਂਟਰ ਕਰ ਗਿਆ। 1 ਮਿੰਟ ਹਾਊਸ ਟ੍ਰੈਸਪਾਸ ਬਾਈ ਐਂਟਰਿੰਗ ਜੈਡਸ ਹਾਊਸ ਥਰੂ ਵਿੰਡੋ, ਦਿਸ ਇਜ਼ ਹਾਊਸ ਬ੍ਰੇਕਿੰਗ, ਇਹਨੂੰ ਅਸੀਂ ਹਾਊਸ ਬ੍ਰੇਕਿੰਗ ਕਹਿੰਦੇ ਆ। ਹਾਊਸ ਬ੍ਰੇਕਿੰਗ ਬਾਈ ਨਾਈਟ, ਹੁਣ ਦੇਖੋ ਦਿਨ ਦੇ ਵਿੱਚ ਕੋਈ ਹਾਊਸ ਬ੍ਰੇਕ ਕਰਦਾ ਹੈ, ਘਰ ਦੇ ਵਿੱਚ ਕੋਈ ਮੈਂਬਰ ਨਹੀਂ ਹੈਗਾ, ਦਿਨ ਦੇ ਵਿੱਚ ਹਾਊਸ ਬ੍ਰੇਕਿੰਗ ਕਰਦਾ ਹੈ, ਠੀਕ ਹੈ, ਉਹ ਤਾਂ ਹਾਊਸ ਬ੍ਰੇਕਿੰਗ ਹੋ ਗਈ। ਪਰ ਹਾਊਸ ਬ੍ਰੇਕਿੰਗ ਬਾਈ ਨਾਈਟ, ਰਾਤ ਨੂੰ ਸੂਰਜ ਛਿਪਣ ਤੋਂ ਬਾਅਦ, ਸੂਰਜ ਚੜ੍ਹਨ ਤੋਂ ਪਹਿਲਾਂ, ਤਾਂ ਇਹਦੀ ਡੈਫੀਨੇਸ਼ਨ ਕੀ ਹੈ, ਹਾਊਸ ਬ੍ਰੇਕਿੰਗ ਬਾਈ ਨਾਈਟ। ਥੋੜਾ ਫਰਕ ਹੈਗਾ, ਕੁਐਸਚਨ ਕਈ ਵਾਰੀ ਆ ਜਾਂਦਾ ਹੈ, ਜੇ ਸਿੰਪਲ ਕੁਐਸਚਨ ਆ ਜਾਂਦਾ ਹੈ ਵੀ ਹਾਊਸ ਬ੍ਰੇਕਿੰਗ ਕੀ ਹੁੰਦੀ ਹੈ, ਠੀਕ ਹੈ, ਤਾਂ ਤੁਸੀਂ ਸੈਕਸ਼ਨ 445 ਦੇ ਲਿਖਣਾ ਹੈ। ਜੇ ਆ ਜਾਂਦਾ ਹਾਊਸ ਬ੍ਰੇਕਿੰਗ ਬਾਈ ਨਾਈਟ, ਠੀਕ ਹੈ, ਇੱਥੇ ਨਾਈਟ ਨੂੰ ਭੁੱਲਣਾ ਨਹੀਂ ਹੈਗਾ, ਇੱਥੇ ਜਿਹੜਾ ਸੈਕਸ਼ਨ ਚੇਂਜ ਹੋ ਜਾਂਦਾ ਹੈ, 446 ਬਣ ਜਾਂਦਾ ਹੈ, ਸੂਰਜ ਛਿਪਣ ਤੋਂ ਬਾਅਦ, ਸੂਰਜ ਚੜ੍ਹਨ ਤੋਂ ਪਹਿਲਾਂ, ਠੀਕ ਹੈ, ਇਹਨੂੰ ਹਾਊਸ ਬ੍ਰੇਕਿੰਗ ਬਾਈ ਨਾਈਟ ਕਹਿੰਦੇ ਆ। ਕਿਉਂਕਿ ਇਹ 'ਚ ਸਜ਼ਾ ਦਾ ਵੀ ਫਰਕ ਹੋ ਸਕਦਾ ਹੈ, ਅਲੱਗ-ਅਲੱਗ ਹੋਵੇ। ਪੁਨਿਸ਼ਮੈਂਟ ਆ ਗਈ ਕ੍ਰਿਮੀਨਲ ਟ੍ਰੈਸਪਾਸ ਦੀ, ਕੋਈ ਕ੍ਰਿਮੀਨਲ ਟ੍ਰੈਸਪਾਸ ਕਰਦਾ ਹੈ, ਕਿਸੇ ਘਰ ਦੇ ਵਿੱਚ ਐਂਟਰੀ ਕਰਦਾ ਹੈ, ਠੀਕ ਹੈ, ਕਿਸੇ ਦੀ ਜਾਇਦਾਦ ਤੇ ਐਂਟਰੀ ਕਰਦਾ ਹੈ, ਐਂਟਰੀ ਕੀਤੀ ਹੈ, ਟ੍ਰੈਸਪਾਸ ਕੀਤਾ ਹੈ, ਉਹਦੀ ਬਗੈਰ ਇਜਾਜ਼ਤ ਤੋਂ ਐਂਟਰੀ ਕੀਤੀ ਹੈ, ਤਾਂ ਜਿਹੜੀ ਸਜ਼ਾ ਹੈਗੀ ਹੈ 3 ਮਹੀਨੇ ਤੱਕ ਦੀ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ। ਪੁਨਿਸ਼ਮੈਂਟ ਫਾਰ ਹਾਊਸ ਟ੍ਰੈਸਪਾਸ, ਦੇਖੋ ਕ੍ਰਿਮੀਨਲ ਟ੍ਰੈਸਪਾਸ ਤੇ ਹਾਊਸ ਟ੍ਰੈਸਪਾਸ 'ਚ ਫਰਕ ਆ ਗਿਆ। ਕ੍ਰਿਮੀਨਲ ਟ੍ਰੈਸਪਾਸ ਤਾਂ ਹੈ ਕੋਈ ਰਸਤਾ ਹੈ, ਕੋਈ ਸੜਕ ਹੈ, ਉਹਦਾ ਕੋਈ ਆਪਦਾ ਪ੍ਰਾਈਵੇਟ ਪੈਸੇਜ ਹੈਗਾ, ਠੀਕ ਹੈ, ਉਹਦਾ ਕੋਈ ਕ੍ਰਿਮੀਨਲ ਟ੍ਰੈਸਪਾਸ। ਕਿਸੇ ਦੀ ਕੋਈ ਜਾਇਦਾਦ ਹੈ, ਕੋਈ ਖੇਤ ਹੈ, ਉੱਥੇ ਕਿਸੇ ਨੂੰ ਜਾਣ ਦੀ, ਅਗਲਾ ਕਹਿੰਦਾ ਵੀ ਮੇਰੇ ਖੇਤ 'ਚ ਨਹੀਂ ਵੜਨਾ ਹੈਗਾ, ਅਗਲਾ ਵੜਦਾ, ਠੀਕ ਹੈ, ਉਹ ਤਾਂ ਹੋ ਗਈ ਕ੍ਰਿਮੀਨਲ ਟ੍ਰੈਸਪਾਸ। ਉਹਦਾ ਆਪਦਾ ਕੋਈ ਆਪਦੀ ਪਹੀ ਹੈ, ਆਪਦਾ ਰਸਤਾ ਹੈਗਾ, ਪ੍ਰਾਈਵੇਟ ਰਸਤਾ ਹੈਗਾ, ਜਿੱਥੇ ਦੂਜੇ ਬੰਦੇ ਨੂੰ ਜਾਣ ਦਾ ਕੋਈ ਅਧਿਕਾਰ ਨਹੀਂ ਹੈਗਾ। ਵਿਅਕਤੀ ਕਹਿੰਦਾ ਨਾਲ ਦੇ ਬੰਦੇ ਨੂੰ ਵੀ ਤੂੰ ਮੇਰੇ ਰਸਤੇ 'ਚੋਂ ਕ੍ਰੋਸ ਨਹੀਂ ਕਰਨਾ ਹੈਗਾ, ਦਿਸ ਇਜ਼, ਜੇ ਕੋਈ ਜਾਂਦਾ ਫਿਰ ਵੀ ਉਹਨੂੰ ਕਹਾਂਗੇ ਅਸੀਂ ਕ੍ਰਿਮੀਨਲ ਟ੍ਰੈਸਪਾਸ। ਪਰ ਜਿਹੜਾ ਹੈਗਾ 448 ਹੈ, ਜਿਹੜਾ ਇੱਥੇ ਹਾਊਸ ਟ੍ਰੈਸਪਾਸ ਵੱਖਰਾ ਆ ਗਿਆ, ਜਿੱਥੇ ਕੋਈ ਡਿਵੈਲਿੰਗ ਹਾਊਸ ਹੈ, ਰਿਹਾਇਸ਼ੀ ਘਰ ਹੈ, ਸਮਾਨ ਰੱਖਿਆ ਹੋਇਆ ਘਰ ਹੈ, ਸਮਾਨ ਰੱਖਿਆ ਹੋਇਆ ਸਮਾਨ ਹੈ, ਉਹਦੇ ਵਿੱਚ ਕੋਈ ਚੀਜ਼ ਸੰਭਾਲ ਕੇ ਰੱਖੀ ਗਈ ਹੈ, ਉਹਨੂੰ ਅਸੀਂ ਹਾਊਸ ਟ੍ਰੈਸਪਾਸ ਕਹਿੰਦੇ ਹਾਂ। ਹੁਣ ਹਾਊਸ ਟ੍ਰੈਸਪਾਸ ਦੇ ਵਿੱਚ ਕ੍ਰਿਮੀਨਲ ਟ੍ਰੈਸਪਾਸ ਦੀ ਸਜ਼ਾ ਦਾ ਫਰਕ ਹੈ। ਦੇਖੋ ਕ੍ਰਿਮੀਨਲ ਟ੍ਰੈਸਪਾਸ ਸਜ਼ਾ ਹੈਗੀ 3 ਮਹੀਨਿਆਂ ਦੀ, ਹਾਊਸ ਟ੍ਰੈਸਪਾਸ ਦੀ ਜਿਹੜੀ ਸਜ਼ਾ ਹੈਗੀ 1 ਸਾਲ ਦੀ ਹੋ ਜਾਂਦੀ ਹੈ। ਹਾਊਸ ਟ੍ਰੈਸਪਾਸ ਇਨ ਆਰਡਰ ਟੂ ਕਮਿਟ ਆਫੈਂਸ ਪਨਿਸ਼ੇਬਲ ਵਿਦ ਡੈਥ, ਜੇ ਕੋਈ ਹਾਊਸ ਟ੍ਰੈਸਪਾਸ ਕਰਦਾ ਹੈ, ਕਾਹਦੇ ਲਈ ਕਰਦਾ ਹੈ, ਟੂ ਕਮਿਟ ਆਫੈਂਸ, ਐਸਾ ਆਫੈਂਸ ਕਮਿਟ ਕਰਨ ਲਈ ਕਰਦਾ ਹੈ ਜਿਹਦੀ ਸਜ਼ਾ ਹੈਗੀ ਹੈ ਉਹ ਮੌਤ ਵੀ ਹੋ ਸਕਦੀ ਹੈ। ਕਿਸੇ ਦੇ ਘਰ ਵਿੱਚ ਵੜ ਜਾਣਾ ਉਹਨੂੰ ਮਾਰਨ ਦੀ ਖਾਤਰ ਨਹੀਂ, ਕੋਈ ਐਸਾ ਆਫੈਂਸ ਕਮਿਟ ਕਰਨ ਦੀ ਖਾਤਰ ਜਿਹਦੀ ਸਜ਼ਾ ਮੌਤ ਵੀ ਹੋ ਸਕਦੀ ਹੋਵੇ, ਤਾਂ ਇਸ ਕੇਸ ਦੇ ਵਿੱਚ ਕੀ ਹੈਗਾ, ਹਾਊਸ ਟ੍ਰੈਸਪਾਸ ਕਰਨ ਵਾਲੇ ਵਿਅਕਤੀ ਨੂੰ ਜਿਹੜੀ ਸਜ਼ਾ ਹੈਗੀ ਹੈ ਉਮਰ ਕੈਦ ਹੋ ਸਕਦੀ ਹੈ, ਜਾਂ ਫਿਰ ਸਖਤ ਸਜ਼ਾ ਹੋ ਸਕਦੀ ਹੈ, ਜਿਹੜੀ ਕਿ 10 ਸਾਲ ਤੱਕ ਦੀ ਵੀ ਹੋ ਸਕਦੀ ਹੈ। ਨੈਕਸਟ ਹੈ 450, ਹਾਊਸ ਟ੍ਰੈਸਪਾਸ ਇਨ ਆਰਡਰ ਟੂ ਕਮਿਟ ਆਫੈਂਸ ਪੁਨਿਸ਼ੇਬਲ ਵਿਦ ਇੰਪ੍ਰਿਜ਼ਨਮੈਂਟ ਫਾਰ ਲਾਈਫ। ਕੋਈ ਹਾਊਸ ਟ੍ਰੈਸਪਾਸ ਕਰਦਾ ਹੈ, ਕਾਹਦੇ ਲਈ ਕਰਦਾ ਹੈ, ਕੋਈ ਆਫੈਂਸ ਕਮਿਟ ਕਰਨ ਲਈ। ਕਿਹੜਾ ਆਫੈਂਸ, ਜਿਹਦੀ ਸਜ਼ਾ ਉਮਰ ਕੈਦ ਹੋ ਸਕਦੀ ਹੋਵੇ, ਜਿਹਦੀ ਸਜ਼ਾ ਉਸਨੂੰ, ਜੇ ਆਫੈਂਸ ਕਮਿਟ ਕਰਦਾ ਉਹ, ਤਾਂ ਉਹਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਪਰ ਇੱਥੇ ਆ ਕੇ ਕੀ ਕਰਦਾ ਉਹ, ਉਹਦੇ ਵਿੱਚ ਘਰ ਦੇ ਵਿੱਚ ਵੜ ਜਾਂਦਾ ਹੈ, ਹਾਊਸ ਟ੍ਰੈਸਪਾਸ ਕਰਦਾ ਹੈ। 2 ਵੱਖਰੀਆਂ ਸੈਕਸ਼ਨਾਂ ਲੱਗ ਜਾਂਦੀਆਂ ਨੇ, ਠੀਕ ਹੈ, ਇਹਦੇ ਵਿੱਚ ਕੀ ਹੈਗਾ, ਉਸਨੂੰ ਉਹ ਆਫੈਂਸ ਕਮਿਟ ਕਰਨ ਦੇ ਲਈ ਘਰ ਦੇ ਵਿੱਚ ਐਂਟਰ ਕਰਦਾ ਹੈ ਜਿਹਦੀ ਸਜ਼ਾ ਪਨਿਸ਼ਮੈਂਟ ਫਾਰ ਇੰਪ੍ਰਿਜ਼ਨਮੈਂਟ ਫਾਰ ਲਾਈਫ ਹੋ ਸਕਦੀ ਹੈ। ਤਾਂ ਇਸ ਕੇਸ ਦੇ ਵਿੱਚ ਜਿਹੜੀ ਸਜ਼ਾ ਹੈਗੀ ਉਸ ਵਿਅਕਤੀ ਨੂੰ ਉਮਰ ਕੈਦ ਹੋ ਸਕਦੀ ਹੈ ਤੇ ਜਾਂ ਫਿਰ 10 ਸਾਲ ਤੱਕ ਦੀ ਹੋ ਸਕਦੀ ਹੈ। ਨੈਕਸਟ 451, ਹਾਊਸ ਟ੍ਰੈਸਪਾਸ ਇਨ ਆਰਡਰ ਟੂ ਕਮਿਟ ਆਫੈਂਸ ਪੁਨਿਸ਼ੇਬਲ ਵਿਦ ਇੰਪ੍ਰਿਜ਼ਨਮੈਂਟ। ਇੱਥੇ ਨਾ ਤਾਂ ਲਾਈਫ ਦੀ ਗੱਲ ਕੀਤੀ ਗਈ ਹੈ, ਨਾ ਡੈਥ ਦੀ ਗੱਲ ਕੀਤੀ ਗਈ ਹੈ, ਠੀਕ ਹੈ। ਇੱਥੇ ਕਿਹਾ ਵੇ ਹਾਊਸ ਟ੍ਰੈਸਪਾਸ ਤਾਂ ਕਰਦਾ ਕਾਹਦੇ ਲਈ ਹੈ, ਆਫੈਂਸ ਕਮਿਟ ਕਰਨ ਲਈ ਕਰਦਾ ਹੈ। ਆਫੈਂਸ ਕਿਹੜਾ ਹੈ, ਆਫੈਂਸ ਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ ਉਹ ਸਜ਼ਾ ਇੱਥੇ ਦਰਸਾਈ ਨਹੀਂ ਗਈ, ਠੀਕ ਹੈ, ਸਜ਼ਾ ਨਹੀਂ ਦਰਸਾਈ ਗਈ, ਪਰ ਹੈਗਾ ਆਫੈਂਸ ਹੈ ਫਿਰ ਵੀ ਵਿਦ ਇੰਪ੍ਰਿਜ਼ਨਮੈਂਟ, ਕੋਈ ਨਾ ਕੋਈ ਉਹਦੀ ਸਜ਼ਾ ਹੋ ਸਕਦੀ ਹੈ ਉਸਨੂੰ। ਤਾਂ ਜਿਹੜੀ ਸਜ਼ਾ ਹੈਗੀ ਇੱਥੇ ਹਾਊਸ ਟ੍ਰੈਸਪਾਸ ਕਰਨ ਦੀ, ਉਸਨੂੰ ਕਿੰਨੀ ਹੋਏਗੀ,
2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਪਰ ਜੇਕਰ ਉੱਥੇ ਇਹ ਚੋਰੀ ਦੀ ਗੱਲ ਵਿੱਚ ਆ ਜਾਂਦੀ ਹੈ, ਕੋਈ ਚੋਰੀ ਕਰਨ ਦੇ ਮਕਸਦ ਲਈ ਐਂਟਰ ਕੀਤਾ ਹੈ ਬੰਦਾ ਘਰ ਦੇ ਵਿੱਚ, offense ਹੈ ਜਿਹੜਾ ਚੋਰੀ ਦਾ offense ਹੈ, ਤਾਂ ਜਿਹਦੀ ਸਜ਼ਾ ਹੈਗੀ ਹੈ 7 ਸਾਲ ਦੀ ਹੋ ਜਾਂਦੀ ਹੈ। ਨੈਕਸਟ 452 ਹਾਊਸ ਟ੍ਰੈਸਪਾਸ ਆਫਟਰ ਪ੍ਰੈਪਰੇਸ਼ਨ ਫॉर हर्ट, assault or wrongful restraint। घर ਦੇ ਵਿੱਚ ਟ੍ਰੈਸਪਾਸਿੰਗ ਕਰਦਾ ਕੋਈ ਵਿਅਕਤੀ ਤਿਆਰੀ ਕਰਕੇ, ਕਾਹਦੀ ਤਿਆਰੀ ਕਰਕੇ? ਆਫਟਰ ਪ੍ਰੈਪਰੇਸ਼ਨ ਫॉर द हर्ट, ਵੀ ਜੇਕਰ ਲੋੜ ਪਈ ਤਾਂ ਸੱਟ ਵੀ ਮਾਰ ਸਕਦੇ ਆ, ਡਰਾ ਧਮਕਾ ਵੀ ਸਕਦੇ ਆ, ਤਾਂ ਉਹਨੂੰ ਫੜ ਕੇ ਵੀ ਰੱਖਿਆ ਜਾ ਸਕਦਾ ਬੰਦੇ ਨੂੰ। ਠੀਕ ਹੈ, ਇਦਾਂ ਦੀ ਤਿਆਰੀ ਕਰਕੇ ਕਿਸੇ ਦੇ ਘਰ ਦੇ ਵਿੱਚ ਐਂਟਰੀ ਕਰਦਾ ਕੋਈ, ਤਾਂ ਉਹਦੇ ਵਿੱਚ ਜਿਹੜੀ ਸਜ਼ਾ ਹੈਗੀ ਆ ਉਸਨੂੰ 7 ਸਾਲ ਤੱਕ ਦੀ ਹੋ ਸਕਦੀ ਹੈ। ਨੈਕਸਟ ਹੈ 453 ਪਨਿਸ਼ਮੈਂਟ ਫॉर लर्किंग हाउस ट्रेसपास और हाउस ब्रेकिंग। Whoever commits lurking house trespass or house breaking shall be punished with imprisonment 2 year। डरा के किसी व्यक्ति के घर में एंट्री कर जाना, ठीक है, और हाउस ब्रेकिंग कर लेना, ਤਾਂ ਸਜ਼ਾ ਹੈਗੀ ਹੈ 2 ਸਾਲ ਤੱਕ ਦੀ। ਇੱਥੇ ਕੋਈ ਇਹ ਨਹੀਂ ਦੱਸਿਆ ਵੀ ਕਾਹਦੇ ਲਈ ਗਿਆ, ਐਂਟਰੀ ਕਾਹਦੇ ਲਈ ਕੀਤੀ ਹੈ, ਕੋਈ offense ਕਮਿਟ ਕਰਨਾ ਸੀ ਜਾਂ ਨਹੀਂ ਕਰਨਾ ਸੀ, ਜਾਂ ਇਕੱਲੀ ਚੋਰੀ ਕਰਨੀ ਸੀ ਜਾਂ ਕੀ ਕਰਨਾ ਸੀ, ਕੁਛ ਨਹੀਂ ਦੱਸਿਆ ਗਿਆ ਹੈ ਜਾਂ। ਠੀਕ ਹੈ, ਪਨਿਸ਼ਮੈਂਟ ਹੈ ਫॉर लर्किंग हाउस ट्रेसपास और हाउस ब्रेकिंग। हाउस 'ਚ एंट्री ਕੀਤੀ ਹੈ ਡਰਾ ਕੇ, ਜਾਂ ਫਿਰ ਹਾਊਸ ਬ੍ਰੇਕ ਕੀਤਾ ਹੈਗਾ ਐਂਟਰੀ ਕਰਨ ਦੀ ਖਾਤਰ, ਜਿਹੜੀ ਸਜ਼ਾ ਹੈਗੀ ਹੈ 2 ਸਾਲ ਤੱਕ ਦੀ ਹੋ ਸਕਦੀ ਹੈ। ਨੈਕਸਟ ਹੈ 454 लर्किंग हाउस ट्रेसपास और हाउस ब्रेकिंग in order to commit offense punishable with imprisonment। घर 'ਚ एंट्री ਕੀਤੀ ਹੈ, ਘਰ ਤੋੜ ਕੇ एंट्री ਕੀਤੀ ਹੈ, ਠੀਕ ਹੈ, ਕਾਹਦੇ ਲਈ ਕੀਤੀ ਹੈ? ਕੋਈ offense ਕਮਿਟ ਕਰਨ ਲਈ, ਜਿਹਦੇ ਵਿੱਚ ਸਜ਼ਾ ਹੋ ਸਕਦੀ ਹੈ, ਜਿਹਦੇ ਵਿੱਚ ਸਜ਼ਾ ਹੋ ਸਕਦੀ ਹੈ। ਠੀਕ ਹੈ, ਐਸੇ offense ਦੇ ਲਈ ਜਿਹੜੀ ਸਜ਼ਾ ਹੈਗੀ ਹੈ 3 ਸਾਲ ਤੱਕ ਹੋ ਸਕਦੀ ਹੈ। ਪਰ ਜੇਕਰ ਉਹਨੇ ਜਿਹੜੀ ਐਂਟਰੀ ਕੀਤੀ ਹੈ ਹਾਊਸ ਬ੍ਰੇਕ ਕਰਕੇ, ਠੀਕ ਹੈ, ਚੋਰੀ ਕਰਨ ਦੇ ਮਕਸਦ ਦੇ ਨਾਲ, ਤਾਂ ਜਿਹੜੀ ਸਜ਼ਾ ਹੈਗੀ ਹੈ 10 ਸਾਲ ਤੱਕ ਹੋ ਸਕਦੀ ਹੈ। लर्किंग हाउस ट्रेसपास और हाउस ब्रेकिंग आफ्टर ਪ੍ਰੈਪਰੇਸ਼ਨ ਫॉर हर्ट, ਕਿਸੇ ਦੇ ਘਰ ਦੇ ਵਿੱਚ ਡਰਾ ਧਮਕਾ ਕੇ ਵੜਨਾ ਜਾਂ ਘਰ ਨੂੰ ਤੋੜ ਕੇ ਵੜ ਜਾਣਾ, ਕਾਹਦੇ ਲਈ? ਤਿਆਰੀ ਕਰਕੇ, ਪ੍ਰੈਪਰੇਸ਼ਨ ਕਰਕੇ, ਹਰਟ ਦੀ ਵੀ ਅਸਾਲਟ ਦੀ ਵੀ। ਲੋੜ ਪੈਣ ਤੇ ਉਹਨੂੰ ਡਰਾ ਵੀ ਦੇਣਾ, ਧਮਕਾ ਵੀ ਦੇਣਾ, ਤੇ ਪਕੜ ਕੇ ਵੀ ਰੱਖ ਲੈਣਾ ਬੰਦੇ ਨੂੰ ਜੇ ਜ਼ਰੂਰਤ ਪਈ ਤਾਂ। ਠੀਕ ਹੈ, ਤਾਂ ਇਹਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ 10 ਸਾਲ ਤੱਕ ਦੀ ਕੀਤੀ ਜਾ ਸਕਦੀ ਹੈ। ਇੰਪ੍ਰਿਜ਼ਨਮੈਂਟ of either description for a term which may extend to 10 year। punishment for lurking house trespass or house breaking by night, ਜੇ ਕੋਈ ਰਾਤ ਨੂੰ ਕਿਸੇ ਦੇ ਘਰ ਦੇ ਵਿੱਚ ਟ੍ਰੈਸਪਾਸਿੰਗ ਕਰਦਾ ਹੈ, ਠੀਕ ਹੈ, ਜਾਂ ਬ੍ਰੇਕਿੰਗ ਕਰਦਾ ਹਾਊਸ ਦੀ ਬਾਈ ਨਾਈਟ, ਤਾਂ ਜਿਹੜੀ ਸਜ਼ਾ ਹੈਗੀ ਹੈ 3 ਸਾਲ ਤੱਕ ਦੀ ਹੈ। ਪਰ ਇੱਥੇ offense ਬਾਰੇ ਕੋਈ ਗੱਲ ਨਹੀਂ ਕੀਤੀ ਗਈ, ਹੋਰ offense ਕਾਹਦੇ ਲਈ ਐਂਟਰੀ ਕੀਤੀ ਹੈ, 3 ਸਾਲ ਤੱਕ ਦੀ ਘੱਟ ਸਜ਼ਾ ਹੋ ਸਕਦੀ ਹੈ। ਨੈਕਸਟ ਜੇ ਕੋਈ ਉਹ offense ਕਮਿਟ ਕਰਦਾ ਹੈ, ਉਹਦੀ ਸਜ਼ਾ ਵੱਖਰੀ ਹੋਏਗੀ। 457 lurking house trespass or house breaking by night in order to commit offense punishable with imprisonment। ਹਾਊਸ ਟ੍ਰੈਸਪਾਸ ਕੀਤਾ ਗਿਆ, ਠੀਕ ਹੈ, ਹਾਊਸ ਤੋੜ ਕੇ, ਕਾਹਦੇ ਲਈ ਕੀਤਾ ਗਿਆ? ਕੋਈ offense ਕਮਿਟ ਕਰਨ ਦੀ ਖਾਤਰ ਤਿਆਰੀ ਕਰਕੇ ਰਾਤ ਨੂੰ, ਪੁਨਿਸ਼ੇਬਲ ਜਿਹਦੀ ਸਜ਼ਾ ਹੋ ਸਕਦੀ ਹੈ, ਉਸ offense ਨੂੰ ਕਮਿਟ ਕਰਨ ਦੀ ਖਾਤਰ ਹਾਊਸ ਬ੍ਰੇਕ ਕੀਤਾ ਹੈ, ਤਾਂ ਇਹਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ 5 ਸਾਲ ਤੱਕ ਦੀ ਹੋ ਸਕਦੀ ਹੈ। shall also be liable to fine if the offense intended to commit theft। ਜੇਕਰ ਜਿਹੜਾ ਇਹ offense ਕਮਿਟ ਕੀਤਾ ਹੈ, ਘਰ 'ਚ ਬ੍ਰੇਕਿੰਗ ਕੀਤੀ ਹੈ, ਹਾਊਸ ਬ੍ਰੇਕਿੰਗ ਕੀਤੀ ਹੈ, ਰਾਤ ਨੂੰ ਕੀਤੀ ਹੈ, ਠੀਕ ਹੈ, ਚੋਰੀ ਕਰਨ ਦੇ ਮਕਸਦ ਨਾਲ ਕੀਤਾ ਹੈ, ਤਾਂ ਜਿਹੜੀ ਸਜ਼ਾ ਹੈਗੀ ਹੈ ਉਹ ਵੱਧ ਕੇ 14 ਸਾਲ ਤੱਕ ਦੀ ਵੀ ਕੀਤੀ ਜਾ ਸਕਦੀ ਹੈ ਸਜ਼ਾ। ਰਾਤ ਨੂੰ ਕੋਈ ਕਿਸੇ ਦਾ ਘਰ ਤੋੜ ਕੇ ਕਿਸੇ ਦੇ ਘਰ 'ਚ ਵੜ ਜਾਣਾ, ਚੋਰੀ ਕਰਨ ਦੇ ਮਕਸਦ ਦੇ ਨਾਲ ਵੜ ਜਾਣਾ, ਤਾਂ ਜਿਹੜੀ ਸਜ਼ਾ ਜ਼ਿਆਦਾ 14 ਈਅਰ ਦੀ ਹੈ। ਅਦਰਵਾਈਜ਼ ਜੇ ਚੋਰੀ ਨਾ ਕੀਤੀ ਗਈ ਹੋਵੇ, ਚੋਰੀ ਦਾ ਇਰਾਦਾ ਕੋਈ ਨਾ ਹੋਵੇ, ਤਾਂ ਸਜ਼ਾ ਹੈਗੀ ਹੈ 5 ਸਾਲ ਦੀ ਹੈ। ਲਰਕਿੰਗ ਹਾਊਸ ਟ੍ਰੈਸਪਾਸ ਔਰ ਬ੍ਰੇਕਿੰਗ
बाय नाइट आफ्टर प्रेपरेशन ऑफ हार्ट असल्ट और रॉन्गफुल ਤਿਆਰੀ ਕਰਕੇ ਆਦੀ ਤਿਆਰੀ ਕਰਕੇ ਹੱਟ ਫੇਟ ਮਾਰਨ ਦੀ ਵੀ ਹਥਿਆਰ ਵਗੈਰਾ ਲੈ ਕੇ ਵੀ ਰਾਤ ਨੂੰ ਘਾ ਕੇ ਵੀ ਰੌਂਗਫੁਲ ਰਿਸਟੇਂਟ ਨੂੰ ਪਕੜ ਕੇ ਵੀ ਠੀਕ ਹੈ ਕਿਸੇ ਦੇ ਘਰ ਦੇ ਵਿੱਚ ਕੋਈ ਐਂਟਰੀ ਕਰਦਾ ਹੈ ਰਾਤ ਨੂੰ ਤੋੜ ਸੌਰੀ ਹਾਊਸ ਬ੍ਰੇਕ ਕਰਕੇ ਕਿਸੇ ਘਰ 'ਚ ਐਂਟਰੀ ਕਰਦਾ ਹੈ ਤਾਂ ਜਿਹੜੀ ਸਜ਼ਾ ਹੈਗੀ ਹੈ ਉਹ 14 ਈਅਰ ਤੱਕ ਦੀ ਹੋ ਸਕਦੀ ਹੈ। ਫਿਰ ਹੈ 459 ਗ੍ਰੀਵਸ ਹਰਟ caused by committing lurking house trespass or house breaking। ਕਿਸੇ ਨੂੰ ਕੋਈ ਵਿਅਕਤੀ ਉਹਦਾ ਘਰ ਤੋੜ ਕੇ ਜਦੋਂ ਅੰਦਰ ਵੜਦਾ ਹੈਗਾ ਅੰਦਰ ਵੜ ਕੇ ਫਿਰ ਕੀ ਹੈਗਾ ਉਸ ਨੂੰ ਕੋਈ ਜ਼ਖਮੀ ਕਰ ਦਿੰਦਾ ਗ੍ਰੀਵਸ ਹਰਟ ਕਰ ਦਿੰਦਾ ਹੈ ਕੋਈ ਬਹੁਤ ਜ਼ਿਆਦਾ ਸੱਟ ਮਾਰ ਦਿੰਦਾ ਹੈ ਵੱਡੀ ਸੱਟ ਮਾਰ ਦਿੰਦਾ ਹੈ ਉਹਦੇ ਵਿੱਚ ਉਸ ਵਿਅਕਤੀ ਨੂੰ ਸਜ਼ਾ ਕਿੰਨੀ ਹੋ ਸਕਦੀ ਹੈ ਉਮਰ ਕੈਦ ਹੋ ਸਕਦੀ ਹੈ ਜਾਂ ਫਿਰ 10 ਸਾਲ ਤੱਕ ਦੀ ਸਜ਼ਾ ਵੀ ਕੀਤੀ ਜਾ ਸਕਦੀ ਹੈ। 460 ਕੀ ਹੈਗਾ all the persons jointly concerned in lurking house trespass or house breaking by night punishable with their death or grievous hurt caused by one of them। ਜੇਕਰ ਕਿਸੇ ਵਿਅਕਤੀ ਦੇ ਘਰ ਦੇ ਵਿੱਚ ਐਂਟਰੀ ਕਰਦੇ ਨੇ ਕੋਈ ਵਿਅਕਤੀ ਲੋਕ ਠੀਕ ਹੈ ਬ੍ਰੇਕਿੰਗ ਬਾਈ ਨਾਈਟ ਰਾਤ ਨੂੰ punishable their death or grievous hurt caused ਕਿਸੇ ਬੰਦੇ ਦੀ ਕੋਈ ਮੌਤ ਹੋ ਜਾਂਦੀ ਹੈ ਜਾਂ ਕੋਈ ਜ਼ਖਮੀ ਗ੍ਰੀਵਸ ਹਰਟ ਹੋ ਜਾਂਦੀ ਹੈ ਉਸ ਨੂੰ ਤਾਂ ਜਿਹੜੀ ਸਜ਼ਾ ਹੈਗੀ ਆ ਉਹਨਾਂ ਵਿਅਕਤੀਆਂ ਨੂੰ ਜਿਨ੍ਹਾਂ ਨੇ ਇਹ offense ਕਮਿਟ ਕੀਤਾ ਹੈਗਾ ਤਾਂ ਉਮਰ ਕੈਦ ਵੀ ਹੋ ਸਕਦੀ ਹੈ ਔਰ imprisonment may extend to 10 years and shall also be liable to fine। ਕਿਸੇ ਵਿਅਕਤੀ ਦੀ ਮੌਤ ਹੋ ਗਈ ਹੋਵੇ ਜਾਂ ਕੋਈ ਸਖਤ ਜ਼ਖਮੀ ਹੋ ਗਿਆ ਹੋਵੇ ਤਾਂ ਉਮਰ ਕੈਦ ਹੋ ਸਕਦੀ ਹੈ ਇਸ ਕੇਸ ਦੇ ਵਿੱਚ। ਨੈਕਸਟ ਹੈ 461 dishonestly breaking open receptacle containing property। ਬੇਈਮਾਨੀ ਦੇ ਨਾਲ ਕਿਸੇ ਦਾ ਘਰ ਤੋੜ ਕੇ ਕਿਸੇ ਦੀ ਕੋਈ ਜਿੱਥੇ ਉਹਨੇ ਕੋਈ ਆਪਦੀ ਪ੍ਰੋਪਰਟੀ ਸਟੋਰ ਕਰਕੇ ਰੱਖੀ ਗਈ ਹੈ ਠੀਕ ਹੈ ਉਹਦੇ 'ਚ ਐਂਟਰੀ ਕਰ ਜਾਣਾ ਕਿਸੇ ਨੇ ਆਪਦੀ ਕੋਈ ਜਾਇਦਾਦ ਸੰਭਾਲ ਕੇ ਰੱਖੀ ਵੀ ਹੈ ਕੋਈ ਸਟੋਰ ਹੈ ਮਤਲਬ ਇਹ ਕਹਿ ਲਈਏ ਕਿਸੇ ਸਟੋਰ ਦੇ ਵਿੱਚ ਐਂਟਰ ਕਰ ਜਾਣਾ ਕੰਟੇਨਿੰਗ ਪ੍ਰੋਪਰਟੀ ਰਿਸੈਪਟੇਕਲਸ ਕੰਟੇਨਿੰਗ ਪ੍ਰੋਪਰਟੀ ਤਾਂ ਉਹਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ ਬ੍ਰੇਕ ਕੀਤੀ ਗਈ ਹੈ ਜੇ ਇਕੱਲੀ ਤਾਂ ਸਜ਼ਾ ਹੈਗੀ ਹੈ 2 ਸਾਲ ਤੱਕ ਦੀ ਹੋ ਸਕਦੀ ਹੈ। punishment for the same offence when committed by the person entrusted with custody। imprisonment either description 3 ਜਾਂ 3 ਸਾਲ ਤੱਕ ਦੀ ਹੈ। ਇਹ ਕੀ ਆ ਗਿਆ ਅੱਗੇ ਛੱਡ ਦਿਓ ਤੁਹਾਨੂੰ ਚੈਪਟਰ 8 18 ਇਹ ਆਪਣੇ ਸਿਲੇਬਸ ਨਹੀਂ ਹੈਗਾ। ब्रीच ऑफ कॉन्ट्रैक्ट ब्रीच हो चुका है ब्रीच ऑफ कॉन्ट्रैक्ट टू अटेंड ऑन द सप्लाई नॉट रेलिवेंट। कोहैबिटेशन सेक्शन 483 चैप्टर 20 कोहैबिटेशन ਇਹ ਹੈਗਾ ਜਿਹੜਾ ਅਫੈਂਸ ਦਾ ਰਿਲੇਟਿੰਗ ਟੂ ਦਾ ਮੈਰਿਜ ਨਾਲ ਸੰਬੰਧੀ ਹੈਗੇ ਨੇ ਇਹ ਕੁਐਸਚਨ ਮਤਲਬ ਕਿ ਆਮ ਜਿਹੜੇ ਪ੍ਰੈਕਟੀਕਲ ਦੇ ਵਿੱਚ ਹੈਗੇ ਆ ਆਮ ਇਹ ਜਿਹੜੀ ਆਮ ਇਦਾਂ ਦੇ ਜਿਹੜੇ ਅਫੈਂਸ ਕਮਿਟ ਕੀਤੇ ਜਾਂਦੇ ਨੇ ਠੀਕ ਹੈ ਇਹਦੇ ਬਹੁਤ ਸਾਰੀਆਂ ਜਿਹੜੀਆਂ ਐਗਜ਼ਾਮਪਲਸ ਹੈਗੀਆਂ ਬਹੁਤ ਸਾਰੇ ਕੋਰਟ ਕੇਸ ਚੱਲਦੇ ਨੇ ਬਹੁਤ ਸਾਰੀਆਂ FIR ਲਾਜ਼ ਹੁੰਦੀਆਂ ਨੇ ਇਹਨਾਂ ਸੈਕਸ਼ਨ ਦੇ ਵਿੱਚ 439 ਤੋਂ ਲੈ ਕੇ 498 ਇਹ ਮੈਰਿਜ ਨਾਲ ਸੰਬੰਧਿਤ ਜਿਹੜੇ ਹੈਗੇ ਸੈਕਸ਼ਨ ਨੇ ਇਹਨਾਂ ਤੇ ਕੁਐਸਚਨ ਜ਼ਰੂਰ ਆਉਣ ਦੀ ਸੰਭਾਵਨਾ ਹੁੰਦੀ ਹੈ ਜਿਹੜਾ ਧਿਆਨ ਨਾਲ ਸੁਣਿਓ ਠੀਕ ਹੈ ਜੀ ਦੁਬਾਰਾ ਰਿਵਾਈਜ਼ ਵੀ ਕਰ ਲਿਓ। ਕੋਹੈਬਿਟੇਸ਼ਨ caused by a man deceitfully inducing a belief of lawful marriage। ਕਿੰਨਾ ਸੈਕਸ਼ਨ ਹੈ ਜੀ 493 ਵੈਰੀ ਇੰਪੋਰਟੈਂਟ ਹੈ ਜੀ। ਕੋਹੈਬਿਟੇਸ਼ਨ ਕਿਸੇ ਵੂਮਨ ਦੇ ਨਾਲ ਆਪਦੇ ਸੰਬੰਧ ਬਣਾਉਣਾ ਕਿਸੇ ਵੂਮਨ ਦੇ ਨਾਲ ਸੈਕਸ਼ੂਅਲ ਇੰਟਰਕੋਰਸ ਕਰਨਾ ਧੋਖੇ ਦੇ ਨਾਲ ਧੋਖਾ ਕੀ ਦੇ ਕੇ ਉਹਨੂੰ ਇੰਡਿਊਸ ਕਰਕੇ ਉਹਨੂੰ ਭਰਮਾ ਕੇ ਵੀ ਮੈਂ ਤੇਰੇ ਨਾਲ ਸ਼ਾਦੀ ਕਰਵਾਊਂਗਾ ਠੀਕ ਹੈ ਸ਼ਾਦੀ ਦਾ ਲਾਰਾ ਲੱਪਾ ਲਾ ਕੇ ਕਹਿ ਲਈ ਆਪਾਂ ਠੀਕ ਹੈ ਉਹਦੇ ਨਾਲ ਕੋਹੈਬਿਟੇਸ਼ਨ ਕਰਨਾ। ਕੋਹੈਬਿਟੇਸ਼ਨ ਮਤਲਬ ਸੈਕਸ਼ੂਅਲ ਇੰਟਰਕੋਰਸ ਦੈਟ ਬਲੀਫ ਕੋਈ ਇੱਦਾਂ ਦਾ ਕੋਈ ਵਿਅਕਤੀ ਹੈਗਾ ਕਿਸੇ ਲੇਡੀ ਦੇ ਨਾਲ ਕਿਸੇ ਵੂਮਨ ਦੇ ਨਾਲ ਉਹਨੂੰ ਧੋਖਾ ਦੇ ਕੇ ਉਸ ਨੂੰ ਡਿਸੀਟਫੁਲੀ ਕਰਕੇ ਉਸ ਨੂੰ ਮਤਲਬ ਕਿ ਭਰਮਾ ਕੇ ਵੀ ਮੈਂ ਤੇਰੇ ਨਾਲ ਸ਼ਾਦੀ ਕਰਵਾਵਾਂਗਾ। ਨਾਟ ਲawfully ਮੈਰਿਡ ਟੂ ਹਿਮ ਪਰ ਉਹਦੇ ਨਾਲ ਵਿਆਹ ਨਹੀਂ ਕਰਵਾਉਂਦਾ ਹੈਗਾ ਠੀਕ ਹੈ। ਕੋਹੈਬਿਟ ਕਰਦਾ ਉਹਦੇ ਨਾਲ। ਕੋਹੈਬਿਟ ਕੀ ਹੁੰਦਾ ਕੋਹੈਬਿਟ ਮਤਲਬ ਸੈਕਸ਼ੂਅਲ ਇੰਟਰਕੋਰਸ ਹੁੰਦਾ ਹੈ ਵਿਦ ਹਿਮ ਇਨ ਦੈਟ ਬਲੀਫ ਇਹਨੂੰ ਅਸੀਂ ਰੇਪ ਨਹੀਂ ਕਹਿ ਸਕਦੇ ਠੀਕ ਹੈ ਉਹਦੀ ਕੰਸੈਂਟ ਹੁੰਦੀ ਹੈ ਪਰ ਉਸਨੂੰ
ਧੋਖਾ ਦਿੱਤਾ ਜਾਂਦਾ ਵੀ ਮੈਂ ਤੇਰੇ ਨਾਲ ਸ਼ਾਦੀ ਕਰਵਾਵਾਂਗਾ। ਐਦਾਂ ਕਿਸੇ ਲੇਡੀ ਦੇ ਨਾਲ ਕੋਈ ਇੱਦਾਂ ਜਿਹੜੀ ਕੋਹੈਬਿਟੇਸ਼ਨ ਕਰਨਾ, ਠੀਕ ਹੈ, ਉਹਦੇ 'ਚ ਜਿਹੜੀ ਸਜ਼ਾ ਹੋ ਸਕਦੀ ਹੈ ਉਸ ਵਿਅਕਤੀ ਨੂੰ ਉਮਰ ਕੈਦ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਐਂਡ ਸ਼ੈਲ ਆਲਸੋ ਬੀ ਲਾਇਬਲ ਟੂ ਫਾਈਨ। ਕਿਸੇ ਲੇਡੀ ਦੇ ਨਾਲ ਧੋਖੇ ਦੇ ਨਾਲ ਸੈਕਚੁਅਲ ਇੰਟਰਕੋਰਸ ਕਰਦੇ ਰਹਿਣਾ ਤੇ ਉਸ ਨੂੰ ਲਾਰਾ ਲੱਪਾ ਲਗਾ ਕੇ ਰਹਿ ਕੇ ਮੈਂ ਤੇਰੇ ਨਾਲ ਸ਼ਾਦੀ ਕਰਵਾਵਾਂਗਾ, ਪਰ ਸ਼ਾਦੀ ਨਾ ਕਰਵਾਉਣਾ, ਠੀਕ ਹੈ। ਉਹਦੇ ਵਿੱਚ ਉਹਦੀ ਜਦੋਂ ਕੋਈ ਕੰਪਲੇਂਟ ਕਰਦੀ ਹੈ ਲੇਡੀ, ਤਾਂ ਉਸ ਨੂੰ ਉਸ ਕੇਸ ਦੇ ਵਿੱਚ ਜਿਹੜੀ ਹੈਗੀ ਹੈ ਵਿਅਕਤੀ ਨੂੰ ਐਸਾ ਜਿਹੜਾ offense commit ਕਰਦਾ ਹੈਗਾ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਨੈਕਸਟ ਹੈ 494, ਮੈਰਿੰਗ ਅਗੇਨ ਡਿਊਰਿੰਗ ਲਾਈਫ ਟਾਈਮ ਆਫ ਹਸਬੈਂਡ ਔਰ ਵਾਈਫ। ਦੁਬਾਰਾ ਸ਼ਾਦੀ ਕਰਵਾ ਲੈਣਾ ਹਸਬੈਂਡ ਵੱਲੋਂ ਜਾਂ ਵਾਈਫ ਵੱਲੋਂ, ਆਪਣਾ ਜਿਹੜਾ ਹੈਗਾ ਸਪਾਊਸ ਹੋਣ ਦੇ ਬਾਵਜੂਦ ਵੀ, ਜੇ ਕੋਈ ਹਸਬੈਂਡ ਹੈ ਉਹਦੀ ਆਲਰੇਡੀ ਮੈਰਿਡ ਹੈ ਤਾਂ ਕਿਸੇ ਹੋਰ ਨਾਲ ਮੈਰਿਜ ਕਰਵਾ ਲੈਣਾ। ਜੇ ਕੋਈ ਲੇਡੀ ਹੈ ਉਹਦਾ ਆਲਰੇਡੀ ਹਸਬੈਂਡ ਹੈਗਾ, ਉਹ ਕਿਸੇ ਹੋਰ ਵਿਅਕਤੀ ਦੇ ਨਾਲ ਮੈਰਿਜ ਕਰਵਾ ਲਵੇ, ਠੀਕ ਹੈ। ਮੈਰਿੰਗ ਅਗੇਨ ਡਿਊਰਿੰਗ ਲਾਈਫ ਟਾਈਮ ਆਫ ਹਸਬੈਂਡ ਔਰ ਵਾਈਫ, ਆਪਣੀ ਵਾਈਫ ਦੀ ਹੁੰਦਿਆਂ ਹੋਇਆਂ ਜਾਂ ਆਪਣੇ ਹਸਬੈਂਡ ਦੇ ਹੁੰਦਿਆਂ ਹੋਇਆਂ, ਠੀਕ ਹੈ। ਕੋਈ ਵੀ ਹਸਬੈਂਡ ਜਾਂ ਕੋਈ ਵੀ ਵਾਈਫ ਜਿੰਦੇ ਜੀ ਸ਼ਾਦੀ ਕਰਵਾ ਲੈਂਦੇ ਆ ਕਿਸੇ ਹੋਰ ਵਿਅਕਤੀ ਦੇ ਨਾਲ। ਵਾਈਫ ਹੈ ਉਹ ਕਿਸੇ ਜੈਂਟਸ ਨਾਲ ਕਰਾ ਲੈਂਦੀ ਹੈ ਮੈਰਿਜ, ਜੇ ਹਸਬੈਂਡ ਹੈ ਤਾਂ ਕਿਸੇ ਵਾਈਫ ਨਾਲ, ਕਿਸੇ ਹੋਰ ਲੇਡੀ ਨਾਲ ਮੈਰਿਜ ਕਰਵਾ ਲੈਂਦਾ ਹੈ। ਮੈਰਿਜ ਇਨ ਐਨੀ ਕੇਸ ਇਨ ਵਿਚ ਸਚ ਮੈਰਿਜ ਇਜ਼ void, ਤਾਂ ਜਿਹੜੀ ਸਜ਼ਾ ਇੱਥੇ ਹੋ ਸਕਦੀ ਹੈ ਉਸਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਉਸ ਵਿਅਕਤੀ ਨੂੰ, ਚਾਹੇ ਉਹ ਵੂਮੈਨ ਹੈ ਚਾਹੇ ਉਹ ਜੈਂਟਸ ਹੈ, ਠੀਕ ਹੈ। ਆਪਣੇ ਸਪਾਊਸ ਦੇ ਹੁੰਦੇ ਹੋਇਆਂ ਦੂਜੀ ਸ਼ਾਦੀ ਕਰਵਾਉਣਾ ਜਿਹੜਾ ਹੈਗਾ ਜੁਰਮ ਹੈਗਾ, ਉਹਦੇ ਵਿੱਚ ਜਿਹੜੀ ਹੈਗੀ ਆ ਸਜ਼ਾ 7 ਸਾਲ ਤੱਕ ਦੀ ਹੋ ਸਕਦੀ ਹੈ। ਉਹਨੇ ਕੇਸਾਂ ਵਿੱਚ ਹਸਬੈਂਡ ਹੋਵੇ ਚਾਹੇ ਵਾਈਫ ਹੋਵੇ। 495, ਸੇਮ offense ਵਿਦ ਕੰਸੀਲਮੈਂਟ ਆਫ ਫਾਰਮਰ ਮੈਰਿਜ, ਪਹਿਲਾਂ ਮੈਰਿਜ ਹੋਈ ਹੋਵੇ ਉਹਨੂੰ ਕੰਸੀਲ ਕਰ ਲਿਆ ਜਾਵੇ, ਛੁਪਾ ਕੇ। ਸੇਮ offense ਵਿਦ ਕੰਸੀਲਮੈਂਟ ਆਫ ਫਾਰਮਰ ਮੈਰਿਜ from the person with whom subsequent marriage is contracted, ਕਿਸੇ ਦੂਜੇ ਦੇ ਨਾਲ ਦੁਬਾਰਾ ਸ਼ਾਦੀ ਕਰਵਾਉਣਾ ਨਹੀਂ, ਪਹਿਲੀ ਮੈਰਿਜ ਨੂੰ ਛੁਪਾ ਲੈਣਾ। ਉਸ ਨੂੰ ਵੀ ਨਾ ਦੱਸਣਾ ਜਿਹਦੇ ਨਾਲ ਮੈਰਿਜ ਕਰਵਾ ਰਿਹਾ ਹੈ। ਦੇਖੋ ਉੱਪਰਲੇ ਕੇਸ 'ਚ ਫਰਕ ਹੈਗਾ ਇਸ ਗੱਲ ਦਾ ਵੀ ਉਹਦੇ ਵਿੱਚ ਉਹਨੇ ਕੰਸੀਲ ਨਹੀਂ ਕੀਤਾ, ਉਹਨੂੰ ਪਤਾ ਹੈ ਵੀ ਪਹਿਲਾਂ ਮੈਰਿਜ ਦੀ ਹੋਈ ਵੀ ਹੈ। ਇਸ ਕੇਸ ਦੇ ਵਿੱਚ ਕੀ ਹੈਗਾ, ਕੰਸੀਲ ਕਰ ਲਿਆ ਉਸਨੇ, ਆਪਦੀ ਜਿਹੜੀ ਪਹਿਲੀ ਸ਼ਾਦੀ ਹੋਈ ਹੈ ਉਹਨੂੰ ਕੰਸੀਲ ਕਰ ਲਿਆ, ਛੁਪਾ ਲਿਆ, ਛੁਪਾ ਕੇ ਦੁਬਾਰਾ ਦੂਜੀ ਮੈਰਿਜ ਕਰਵਾ ਲਈ। ਹਸਬੈਂਡ, ਜੇ ਕੋਈ ਹਸਬੈਂਡ ਹੈ ਤਾਂ ਉਹਨੇ ਕਿਸੇ ਹੋਰ ਲੇਡੀ ਨਾਲ ਮੈਰਿਜ ਕਰਵਾ ਲਈ, ਜੇ ਕੋਈ ਲੇਡੀ ਹੈ ਵਾਈਫ ਹੈ ਕਿਸੇ ਹੋਰ ਦੀ, ਤਾਂ ਉਸਨੇ ਕਿਸੇ ਹੋਰ ਹਸਬੈਂਡ ਨਾਲ ਮੈਰਿਜ ਕਰਵਾ ਲਈ। ਤਾਂ ਇਹਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ 10 ਸਾਲ ਤੱਕ ਦੀ ਹੋ ਸਕਦੀ ਹੈ। ਉੱਪਰਲੇ ਕੇਸ ਸੀ ਸਜ਼ਾ 7 ਸਾਲ ਦੀ, ਇੱਥੇ ਛੁਪਾ ਕੇ ਕੀਤੀ ਹੈ ਸਜ਼ਾ। ਜਿਹਦੇ ਨਾਲ ਮੈਰਿਜ ਕਰਵਾਈ ਹੈ ਉਹ ਤੋਂ ਛੁਪਾਇਆ ਗਿਆ, ਜਿਹਦੇ ਨਾਲ ਮੈਰਿਜ ਕਰਵਾਈ ਹੈ ਉਹਨੂੰ ਧੋਖੇ 'ਚ ਰੱਖਿਆ ਗਿਆ, ਠੀਕ ਹੈ। ਉਹਦੇ 'ਚ ਜਿਹੜੀ ਸਜ਼ਾ ਹੈਗੀ ਹੈ 10 ਸਾਲ ਤੱਕ ਦੀ ਹੋ ਸਕਦੀ ਹੈ। ਸੈਕਸ਼ਨ 496, ਮੈਰਿਜ ਸੈਰਾਮਨੀ ਫਰਾਡੂਲੈਂਟਲੀ ਗੋਨ ਥਰੂ, ਜਾਲੀ ਮੈਰਿਜ ਸੈਰਾਮਨੀ ਮਤਲਬ ਕਿ ਕਰਨੀ ਧੋਖੇ ਦੇ ਨਾਲ। ਗੋਨ ਥਰੂ ਵਿਦਾਊਟ ਲਾਫੁਲ ਮੈਰਿਜ, ਅਸਲੀ ਮੈਰਿਜ ਨਹੀਂ ਹੈਗੀ, ਜਾਲੀ ਮੈਰਿਜ ਕਰਕੇ ਦਿਖਾਣੀ ਕਿਸੇ ਨੂੰ। ਪਰ ਪਤਾ ਹੋਣ ਦੇ ਬਾਵਜੂਦ ਵੀ ਮੈਂ ਮੈਰਿਜ ਨਹੀਂ ਕਰਵਾ ਰਿਹਾ, ਅਸਲ ਦੇ ਵਿੱਚ ਫਰਾਡ ਕਰ ਰਿਹਾ ਕਿਸੇ ਹੋਰ ਨਾਲ। ਜੇ ਕੋਈ ਲੇਡੀ ਹੈ ਕਿਸੇ ਜੈਂਟਸ ਨਾਲ ਫਰਾਡ ਕਰਦੀ ਹੈ, ਕੋਈ ਜੈਂਟਸ ਹੈ ਕਿਸੇ ਲੇਡੀ ਨਾਲ ਫਰਾਡ ਕਰਦਾ ਹੈਗਾ, ਠੀਕ ਹੈ। ਪਤਾ ਉਹਨੂੰ ਮੈਂ ਮੈਰਿਜ ਨਹੀਂ ਕਰਵਾ ਰਿਹਾ ਅਸਲ ਦੇ ਵਿੱਚ, ਪਰ ਮੈਰਿਜ ਸੈਰਾਮਨੀ ਕਰਵਾ ਲੈਂਦਾ ਧੋਖੇ ਦੇ ਨਾਲ, ਤਾਂ ਉਹਦੇ ਜਿਹੜੀ ਸਜ਼ਾ ਹੈਗੀ ਹੈ 7 ਸਾਲ ਤੱਕ ਦੀ ਹੋ ਸਕਦੀ ਹੈ। ਸੈਕਸ਼ਨ 497, ਅਡਲਟਰੀ ਕੀ ਹੁੰਦਾ ਹੈ, ਫੇਮਸ ਹੈ, ਇਹਦੇ ਤੇ ਕੁਐਸਚਨ ਕਈ ਵਾਰੀ ਆ ਜਾਂਦਾ ਹੈਗਾ। ਅਡਲਟਰੀ, ਜੋ ਕੋਈ ਲੇਡੀ, ਕੋਈ ਵੂਮੈਨ ਜਿਹੜੀ ਹੈਗੀ ਹੈ, ਵੂਮੈਨ ਨਹੀਂ ਆਪਾਂ ਵਾਈਫ ਕਹਾਂਗੇ, ਵਾਈਫ, ਵੂਮੈਨ ਤਾਂ ਅਨਮੈਰਿਡ ਵੀ ਹੋ ਸਕਦੀ ਹੈ, ਠੀਕ ਹੈ। ਵਾਈਫ ਕਹਾਂਗੇ, ਕਿਸੇ ਹਸਬੈਂਡ ਦੀ ਕੋਈ ਵਾਈਫ ਹੈ, ਠੀਕ ਹੈ, ਉਹਨੂੰ ਪਤਾ ਹੈ ਆਪਦੇ ਹਸਬੈਂਡ ਦੇ ਹੁੰਦਿਆਂ ਹੋਇਆਂ ਵੀ ਉਹ ਕਿਸੇ ਹੋਰ ਵਿਅਕਤੀ ਦੇ ਨਾਲ ਕੋਈ ਸੈਕਸ਼ੂਅਲ ਇੰਟਰਕੋਰਸ ਕਰਦੀ ਹੈ। ਆਪਣੇ ਹਸਬੈਂਡ ਦੇ ਹੁੰਦਿਆਂ ਹੋਇਆਂ ਕੋਈ ਵਾਈਫ ਕਿਸੇ ਹੋਰ ਵਿਅਕਤੀ ਦੇ ਨਾਲ ਸੈਕਸ਼ੂਅਲ ਇੰਟਰਕੋਰਸ ਕਰਦੀ ਹੈ, ਆਪਦੀ ਮਰਜ਼ੀ ਦੇ ਨਾਲ ਕੰਸੈਂਟ ਦਿੰਦੀ ਹੈ ਉਸਨੂੰ, ਠੀਕ ਹੈ।
ਆਪਣੇ ਹਸਬੈਂਡ ਦੀ ਕੰਸੈਂਟ ਤੋਂ ਬਿਨਾ। ਜੇਕਰ ਹਸਬੈਂਡ ਕੰਸੈਂਟ ਦੇ ਵਿੱਚ ਤਾਂ ਗੱਲ ਵੱਖਰੀ ਹੈ। ਆਪਣੇ ਹਸਬੈਂਡ ਦੀ ਕੰਸੈਂਟ ਤੋਂ ਬਗੈਰ ਕਿਸੇ ਹੋਰ ਵਿਅਕਤੀ ਨਾਲ ਇੰਟਰਕੋਰਸ ਕਰਦੀ ਹੈ, ਸੈਕਸੁਅਲ ਇੰਟਰਕੋਰਸ ਤਾਂ ਜਿਹੜੀ ਹੈਗੀ ਸੱਚ ਸੈਕਸੁਅਲ ਇੰਟਰਕੋਰਸ ਨਾਟ ਅਮਾਉਂਟਿੰਗ ਟੂ offense of rape, ਇਸ ਨੂੰ ਅਸੀਂ ਰੇਪ ਨਹੀਂ ਕਹਿ ਸਕਦੇ। ਇਹਨੂੰ ਰੇਪ ਨਹੀਂ ਕਿਹਾ ਜਾ ਸਕਦਾ। ਇਸ ਕੇਸ ਦੇ ਵਿੱਚ ਕੀ ਹੈਗੀ ਹੈ, ਜਿਹੜੀ ਸਜ਼ਾ ਹੈਗੀ ਹੈ ਉਸ ਲੇਡੀ ਨੂੰ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਵਿਦ ਫਾਈਨ ਵੀ ਹੋ ਸਕਦਾ ਹੈ। 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਕਿਸੇ ਦੂਜੇ ਵਿਅਕਤੀ ਨਾਲ ਸੰਬੰਧ ਬਣਾ ਕੇ ਰੱਖਣਾ, ਆਪਣੇ ਹਸਬੈਂਡ ਨੂੰ ਚੋਰੀ ਛਿਪੇ, ਠੀਕ ਹੈ, ਆਪਣੀ ਮਰਜ਼ੀ ਦੇ ਨਾਲ, ਇਹਨੂੰ ਅਸੀਂ ਅਡਲਟਰੀ ਕਹਿੰਦੇ ਆ। ਇਸ ਦੀ ਸਜ਼ਾ 5 ਸਾਲ ਤੱਕ ਦੀ ਹੋ ਸਕਦੀ ਹੈ। 498 in teasing or talking or taking away or detaining with criminal intent a married woman, ਕਿਸੇ ਮੈਰਿਡ ਵੂਮੈਨ ਨੂੰ ਕਿਸੇ ਵਿਅਕਤੀ ਵੱਲੋਂ ਕਿਤੇ ਲਿਜਾਇਆ ਜਾਵੇ, ਕਿਤੇ ਦੂਰ, ਠੀਕ ਹੈ, ਉਹਨੂੰ ਭਰਮਾ ਕੇ, ਅਟੈਕਟ ਕਰਕੇ, ਟੇਕਿੰਗ ਅਵੇ ਔਰ ਡਿਟੇਨਿੰਗ ਵਿਦ ਕ੍ਰਿਮੀਨਲ ਇੰਟੈਂਟ, ਗਲਤ ਮਨਸ਼ਾ ਦੇ ਨਾਲ, ਕਾਹਦੇ ਲਈ, ਇਲੀਸਿਟ ਇੰਟਰਕੋਰਸ ਕਰਨ ਦੇ ਮਕਸਦ ਦੇ ਨਾਲ, ਵਿਦ ਐਨੀ ਪਰਸਨ, ਕਿਸੇ ਹੋਰ ਵਿਅਕਤੀ ਦੇ ਨਾਲ ਗੈਰ ਕਾਨੂੰਨੀ ਤੌਰ ਤੇ ਇੰਟਰਕੋਰਸ ਕਰਨ ਦੀ ਖਾਤਰ, ਔਰ ਕੰਸੀਲਸ ਔਰ ਡਿਟੇਨਸ, ਉਹਨੂੰ ਕੰਸੀਲ ਕਰਕੇ ਰੱਖਣਾ, ਉਹਨੂੰ ਛੁਪਾ ਕੇ ਰੱਖ ਲੈਣਾ, ਉਹਨੂੰ ਕਿਤੇ ਨਾ ਕਿਤੇ ਲੁਕੋ ਕੇ ਰੱਖ ਲੈਣਾ, ਇੰਟੈਂਟ ਐਨੀ ਸੱਚ ਵੂਮੈਨ, ਤਾਂ ਉਸ ਵਿਅਕਤੀ ਨੂੰ ਜਿਹੜੀ ਸਜ਼ਾ ਹੈਗੀ ਹੈ ਉਹ ਪਨਿਸ਼ਡ ਵਿਦ ਇੰਪ੍ਰਿਜ਼ਨਮੈਂਟ 2 ਈਅਰ ਦੀ ਸਜ਼ਾ ਹੋ ਸਕਦੀ ਹੈ, 2 ਸਾਲ ਦੀ ਸਜ਼ਾ ਹੋ ਸਕਦੀ ਹੈ। ਏਦਾਂ ਕਿਸੇ ਨੂੰ ਲੈ ਕੇ ਜਾਣਾ ਕਿਸੇ ਇੱਧਰ ਉੱਧਰ, ਜਾਂ ਕਿਸੇ ਨੂੰ ਡਿਟੇਨ ਕਰਕੇ ਰੱਖ ਲੈਣਾ ਇੱਧਰ, ਕਿਸੇ ਲੇਡੀ ਨੂੰ ਕਿਸੇ ਵਿਅਕਤੀ ਵੱਲੋਂ। ਨੈਕਸਟ ਹੈ ਸੈਕਸ਼ਨ 498A, ਵੈਰੀ ਇੰਪੋਰਟੈਂਟ ਸੈਕਸ਼ਨ ਹੈ। ਬਹੁਤ ਸਾਰੇ ਇਹਦੇ ਤੇ ਜਿਹੜੇ ਕੇਸ ਨੇ ਕੋਰਟਾਂ ਚੱਲਦੇ ਪਏ ਨੇ। ਕ੍ਰੂਅਲਟੀ ਬਾਈ ਹਸਬੈਂਡ ਔਰ ਰਿਲੇਟਿਵ ਆਫ ਦਾ ਹਸਬੈਂਡ, ਕਿਸੇ ਲੇਡੀ ਦੇ ਨਾਲ, ਕਿਸੇ ਵੂਮੈਨ ਦੇ ਨਾਲ, ਕਿਸੇ ਹਸਬੈਂਡ ਵੱਲੋਂ ਜਾਂ ਹਸਬੈਂਡ ਦੇ ਕਿਸੇ ਪਰਿਵਾਰ ਦੇ ਮੈਂਬਰ ਵੱਲੋਂ ਕ੍ਰੂਅਲਟੀ ਕਮਿਟ ਕਰਨਾ, ਉਹਦੇ ਨਾਲ ਬੁਰਾ ਵਿਵਹਾਰ ਕਰਨਾ, ਉਹਨੂੰ ਮਰਨ ਲਈ ਮਜਬੂਰ ਕਰ ਦੇਣਾ, ਠੀਕ ਹੈ, ਕਾਹਦੀ ਖਾਤਰ, ਕਈ ਵਾਰੀ ਕਿਸੇ ਵੈਲਿਊਏਬਲ ਪ੍ਰਾਪਰਟੀ ਦੀ ਖਾਤਰ, ਕੋਈ ਦਾਜ ਦਹੇਜ ਦੀ ਖਾਤਰ, ਇਹ ਕਹਿ ਦਈਏ ਆਪਾਂ, ਠੀਕ ਹੈ। ਕ੍ਰੂਅਲਟੀ ਕਮਿਟ ਕਰਨਾ ਕਿਸੇ ਵਿਅਕਤੀ ਦੇ ਨਾਲ, ਕਿਸੇ ਵੂਮੈਨ ਦੇ ਨਾਲ, ਸ਼ੈਲ ਬੀ ਪਨਿਸ਼ੇਬਲ ਵਿਦ ਇੰਪ੍ਰਿਜ਼ਨਮੈਂਟ ਫਾਰ ਟਰਮ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਕਿਸੇ ਨਾਲ ਕ੍ਰੂਅਲਟੀ ਕਮਿਟ ਕੀਤੀ ਜਾਵੇ, ਕਿਸੇ ਹਸਬੈਂਡ ਵੱਲੋਂ ਜਾਂ ਪਰਿਵਾਰ ਦੇ ਮੈਂਬਰ ਵੱਲੋਂ, ਕ੍ਰੂਅਲਟੀ ਕਮਿਟ ਕਰਨ ਦੇ ਨਾਲ ਜਿਹੜੀ ਸਜ਼ਾ ਹੈਗੀ ਹੈ 3 ਸਾਲ ਤੱਕ ਦੀ ਹੋ ਸਕਦੀ ਹੈ। ਬਸ ਇਹ ਲਾਸਟ ਵਾਲਾ, ਇਹਦੇ ਨਾਲ ਜਿਹੜੀ ਸਾਡੀ IPC ਹੈਗੀ ਹੈ ਉਹ ਖਤਮ ਹੋ ਜਾਂਦੀ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਮੈਂ ਚਾਹੁੰਦਾ ਸੀ ਆਪਾਂ ਸ਼ਾਮ ਦਾ ਵੀ ਲੈਕਚਰ ਲਗਾ ਲਈਏ ਕੋਈ। शाम के सर 7 बजे रखा करो जी, से थोड़ा जल्दी रखो, लेट नहीं तो वो रख लो है जी, रख लो सर, 7 बजे रख लो। मैं चाहांगा भी यही ਜਿਹੜਾ ਪੇਪਰ ਨੰਬਰ 5 ਹੈ ਇਹਦਾ 1 ਘੰਟੇ ਦਾ ਲੈਕਚਰ ਸ਼ਾਮ ਨੂੰ ਲਗਾ ਦਈਏ, ठीक है जी, ਹੈ ਜੀ। ਪੇਪਰ 5 ਦਾ ਇਹੀ ਜਿਹੜਾ ਲੈਕਚਰ ਹੈਗਾ ਉਹ ਸ਼ਾਮ ਨੂੰ 1 कितने ਘੰਟੇ बजे ਲਈ, लाओगे, ਹੈ ਜੀ। कितने बजे लाओगे सर ये? ਤੁਹਾਨੂੰ ਸਾਰਿਆਂ ਨੂੰ ਕਿੰਨੇ ਵਜੇ ਸੁਵਿਧਾ ਹੈਗੀ ਹੈ? कल लगा लो 7 बजे कर लो जी, 7 जी? बजे 7 बजे जी, 7 ਵਜੇ ਸੁਵਿਧਾ ਬਣਦੀ ਹੈ, सर कर लो। हाँ जी सर, ਠੀਕ ਹੈ, 7 ਵਜੇ ਲਾ ਦਾਨੇ ਆ। CRPC ਮੇਰੇ ਸਟਾਫ ਨੇ ਜਾਣਾ ਹੁੰਦਾ ਨਾ, ਥੋੜਾ ਲੇਟ ਹੋ ਜਾਂਦਾ, ਸਟਾਫ ਨੇ ਜਾਣਾ ਹੁੰਦਾ, ਫਿਰ ਇਸ ਕਰਕੇ ਮੈਂ ਕਹਿੰਦਾ ਸੀਗਾ ਕਮੈਂਟ ਕਰਨ ਤੁਸੀਂ ਐਂ ਕਰੋ ਜੀ 7 ਵਜੇ ਲਾ ਲਓ 6 ਵਜੇ, ਹੈ ਜੀ। 5 ਵਜੇ ਲਾ ਲਓ 6 ਵਜੇ ਠੀਕ ਆ ਸਰ, 6 ਵਜੇ 7 ਵਜੇ ਠੀਕ ਹੈ ਜੀ। ਅਸੀਂ ਨਾ ਉਰਦੂ ਦੀ ਕਲਾਸ ਲਾ ਰਹੇ ਹਾਂ ਜੀ ਸਰ 6:30 ਕਰ ਲਓ ਜੀ, ਬਹੁਤੀ ਗੱਲ ਆ ਦੇ करना पड़े। ਚਲੋ ਠੀਕ ਹੈ ਜੀ, CRPC पढ़ाओगे सर? CRPC ਪੜਾਵਾਂਗੇ ਸ਼ਾਮ ਨੂੰ 6:30 ਤੇ, ठीक है सर, 6:30, ਓਕੇ ਸਰ, ਠੀਕ ਹੈ ਜੀ। Okay, sir. 6:30 पे रेडी रहना कि नाश्ता 6:30 start हो जाए। CRPC। ठीक है जी, क्लास इज ओवर, थैंक यू वेरी मच।